बेटा हाँ की स्टेटमेंट देती तू मैनू पता तेरे दिल च कुछ नहीं हैगा तू ये नहीं कहना चाहती सी तू मैनू यही कहेगी बट मैनू भी पता मतलब तू अपने काम वाल कॉन्सनट्रेट कर हजे भी मैनू कहते आओ कि तू हटदी नहीं तू हजे भी बोलदी है तेनू की लोड़ कि हुण कुछ ਜਿਹੜੇ बहुत सारे ਸਿੰਗਰਸ ਨੇ ਜਿਹੜੇ ਕਿ 4-4 ਮਹੀਨਿਆਂ ਬਾਅਦ ਉੱਠ ਕੇ ਅੱਗੇ ਆ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਕਹਿ ਰਹੇ ਨੇ ਟ੍ਰਿਬਿਊਟ ਦੇ ਰਹੇ ਨੇ ਸੌਂਗਸ ਤੇ ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਕਿ ਤੁਹਾਡੀ ਨਕਸਾਨਾ ਖਾਨ ਦੇ ਨਾਲ ਗੱਲਬਾਤ ਹੋਈ ਸਿੱਧੂ ਮੂਸੇਵਾਲੇ ਦੀ ਡੈਥ ਤੋਂ ਬਾਅਦ ये और सही कह रही है बिकॉज जदों खड़ना चाहिए सीगा उदों खड़ना चाहिए सीगा उदों साना खड़ी सीगी ਤੁਸੀਂ ਸਿੱਧੂ ਮੂਸੇਵਾਲੇ ਨਾਲ ਕੰਮ ਕੀਤਾ ਤੁਹਾਡਾ ਸਬਬ ਕਿਵੇਂ ਬਣਿਆ ਸੀ ਜਦੋਂ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਤਾਂ ਤੁਹਾਡੀ ਕੀ ਗੱਲ ਹੋਈ ਸੀ ਉਹਨਾਂ ਦੇ ਨਾਲ ਤੇ ਫਿਰ ਉਹਨੇ ਮੈਨੂੰ ਟਰੈਕਟਰ ਝੂਟੇ ਦਿੱਤੇ ਮੈਂ ਉਹਨੂੰ ਕਿਹਾ ਤੂੰ ਮੈਨੂੰ ਦੇਖ ਦੇਗਾ ਜਾਂ ਟਰੈਕਟਰ ਪਲਟ ਜੂਗਾ ਯੂ نو ਜੀ ਤੇ ਕਹਿੰਦਾ ਨਹੀਂ ਨਹੀਂ ਮੈਂ ਤੇ ਚਲਾ ਲੈਣਾ ਉਹਨੂੰ ਟਰੈਕਟਰਾਂ ਦਾ ਬਹੁਤ ਸ਼ੌਂਕ ਸੀਗਾ ਔਰ ਜਿਹੜੀ ਹਵੇਲੀ 'ਚ ਅਸੀਂ ਸ਼ੂਟ ਕੀਤਾ ਸੀਗਾ ਉੱਥੇ ਟੋਚਨ 'ਚ ਉਹ ਹਵੇਲੀ ਉਹਨੂੰ ਬੜੀ ਪਸੰਦ ਆਈ ਸੀਗੀ ਉਹਨੂੰ ਸੀਗਾ ਵੀ ਮੈਂ ਇਹ ਜਿਹੀ ਹਵੇਲੀ ਬਣਾਉਣੀ ਆ ਮਨਕੀਰਤ ਔਲਖ ਮਨਕੀਰਤ ਨੂੰ ਮੈਂ ਇਹ ਸਲਾਹ ਦਊਂਗੀ ਕਿ ਬਿਨਾਂ ਗੱਲ ਦੀਆਂ ਕੰਟਰੋਵਰਸੀਜ਼ 'ਚ ਨਾ ਪਵੇ ਹੁਣ ਮੈਨੂੰ ਇਹ ਗੱਲਾਂ ਤੂੰ ਕਹਿ ਦਿੰਦੇ ਇਹਦਾ ਕੋਈ ਸਟੈਂਡ ਨਹੀਂ ਗਾ ਵੇਖੋ ਬਈ ਮੈਨੂੰ ਹੁਣ ਜਿਹੜਾ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਜੇ ਗਲਤ ਆ ਮੈਂ ਤਾਂ ਫਿਰ ਮੈਂ ਗਲਤ ਆ ਤੇ ਹੁਣ ਮੈਨੂੰ ਕਹਿੰਦੇ ਭਗਵੰਤ ਮਾਨ ਦੀ ਚਮਚਾਗਿਰੀ ਕਰੀ ਮੈਨੂੰ ਭਗਵੰਤ ਮਾਨ ਦੀ ਚਮਚਾਗਿਰੀ ਕਰਕੇ ਕੀ ਮਿਲ ਜਾਣਾ ਮੈਨੂੰ ਇਹ ਦੱਸੋ ਮੈਨੂੰ ਜੇ ਪੋਲਿਟਿਕਸ 'ਚ ਇੰਟਰਸਟ ਹੁੰਦਾ ਤਾਂ ਮੈਂ ਐਮਐਲਏ ਦੀ ਇਲੈਕਸ਼ਨ ਨਾਲ ਲੜ ਲੈਂਦੀ ਮੇਰੇ ਕੋਲ ਤੇ ਟਿਕਟ ਸੀਗੀ ਤੁਸੀਂ ਰੀਸੈਂਟਲੀ ਇੱਕ ਇੰਟਰਵਿਊ 'ਚ ਕਿਹਾ ਕਿ ਤੁਸੀਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਕੀ ਕਾਰਨ ਹੈ ਉਸ ਚੀਜ਼ ਦਾ ਮੈਨੂੰ ਚੇਂਜ ਹੋਣ ਵਾਸਤੇ ਨਾ ਕਵੇ ਕੋਈ ਮੈਨੂੰ ਇਹ ਨਾ ਕਵੇ ਕੋਈ ਕਿ ਤੂੰ ਨਹੀਂ ਸੱਚ ਬੋਲੇਂਗੀ ਤੁਹਾਨੂੰ ਬਿਗ ਬੌਸ ਦਾ ਆਫਰ ਆਇਆ ਸੀ ਹਰ ਕੋਈ ਉੱਥੇ ਪਹੁੰਚਣਾ ਚਾਹੁੰਦਾ ਸੋ ਕੀ ਕਾਰਨ ਸੀ ਕਿ ਉੱਥੇ ਨਾ ਜਾਣ ਦਾ ਵੇਖੋ ਮੈਂ ਆਪਣੀਆਂ ਫਿਲਮਾਂ ਛੱਡ ਦਿੱਤੀਆਂ ਤੁਸੀਂ ਇਹ ਸੋਚੋ ਮੇਰੇ ਕੋਲ ਕੰਟਰੈਕਟ ਪਏ ਨਹੀਂ ਮਿਲ ਸਕਦੇ ਜੇ ਮੈਂ ਬਿਗ ਬੌਸ ਦਾ ਮੈਨੂੰ ਇੰਨਾ ਕਰੇਜ਼ ਹੁੰਦਾ ਤੇ ਮੈਂ ਫਿਲਮਾਂ ਕਦ ਤੋਂ ਛੱਡਦੀ ਮੈਂ ਬੰਬੇ ਤੋਂ ਆਉਂਦੀ ਕਿਉਂ ਕਿ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਵਿੱਚ ਸਭ ਤੋਂ ਵੱਡਾ ਚੇਂਜ ਆਇਆ ਫਾਰਮਾਕੋਟੈਸ ਨੂੰ ਲੈ ਕੇ ਇੱਕ ਲੜਕੀ ਜਿਹੜੀ ਅਦਾਕਾਰੀ ਦੇ ਵਿੱਚ ਕੰਮ ਕਰ ਰਹੀ ਆ ਅਦਾਕਾਰੀ ਵਿੱਚ ਇੰਨਾ ਨਾਮ ਫੇਮ ਸਭ ਕੁਝ ਆ ਉਹਦੇ ਕੋਲ ਮੁੰਬਈ ਦੀ ਇੰਨੀ ਅੱਛੀ ਲਾਈਫ ਜੀ ਰਹੀ ਆ ਪਰ ਉਹ ਸਭ ਕੁਝ ਛੱਡ ਕੇ ਉਹ ਧਰਨੇ ਦੇ ਉੱਪਰ ਜਾ ਕੇ ਲੋਕਾਂ ਦੇ ਵਿੱਚ ਬੈਠ ਜਾਂਦੀ ਆ ਕੀ ਕਾਰਨ ਸੀ ਉਸ ਚੀਜ਼ ਦਾ ਬਹੁਤ ਸਾਰੇ ਲੋਕੀ ਜਿਹੜੇ ਸੀਗੇ ਉੱਥੇ ਜਾ ਕੇ ਹੋਟਲਾਂ 'ਚ ਰਹਿੰਦੇ ਸੀਗੇ ਬਟ ਮੈਂ ਹੋਟਲ 'ਚ ਨਹੀਂ ਰਹੀ ਮੈਨੂੰ ਪਤਾ ਸਾਰੇ ਜਿੰਨੇ ਵੀ ਮੇਰੇ ਨਾਲ ਟਿੱਕੀ ਬਾਰਡਰ 'ਤੇ ਰਹੇ ਹੋਣਗੇ ਉਹਨਾਂ ਨੂੰ ਪਤਾ ਹੀ ਹੈ ਮੇਰਾ ਟੈਂਟ ਸੀਗਾ ਮੈਂ ਉੱਥੇ ਰਹਿੰਦੀ ਸੀਗੀ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਖੁਸ਼ੀ ਸਰਾ ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਬੜੀ ਹੀ ਸੋਹਣੀ ਕੁੜੀ ਦੇ ਨਾਲ ਜਿਸ ਦਾ ਜਨਮ ਹੋਇਆ ਉੱਤਰਾਖੰਡ 'ਚ ਪਰਵਰਿਸ਼ ਹੋਈ ਅੰਮ੍ਰਿਤਸਰ 'ਚ ਤੇ ਉਸ ਤੋਂ ਬਾਅਦ ਤੇਲਗੂ ਮਲਿਆਲਮ ਹਿੰਦੀ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ 'ਚ ਕੰਮ ਕੀਤਾ ਤੇ ਲੱਖਾਂ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰ ਰਹੀ ਹੈ ਇਹ ਮੁਟਿਆਰ ਫਾਰਮਾਕੋਟੈਸ ਦੀ ਗੱਲ ਕਰੀਏ ਤਾਂ ਫਾਰਮਾਕੋਟੈਸ ਦੇ ਚੱਲਦਿਆਂ ਨੇ ਹਰ ਚੀਜ਼ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਇਸ ਕੁੜੀ ਨੇ ਉਸ ਤੋਂ ਇਲਾਵਾ ਕੋਈ ਵੀ ਮੁੱਦਾ ਹੋਵੇ ਹਰ ਮੁੱਦੇ ਤੇ ਬੜੀ ਹੀ ਬੇਬਾਕੀ ਦੇ ਨਾਲ ਆਪਣੇ ਵਿਚਾਰਾਂ ਨੂੰ ਅੱਗੇ ਰੱਖਦੀ ਆ ਇਹ ਅਦਾਕਾਰਾ ਤੇ ਅੱਜ ਮੈਂ ਇਹਨਾਂ ਦੇ ਘਰ ਦੇ ਬਿਲਕੁਲ ਬਾਹਰ ਖੜੀ ਹਾਂ ਤੁਹਾਡੀ ਮੁਲਾਕਾਤ ਮੈਂ ਕਿਹਨਾਂ ਦੇ ਨਾਲ ਕਰਵਾਉਣ ਜਾ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਸਮਝ ਹੀ ਗਏ ਹੋ ਸੋ ਜ਼ਿਆਦਾ ਦੇਰ ਨਹੀਂ ਕਰਦੇ ਅੰਦਰ ਚੱਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਇਸ ਅਦਾਕਾਰਾ ਦੇ ਨਾਲ ਆਓ ਤੇ ਫਿਰ ਚੱਲਦੇ ਹਾਂ ਸੋ ਮੈਂ ਜਿਨ੍ਹਾਂ ਦੇ ਬਾਰੇ ਗੱਲ ਕਰ ਰਹੀ ਸੀ ਤੁਹਾਡੇ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਮੇਰੇ ਨਾਲ ਮੌਜੂਦ ਆ ਪੰਜਾਬ ਦੀ ਧੀ ਸੋਨੀਆ ਮਾਨ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਤੇ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਸੋ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਆਡੀਅנס ਨੂੰ ਕਹਿ ਦਵਾਂ ਕਿ ਅਸੀਂ ਜਿਹੜੀ ਆ ਅੱਜ ਇੱਕ ਸ਼ਿਕਾਇਤ ਦੂਰ ਕਰਨ ਜਾ ਰਹੇ ਹਾਂ ਸਭ ਦੀ ਤੇ ਉਹ ਇਹ ਕਿ ਅੱਜ ਤੁਹਾਡੇ ਫੇਸ ਤੇ ਸਮਾਈਲ ਰਹੇਗੀ ਪੂਰੀ ਇੰਟਰਵਿਊ ਦੇ ਵਿੱਚ ਓਕੇ ਸਮਾਈਲ ਐਕਚੁਅਲੀ ਮੈਂ ਤਾਂ ਸਮਾਈਲ ਕਰਦੀ ਰਹਿੰਦੀ ਹਾਂ
ਹਾਂ ਕਿਉਂ ਲੋਕੀ ਕਹਿੰਦੇ ਆ ਕਿ ਮੈਂ ਬਿਲਕੁਲ ਹੱਸਦੀ ਤੁਸੀਂ ਨਹੀਂ। ਕਮੈਂਟਸ ਦੇਖੋ ਕਹਿੰਦੇ ਬਹੁਤ ਘੱਟ ਜਿਹੜੀ ਸਮਾਈਲ ਹੈ ਨਾ ਤੁਹਾਡੇ ਫੇਸ ਤੇ ਨਜ਼ਰ ਆਉਂਦੀ ਹੈ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਤੁਹਾਡੀ ਜਿਹੜੀ ਦੂਸਰੀ ਸਾਈਡ ਹੈ ਨਾ ਉਹ ਲੋਕਾਂ ਨੂੰ ਦਿਖਾਈ ਜਾਵੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਖੁਸ਼ ਰਹਿੰਦੇ ਹੋ ਤੇ ਕਿਵੇਂ ਰਹਿੰਦੇ ਹੋ ਤੇ ਕਿਵੇਂ ਤੁਹਾਡਾ ਜਿਹੜਾ ਕਰੀਅਰ ਆ ਉਹ ਚੱਲ ਰਿਹਾ। ਸੋ ਸਭ ਤੋਂ ਪਹਿਲਾਂ ਸੋਨੇ ਮੈਂ ਜਾਣਨਾ ਚਾਹਾਂਗੀ ਉੱਤਰਾਖੰਡ ਦੇ ਵਿੱਚ ਜਨਮ ਹੋਇਆ, ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਬਾਅਦ ਜਿਹੜੀ ਤੁਹਾਡੇ ਉੱਥੇ ਪਰਵਰਿਸ਼ ਹੁੰਦੀ ਆ, ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਕੰਮ ਕਰਦੇ ਹੋ। ਮਲਿਆਲਮ ਫਿਲਮਾਂ ਦੀ ਗੱਲ ਕਰੀਏ, ਤੇਲਗੂ ਫਿਲਮਾਂ ਦੀ ਗੱਲ ਕਰੀਏ, ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀਏ ਤਾਂ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਕੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹੋ। ਬੜੀ ਲੰਬੀ ਜਰਨੀ ਆ ਤੇ ਬੜੀ ਸੋਹਣੀ ਚੱਲ ਰਹੀ ਆ। ਤੁਸੀਂ ਕਿਵੇਂ ਦੇਖਦੇ ਹੋ ਆਪਣੀ ਸਾਰੀ ਜਰਨੀ ਨੂੰ? ਬਹੁਤ ਵਧੀਆ। ਮੈਂ ਸੱਚੇ ਪਾਤਸ਼ਾਹ ਦਾ ਥੈਂਕ ਯੂ ਕਹਿੰਦੀ ਆ, ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਨੇ ਇੰਨੀ ਵਧੀਆ ਲਾਈਫ ਬਖਸ਼ੀ ਆ ਔਰ ਸੈਟੀਸਫਾਈਡ ਆ ਮੈਂ ਆਪਣੀ ਜ਼ਿੰਦਗੀ ਤੋਂ, ਬਿਕਾਜ਼ ਜੋ ਮੰਗਿਆ ਸੀਗਾ ਉਹ ਮਿਲਿਆ। ਸਭ ਤੋਂ ਵੱਡੀ ਚੀਜ਼ ਹੈ। ਹਾਂ, ਕਿਉਂਕਿ ਕਈ ਵਾਰੀ ਲਾਈਫ ਵਿੱਚ ਕੁਝ ਤੁਸੀਂ ਸੋਚਦੇ ਹੋ ਤੁਹਾਨੂੰ ਮਿਲਦਾ ਨਹੀਂ, ਬਟ ਮੈਂ ਸੋਚਿਆ ਸੀਗਾ ਮੈਂ ਐਕਟਰੈਸ ਬਣਨਾ ਹੈ ਤੇ ਮੈਂ ਬਣੀ। ਬਚਪਨ ਦੇ ਵਿੱਚ ਕਿਵੇਂ ਦਾ ਤੁਹਾਡਾ ਬਚਪਨ ਸੀ? ਕੁਝ ਜਦੋਂ ਛੋਟੇ ਹੁੰਦੇ ਨਾ ਬੜੀਆਂ ਚੀਜ਼ਾਂ ਸੋਚਦੇ ਆ, ਅੱਛਾ ਅਸੀਂ ਨਾ ਟੀਚਰ ਬਣਾਂਗੇ, ਅੱਛਾ ਅਸੀਂ ਨਾ ਇਹ ਚੀਜ਼ ਕਰਾਂਗੇ, ਉਹ ਚੀਜ਼ ਕਰਾਂਗੇ, ਬਟ ਜਦੋਂ ਅਸੀਂ ਵੱਡੇ ਹੁੰਦੇ ਸਾਡੇ ਖੁਆਬ ਬਦਲਦੇ ਜਾਂਦੇ ਆ। ਤੁਹਾਡੇ ਕਿਵੇਂ ਦੇ ਖੁਆਬ ਸੀ ਬਚਪਨ ਦੇ ਵਿੱਚ? ਕਿਵੇਂ ਦਾ ਬਚਪਨ ਸੀ? ਮੇਰਾ ਬਚਪਨ ਤੋਂ ਹੀ ਐਕਟਰੈਸ ਬਣਨ ਦਾ ਸ਼ੌਂਕ ਸੀਗਾ। ਅੱਛਾ, ਠੀਕ ਹੈ। ਔਰ ਮੇਰਾ ਪੜ੍ਹਾਈ 'ਚ ਠੀਕ ਸੀ। ਮੈਂ ਨਹੀਂ ਕਹਿ ਸਕਦੀ ਕਿ ਮੈਂ ਬਹੁਤ ਇੰਟੈਲੀਜੈਂਟ ਸੀ। ਗੁਜ਼ਾਰੇ ਜੋਗੇ ਨੰਬਰ ਆ ਜਾਂਦੇ ਸੀਗੇ, ਪਾਸ ਹੋ ਜਾਂਦੀ ਸੀਗੀ ਜੀ। ਐਂਡ ਆਈ ਵਾਸ ਵੈਰੀ ਵੀਕ ਇਨ ਮੈਥਸ। ਮੇਰਾ ਮੈਥਸ ਘੱਟ ਸੀਗਾ ਥੋੜਾ ਜਿਹਾ। ਪਰ ਤੁਸੀਂ ਇੱਕ ਚੀਜ਼ ਸੁਣੀ ਹੋਗੀ, ਕਹਿੰਦੇ ਸੋਹਣੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਹਮੇਸ਼ਾ ਮੈਥ ਦਾ ਵੀਕ ਹੁੰਦਾ ਆ। ਮੈਥ ਮੇਰਾ ਬਹੁਤ ਵੀਕ ਸੀਗਾ ਐਂਡ ਮੇਰੀ ਸਟੱਡੀ ਪਹਿਲਾਂ ਸੈਕਰਡ ਹਾਰਟ ਰਹੀ ਹੈ ਅੰਮ੍ਰਿਤਸਰ ਕਨਵੈਂਟ 'ਚ ਜੀ, ਐਂਡ ਦੈਨ ਹੋਲੀ ਹਾਰਟ ਪ੍ਰੈਜ਼ੀਡੈਂਸੀ। ਉਹ ਵੀ ਮੇਰਾ ICSE ਦਾ ਹੀ ਸਿਲੇਬਸ ਸੀਗਾ ਐਂਡ ਦੈਨ ਸਪ੍ਰਿੰਗਡੇਲਸ। ਤੇ ਐਵੇਂ ਮੇਰੇ 3 ਸਕੂਲ ਕੁ ਬਦਲੇ ਹੈ। ਸੋ ਬਹੁਤ ਔਖੀ ਪੜ੍ਹਾਈ ਸੀਗੀ। ਸਾਡੇ ਸਕੂਲ 'ਚ ਡੇ ਬੋਰਡਿੰਗ ਵੀ ਹੁੰਦੀ ਸੀਗੀ, ਮਤਲਬ ਸਕੂਲ ਤੋਂ ਬਾਅਦ ਵੀ ਪੜ੍ਹਾਉਂਦੇ ਸੀਗੇ ਓਕੇ। ਹੋਲੀ ਹਾਰਟ ਦੇ ਵਿੱਚ। ਤੇ ਉਹ ਇੱਕ ਮੈਂ ਕਹਿੰਦੀ ਇੱਕ ਬਹੁਤ ਹੈਲਪਫੁਲ ਚੀਜ਼ ਹੋ ਜਾਂਦੀ ਹੈ। ਬਾਕੀ ਸਕੂਲ ਮੈਂ ਸੈਕਰਡ ਹਾਰਟ ਇਸੇ ਕਰਕੇ ਛੱਡਿਆ ਸੀਗਾ ਕਿਉਂਕਿ ਸੈਕਰਡ ਹਾਰਟ ਦੇ ਵਿੱਚ ICSE ਸਿਲੇਬਸ ਬਹੁਤ ਟਫ ਸੀਗਾ, ਟਿਊਸ਼ਨਸ ਨਹੀਂ ਮਿਲਦੀਆਂ ਸੀਗੀਆਂ ਐਂਡ ਉਦੋਂ ਕੋਈ ਛੱਡਣ ਲੈਣ ਆਉਣ ਦਾ ਵੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੇਰੇ ਵਾਸਤੇ। ਸੋ ਮੇਰੇ ਮਾਮ ਨੇ ਮੈਨੂੰ ਫਿਰ ਇੱਥੇ ਪਾਤਾ ਹੋਲੀ ਹਾਰਟ ਦੇ ਵਿੱਚ। ਤੇ ਉੱਥੇ ਡੇ ਬੋਰਡਿੰਗ ਸੀਗੀ ਔਰ ਵਧੀਆ ਸੀਗਾ। ਮੇਰੇ ਸਕੂਲ ਟੀਚਰ ਬਹੁਤ ਚੰਗੇ ਸੀਗੇ, ਮੇਰੇ ਪ੍ਰਿੰਸੀਪਲ ਮੈਮ ਬਹੁਤ ਚੰਗੇ ਸੀਗੇ, ਸਾਡੇ ਕਲਾਸ ਦੇ ਬੱਚੇ। ਮੈਂ ਮਿਸ ਕਰਦੀ ਹਾਂ ਸਕੂਲ ਨੂੰ ਔਰ ਮੇਰੇ ਸਕੂਲ ਦੇ ਜਿੰਨੇ ਵੀ ਕਲਾਸਮੇਟਸ ਆ ਉਹਨਾਂ ਸਾਰਿਆਂ ਨੂੰ ਮਿਸ ਕਰਦੀ ਹਾਂ। ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਉਹ ਕਾਸ਼ ਉਹ ਦਿਨ ਵਾਪਸ ਆ ਜਾਣ ਐਂਡ ਇਨਫੈਕਟ ਉਹ ਮੈਨੂੰ ਕਿਤੇ ਵੀ ਦੇਖ ਰਹੇ ਹੋਣਗੇ ਤੇ ਉਹ ਕਦੀ ਨਹੀਂ ਸੋਚ ਸਕਦੇ ਕਿ ਲਾਈਕ ਸੋਨਿਆ ਜੋ ਅੱਜ ਆ, ਲਾਈਕ ਜਿਸ ਤਰੀਕੇ ਨਾਲ ਮੈਂ ਗੱਲ ਕਰਦੀ ਹਾਂ ਕਿ ਮੈਂ ਹੋ ਸਕਦੀ ਹਾਂ ਐਵੇਂ, ਬਿਕਾਜ਼ ਮੈਂ ਬਹੁਤ ਸ਼ਾਂਤ। ਤੇ ਇਹ ਚੇਂਜ ਇੰਨਾ ਵੱਡਾ ਚੇਂਜ ਜਿਵੇਂ ਤੁਸੀਂ ਬਹੁਤ ਸ਼ਾਂਤ ਸੀ, ਹੁਣ ਦੇਖੇ ਤਾਂ ਕੋਈ ਮੁੱਦਾ ਹੈ ਕੁਝ ਵੀ ਆ ਤੁਸੀਂ ਬੜੀ ਬੇਬਾਕੀ ਦੇ ਨਾਲ ਖੁੱਲ ਕੇ ਬੋਲਦੇ ਹੋ। ਇਹ ਚੇਂਜ ਫਿਰ ਕਿਵੇਂ ਆਇਆ ਇੰਨਾ ਵੱਡਾ? ਇਹ ਚੇਂਜ ਆਇਆ ਇਹਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਐਂਡ ਲਾਈਕ ਮੇਰੇ ਕੋਲ ਜ਼ਿਆਦਾ ਫਰੈਂਡਸ ਨਹੀਂ ਹੈਗੇ। ਆਮ ਅ ਵੈਰੀ ਹੋਮਲੀ ਪਰਸਨ ਔਰ ਭਾਵੇਂ ਮੈਂ ਇਸ ਫੀਲਡ 'ਚ ਹਾਂ, ਮੈਨੂੰ ਪਾਰਟੀਜ਼ ਸ਼ੋਰ ਸ਼ਰਾਬੇ 'ਚ ਜਾਣਾ ਪਸੰਦ ਨਹੀਂ, ਮੈਨੂੰ ਘਰ ਰਹਿਣਾ ਪਸੰਦ ਆ। ਮੈਂ ਘਰ ਰਹਿ ਕੇ ਬੁੱਕਸ ਪੜ੍ਹ ਲੈਂਦੀ ਹਾਂ। ਮੇਰੇ ਕੋਲ ਢੇਰ ਲੱਗਿਆ ਹੋਇਆ ਬੁੱਕਸ ਦਾ, ਪਿੰਡ ਵੀ ਤੇ ਇੱਥੇ ਵੀ। ਸੋ ਬਾਕੀ ਸਕੂਲ ਦੇ ਵਿੱਚ ਐਵੇਂ ਸੀਗਾ ਕਿ ਲਾਈਕ ਮੈਂ ਥੋੜ੍ਹਾ ਸ਼ਾਈ ਫੀਲ ਕਰਦੀ ਸੀਗੀ, ਹਰ ਇੱਕ ਚੀਜ਼ ਨੂੰ ਲੈ ਕੇ ਗੱਲ ਕਰਨੀ ਉਹਦੇ ਵਾਸਤੇ ਵੀ ਸ਼ਾਈ। ਐਂਡ ਇੱਕ ਮੇਰਾ ਐਕਚੁਅਲੀ ਕਹਿੰਦੇ ਨਾ ਘਰ ਦਾ ਮਾਹੌਲ ਵੀ ਉਹੋ ਜਿਹਾ ਸੀਗਾ। ਲਾਈਕ ਮੇਰੇ ਵੱਡੇ ਪਾਪਾ ਤੋਂ ਮਤਲਬ ਮੇਰੇ ਤਾਇਆ ਜੀ ਮੈਂ ਉਹਨਾਂ ਦੇ ਘਰੇ ਰਹਿੰਦੀ ਸੀਗੀ। ਮੇਰੇ ਮੰਮਾ ਪਿੰਡ ਰਹਿੰਦੇ ਸੀਗੇ। ਸੋ ਉੱਥੇ ਵੀ ਬੜੀ ਸਟ੍ਰਿਕਟਨੈਸ ਸੀਗੀ ਔਰ ਮੇਰੇ ਬ੍ਰਦਰ 2 ਤਾਇਆ ਜੀ ਦੇ ਬੇਟੇ ਉਹ ਵੀ ਬੜੇ ਸਟ੍ਰਿਕਟ ਸੀਗੇ। ਸੋ ਇਹ ਬੜਾ ਸੀਗਾ ਕਿ ਘਰ ਦੇ ਮਾਹੌਲ ਤੇ ਡਿਪੈਂਡ ਕਰਦਾ। ਸਕੂਲ ਤੋਂ ਆਉਣਾ, ਤੁਸੀਂ ਸੌਂ ਜਾਣਾ, ਫਿਰ ਤੁਸੀਂ ਆਪਣੀ ਸਟੱਡੀ ਕਰਨੀ ਆ, ਥੋੜ੍ਹੀ ਦੇਰ ਘਰ ਤੋਂ ਬਾਅਦ ਥੋੜ੍ਹਾ ਜਿਹਾ ਖੇਡਣ ਜਾਣ ਦਿੰਦੇ ਸੀਗੇ, ਪਾਰਕ 'ਚ ਜ਼ਿਆਦਾ ਤੋਂ ਜ਼ਿਆਦਾ, ਹੋਰ ਕਿਤੇ ਜਾਣ ਨਹੀਂ ਦਿੰਦੇ, ਅਲਾਉ ਨਹੀਂ ਕਰਦੇ ਹੁੰਦੇ ਸੀਗੇ। ਸੋ ਇਹੀ ਜੀ ਇੱਕ ਬਚਪਨ ਬੀਤਿਆ ਹੈ, ਇੱਕ ਵੈਰੀ ਕੰਜ਼ਰਵੇਟਿਵ ਫੈਮਿਲੀ ਮੈਂ ਕਹਿ ਸਕਦੀ ਹਾਂ ਜੀ। ਬਟ ਮੈਨੂੰ ਖੁੱਲ੍ਹ ਮਿਲੀ ਜਦੋਂ ਮੇਰਾ ਭਰਾ ਬਾਹਰ ਚਲੇ ਗਿਆ। ਓਕੇ। ਸੋ ਫਿਰ ਜਦੋਂ ਇਸ ਫੀਲਡ ਦੇ ਬਾਰੇ ਤੁਸੀਂ ਸੋਚਿਆ ਆਣਾ, ਜਿਵੇਂ ਤੁਸੀਂ ਕਿ ਬਚਪਨ ਤੋਂ ਸੁਪਨਾ ਸੀ, ਬਟ ਇੱਕ ਨਾ ਇੱਕ ਪੁਆਇੰਟ ਆਉਂਦਾ ਜਦੋਂ ਅਸੀਂ ਸੋਚਦੇ ਕਿ ਹੁਣ ਪੈਰ ਅੱਗੇ ਰੱਖਿਆ ਜਾਵੇ, ਫਿਰ ਉਸ ਟਾਈਮ ਤੇ ਫੈਮਿਲੀ ਦਾ ਕੀ ਰਿਐਕਸ਼ਨ ਸੀ?
ਮੇਰੀ ਫੈਮਿਲੀ, ਮੇਰੀ ਮੰਮਾ ਤੇ ਕੁਛ ਨਹੀਂ ਕਹਿੰਦੇ ਸੀਗੇ। ਮੇਰੀ ਮੰਮਾ ਔਰ ਮੇਰੀ ਦੀਦੀ ਜਿਹੜੇ ਸੀਗੇ, ਮੇਰੇ ਤਾਇਆ ਜੀ ਦੀਆਂ ਬੇਟੀਆਂ, ਉਹ ਤੇ ਬਹੁਤ ਨਾਈਸ ਸੀਗੇ। ਉਹਨਾਂ ਨੇ ਸ਼ੁਰੂ ਤੋਂ ਹੀ ਮੈਨੂੰ ਇਨਕਰੇਜ ਕੀਤਾ ਆ। ਮੇਰਾ ਮੇਕਅਪ ਕਰਦੇ ਸੀਗੇ, ਮਤਲਬ ਸਕੂਲ 'ਚ ਕੋਈ ਐਕਟੀਵਿਟੀ ਹੋਣੀ ਤੇ ਮੈਨੂੰ ਉਹਨਾਂ ਨੇ ਤਿਆਰ ਕਰਕੇ ਭੇਜਣਾ, ਹੈ ਨਾ। ਮੈਂ ਕਹਿੰਦੀ ਹਾਂ ਕਿ ਹਾਂ, ਕਿਤੇ ਨਾ ਕਿਤੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੇ ਮੈਂ ਅੱਜ ਐਕਟਰੈਸ ਬਣੀ, ਮੇਰੀਆਂ ਦੀਦੀਆਂ ਦਾ। ਬਿਕਾਜ਼ ਮੇਰੀ ਦੀਦੀਆਂ ਕੋਈ ਫੰਕਸ਼ਨ ਹੋਣਾ ਤੇ ਉਹਨਾਂ ਨੇ ਮੇਰੀ ਬਿੰਦੀ ਲਾਣੀ, ਲਾਈਕ ਮੈਨੂੰ ਤਿਆਰ ਕਰਨਾ। ਇੱਕ ਛੋਟੇ ਬੱਚੇ ਨੂੰ ਤਿਆਰ ਕਰ ਦੇਣਾ ਉਹਨਾਂ ਨੂੰ ਬੜਾ ਸ਼ੌਂਕ ਸੀਗਾ, ਤੇ ਉਸ ਹਿਸਾਬ ਨਾਲ ਉਹ ਮੈਨੂੰ ਤਿਆਰ ਕਰਕੇ ਭੇਜਦੇ ਸੀਗੇ। ਔਰ ਮੇਰੇ ਤੇ ਡਿਫਰੈਂਟ ਹੇਅਰ ਸਟਾਈਲ ਟਰਾਈ ਕਰਦੇ ਸੀਗੇ ਇੱਕ ਬੱਚੇ ਤੇ, ਔਰ ਮੈਨੂੰ ਉਹਨਾਂ ਨੇ ਤਿਆਰ ਸ਼ਿਆਰ ਕਰਕੇ ਰੱਖਣਾ। ਤੇ ਉਹਨਾਂ ਦਾ ਮੈਂ ਕਹਿੰਦੀ ਹਾਂ ਬਿਗ ਰੋਲ, ਅੱਜ ਮੈਂ ਪਹਿਲੀ ਵਾਰੀ ਕਹੂੰਗੀ ਆਈ ਥਿੰਕ ਸੋ, ਮੇਰੀ ਤਾਇਆ ਜੀ ਦੀਆਂ ਬੇਟੀਆਂ ਦਾ, ਦੋਨਾਂ ਦਾ ਬਹੁਤ ਵੱਡਾ ਹੱਥ ਆ ਮੈਨੂੰ ਐਕਟਰੈਸ ਬਣਾਉਣ 'ਚ। ਵਧੀਆ ਚੀਜ਼ ਹੈ। ਸੋ ਮੈਮ, ਫਿਲਮ ਦੀ ਗੱਲ ਕਰੀਏ, ਹੈ ਨਾ, ਜਿਵੇਂ ਤੁਸੀਂ ਇੰਨੇ ਸਾਰੇ ਅਲੱਗ-ਅਲੱਗ ਸਿਨੇਮਾ ਦੇ ਵਿੱਚ ਕੰਮ ਕਰ ਚੁੱਕੇ ਹੋ, ਤਾਂ ਇੱਥੇ ਮੈਂ ਜਾਣਨਾ ਚਾਹਾਂਗੀ ਪਹਿਲੀ ਫਿਲਮ ਤੁਹਾਨੂੰ ਕਿਵੇਂ ਮਿਲੀ, ਕਿਵੇਂ ਤੁਹਾਡੇ ਤੱਕ ਆਏ, ਤੁਸੀਂ ਬਿਊਟੀ ਪੇਜੈਂਟ ਜਿਹੜੇ ਉਹ ਵੀ ਵਿਨ ਕੀਤੇ, ਕਿਵੇਂ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਫਿਰ ਤੁਹਾਡੀ ਅੱਗੇ? ਮੈਂ ਨਾ BA ਫਰਸਟ ਈਅਰ 'ਚ ਐਡਮਿਸ਼ਨ ਲਈ ਸੀਗੀ BBKDAV। ਓਕੇ। ਉੱਥੇ ਮੈਂ ਮਿਸ ਫਰੈਸ਼ਰ ਜਦੋਂ ਐਡਮਿਸ਼ਨ ਲਈ ਥੀ, ਉਹ ਮੈਂ ਬਣ ਗਈ। ਉਸ ਤੋਂ ਬਾਅਦ ਸਾਡੇ ਕਾਲਜ 'ਚ ਪੈਨਫਲੇਟਸ ਲੱਗੇ ਹੋਏ ਸੀਗੇ। ਕੀ ਹੁੰਦਾ ਵੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਤੇ ਉਹ ਬਾਹਰ ਪੈਨਫਲੇਟਸ ਤੇ ਲੱਗ ਜਾਂਦੀ ਆ। ਉਹ ਵੀ ਸ਼ੁਕਰ ਆ, ਮੈਂ ਕਹਿੰਦੀ ਮੇਰੇ ਭਰਾ ਦੀ ਦੇਣ ਆ ਕਿ ਮੈਂ BBKDAV ਐਡਮਿਸ਼ਨ ਲੈ ਸਕੀ, ਕਿਉਂਕਿ ਮੇਰਾ ਬ੍ਰਦਰ ਖਾਲਸਾ ਕਾਲਜ ਉਹਨੇ ਐਡਮਿਸ਼ਨ ਲਈ ਸੀਗੀ। ਉਹ ਮੇਰੇ ਤੋਂ 2 ਹੀ ਸਾਲ ਵੱਡਾ ਆ, ਮੇਰੇ ਤਾਇਆ ਜੀ ਦਾ ਬੇਟਾ। ਤੇ ਉਹ ਕਹਿੰਦਾ ਵੀ ਡੈਡੀ ਇਹਨੂੰ ਜੇ ਤੁਸੀਂ ਉੱਥੇ ਪਾਇਆ, ਮੈਂ ਨਹੀਂ ਪੈਣਾ, ਅੱਛਾ, ਇਹਨੂੰ ਤੁਸੀਂ ਕੁੜੀਆਂ ਵਾਲੇ ਕਾਲਜ 'ਚ ਪਾਓ। ਸੋ ਉਹਨੇ ਮੈਨੂੰ ਉੱਥੇ ਪੈਣ ਨਹੀਂ ਦਿੱਤਾ। ਤੇ ਉਹਨੇ ਮੈਨੂੰ, ਆਈ ਡੋਨਟ ਨੋ, ਭਰਾਵਾਂ ਨੂੰ ਹੁੰਦਾ ਆ ਵੀ ਲਾਈਕ ਉਹਨੂੰ ਆ ਸੀਗਾ ਮੇਰੀਆਂ ਸ਼ਿਕਾਇਤਾਂ ਲਾਊਗੀ ਘਰ ਆ ਕੇ, ਜਾਂ ਮੇਰੇ ਬਾਰੇ ਦੱਸੂਗੀ ਕਿ ਇਹ ਕਿੱਥੇ ਜਾਂਦਾ ਜਾਂ ਕਲਾਸ 'ਚ ਆਇਆ ਕਿ ਨਹੀਂ ਆਇਆ, ਕਿਉਂਕਿ ਸਾਡਾ ਬਚਪਨ ਇਕੱਠੇ ਬੀਤਿਆ ਆ। ਅਸੀਂ ਇਕੱਠੇ ਸਕੂਲ ਪਹਿਲੋਂ ਜਾਂਦੇ ਹੁੰਦੇ ਸੀਗੇ। ਫਿਰ ਉਸ ਤੋਂ ਬਾਅਦ ਉਹਨੂੰ ਇਹ ਸੀਗਾ ਇਹਦਾ ਪਿੱਛਾ ਛਡਾਵਾਂ ਮੈਂ, ਕਿਉਂਕਿ ਮੈਨੂੰ ਪਾਪਾ ਪੁੱਛ ਲੈਂਦੇ ਸੀ ਵੀ ਇਹਦੀ ਐਕਟੀਵਿਟੀ ਕੀ ਆ ਕੀ ਨਹੀਂ ਆ, ਹਨਾ। ਤੇ ਫਿਰ ਉਹਨੂੰ ਇਹ ਸੀਗਾ ਕਿ ਨਹੀਂ, ਕਾਲਜ ਮੈਂ ਨਹੀਂ ਇਹਨੂੰ ਲੈ ਕੇ ਜਾਣਾ। ਫਿਰ ਕਿਉਂਕਿ ਘਰਦਿਆਂ ਨੇ ਕਹਿਣਾ ਇਹਨੂੰ ਨਾਲੇ ਲੈ ਕੇ ਜਾ, ਤੇ ਨਾਲੇ ਲੈ ਕੇ ਆ। ਤੇ ਫਿਰ ਉਹ ਇੱਕ ਜ਼ਿੰਮੇਵਾਰੀ ਜੀ ਹੁੰਦੀ ਆ ਨਾ, ਤੇ ਉਹ ਕਹਿੰਦਾ ਨਹੀਂ, ਇਹਨੂੰ ਤੁਸੀਂ BBKDAV ਪਾ ਦਿਓ, ਮੈਂ ਨਹੀਂ, ਤੁਸੀਂ ਮੈਨੂੰ, ਮੈਂ ਇਹ ਕਾਲਜ ਪਾਊਂਗਾ ਜਿੱਥੇ ਇਹ ਪਊਗੀ, ਮੈਂ ਨਹੀਂ ਉੱਥੇ ਪੈਣਾ। ਸੋ ਮੈਨੂੰ BBKDAV, ਆਈ ਥੈਂਕਸ, ਅੱਜ ਪਹਿਲੀ ਵਾਰੀ ਮੈਂ ਥੈਂਕਸ ਕਰੂੰਗੀ ਆਪਣੇ ਭਰਾ ਦਾ ਵੀ, ਜਿਹਨੇ ਮੈਨੂੰ BBKDAV ਪੈਨ ਦਿੱਤਾ ਐਂਡ ਸਲਾਹ ਦਿੱਤੀ। ਤੇ ਉੱਥੋਂ ਫਿਰ ਮੈਨੂੰ ਪੈਨਫਲੇਟ ਸੀਗਾ ਜਿਹੜਾ ਉੱਥੋਂ ਲਿਮਕਾ ਫਰੈਸ਼ ਵੇਸ ਆਫ ਪੰਜਾਬ ਦਾ, ਉਹ ਮੈਂ ਭਰਤਾ ਜੀ। ਬਟ ਘਰ ਆ ਕੇ ਮੈਂ ਭਰ ਤੇ ਦਿੱਤਾ, ਬਟ ਅੰਮ੍ਰਿਤਸਰ ਲੈਵਲ ਤੇ ਜਿਹੜਾ ਕੰਟੈਸਟ ਸੀਗਾ ਉਹ ਕਲੀਅਰ ਕਰ ਲਿਆ ਕਾਲਜ ਤੋਂ ਬੰਕ ਮਾਰ ਕੇ। ਐਂਡ ਫਿਰ ਜਲੰਧਰ ਕੰਪੀਟੀਸ਼ਨ ਸੀਗਾ, ਉਹ ਵੀ ਕਾਲਜ ਤੋਂ ਬੰਕ ਕਰਕੇ। ਮੇਰੀ ਫਰੈਂਡ ਹੁੰਦੀ ਸੀਗੀ, ਲਾਈਕ ਸਾਡੀ ਨਾ, ਅਸੀਂ ਗਿੱਧਾ ਟੀਮ ਦੇ ਵਿੱਚ ਸੀਗੇ ਜੀ। ਤੇ ਮੇਰੀ ਫਰੈਂਡ ਸੀਗੀ ਖੁਸ਼, ਗੁਰਵਿੰਦਰ, ਮੇਰੇ ਤੋਂ ਸੀਨੀਅਰ ਕੁੜੀਆਂ ਸੀਗੀਆਂ, ਬਟ ਮੇਰੀਆਂ ਚੰਗੀਆਂ ਦੋਸਤ ਸੀਗੀਆਂ, ਜਗਦੀਪ ਦੀਦੀ। ਉਹ ਮੈਨੂੰ ਲਾਈਕ ਜਲੰਧਰ ਲੈ ਕੇ ਗਏ। ਉੱਥੇ ਉਹਨਾਂ ਕੋਲ ਗੱਡੀ ਸੀਗੀ, ਤੇ ਉਹ ਮੈਨੂੰ ਆਡੀਸ਼ਨ ਕਲੀਅਰ ਕਰਾ, ਜਲੰਧਰ ਦਾ ਵੀ ਹੋ ਗਿਆ ਆਡੀਸ਼ਨ। ਹੁਣ ਚੰਡੀਗੜ੍ਹ ਦਾ ਸਿਆਪਾ ਸੀਗਾ ਕਿ ਚੰਡੀਗੜ੍ਹ ਕਿਵੇਂ ਜਾਣਾ ਹੈ। ਦੈਨ ਮੈਂ ਪਿੰਡ ਮੰਮਾ ਨਾਲ ਡਿਸਕਸ ਕੀਤਾ ਕਿ ਲਾਈਕ ਤੁਸੀਂ ਬਹਾਨਾ ਲਾ ਦਿਓ ਘਰ ਵੀ ਆਪਾਂ ਚੰਡੀਗੜ੍ਹ ਜਾਣਾ ਆ, ਤੁਸੀਂ ਕਿਸੇ ਕੰਮ ਲਈ ਜਾਣਾ ਆ, ਹੈ, ਤੇ ਮੈਂ ਤੁਹਾਡੇ ਨਾਲ ਚੱਲ ਜੂੰਗੀ। ਤੇ ਮੰਮਾ ਮੈਨੂੰ ਥੋੜ੍ਹਾ ਕੋਆਪਰੇਟ ਕਰਦੇ ਸੀਗੇ, ਹੈ ਨਾ। ਤੇ ਮੈਨੂੰ ਉਹ ਚੰਡੀਗੜ੍ਹ ਲੈ ਕੇ ਗਏ। ਫਿਰ ਉਹ ਸਾਡੇ ਇੱਥੇ ਕਵਲਵੀਰ ਜੀ ਆ, ਉਹਨਾਂ ਦੇ ਘਰੇ ਅਸੀਂ ਰੁਕੇ ਸੀਗੇ, ਡੇਰਾ ਬਸੀ, ਤੇ ਕਮਲ ਹੁਣਾਂ ਦੇ ਘਰੇ। ਤੇ ਫਿਰ ਉਦੋਂ ਚੰਡੀਗੜ੍ਹ ਵਾਲਾ ਕੰਟੈਸਟ ਵੀ ਜਿੱਤ ਗਈ। ਮੰਮੀ ਮੈਨੂੰ ਕਹਿੰਦੇ ਬਸ ਹੁਣ ਨਹੀਂ ਅੱਗੇ। ਮੈਂ ਕਿਹਾ ਮੰਮੀ ਐ ਕਿਵੇਂ ਕਿ ਅੱਗੇ ਕਿਉਂ ਨਹੀਂ, ਮੈਨੂੰ ਲੁਧਿਆਣੇ ਜਾਣਾ ਆ, ਹੁਣ ਇੱਥੋਂ ਤੱਕ ਆ ਗਈ ਹਾਂ ਤੇ ਇੱਥੋਂ ਤੱਕ ਤੇ ਜਾਣ ਦਿਓ। ਕਹਿੰਦੇ ਤੂੰ ਮੈਨੂੰ ਘਰੋਂ ਕਢਾਏਂਗੀ। ਤੇ ਮਤਲਬ ਸਭ, ਬਿਕਾਜ਼ ਮੇਰੀ ਦਾਦੀ ਮਾਂ ਵੀ ਥੋੜੇ ਜਿਹੇ ਸਟ੍ਰਿਕਟ ਸੀਗੇ, ਐਂਡ ਘਰ ਦੇ ਵਿੱਚ ਇਹ ਸੀਗਾ ਵੀ ਇਹ ਕੰਮਾਂ ਦੇ ਵਿੱਚ ਨਹੀਂ ਜਾਣਾ। ਜਿਵੇਂ ਤੇ ਮੇਰੀ ਮੰਮਾ ਨੇ ਬਹਾਨਾ ਲਾਇਆ ਵੀ ਲਾਈਕ ਮੇਰੀ ਤਬੀਅਤ ਠੀਕ ਨਹੀਂ ਆ, ਆਪਾਂ ਉੱਥੋਂ ਲੁਧਿਆਣੇ ਗਏ, ਲੁਧਿਆਣੇ ਵੀ ਜਿੱਤ ਗਈ। ਅੱਛਾ। ਤੇ ਜਦੋਂ ਮੈਂ ਲੁਧਿਆਣੇ ਜਿੱਤ ਗਈ, ਉਹ ਆ ਗਿਆ ਟੀਵੀ ਦੇ ਵਿੱਚ, ਤੇ ਘਰ ਦੇ ਸਾਰਿਆਂ ਨੂੰ ਪਤਾ ਲੱਗ ਗਿਆ। ਘਰ ਤੱਕ ਪਹੁੰਚੇ ਮੰਮਾ ਕਹਿੰਦੇ ਤੂੰ ਮੈਨੂੰ ਘਰੋਂ ਕਢਾਉਣਾ ਆ, ਲਾਈਕ ਸਾਰਿਆਂ ਦੇ ਮੂੰਹ ਬਣੇ ਹੋਏ ਸੀਗੇ ਲਾਈਕ। ਬਟ ਮੈਂ ਕਿਹਾ ਵੀ ਇੱਥੋਂ ਤੱਕ ਹੀ ਆ, ਮੈਂ ਹੁਣ ਘਰ ਐਕਸਪਲੇਨੇਸ਼ਨਸ ਦੇਵਾਂ। ਮੈਂ ਕਿਹਾ ਵੀ ਇਹ ਕਾਲਜ ਵੱਲੋਂ ਭੇਜਿਆ ਸੀਗਾ, ਤੇ ਕਹਿੰਦੇ ਵੀ ਜੇ ਕਾਲਜ ਵੱਲੋਂ ਭੇਜਿਆ ਵੀ ਸੀਗਾ, ਕੁਛ ਵੀ ਸੀਗਾ, ਤੁਸੀਂ ਝੂਠ ਕਿਉਂ ਬੋਲਿਆ ਘਰੇ, ਹਨਾ। ਤੇ ਮੈਂ ਕਿਹਾ ਤੁਸੀਂ ਆਉਣ ਨਹੀਂ ਦੇਣਾ ਸੀਗਾ, ਤੇ ਨਾਲੇ ਮੰਮਾ ਨੂੰ ਵੀ ਝਿੜਕਾਂ ਪਈਆਂ। ਸੋ ਵਾਟ ਐਵਰ ਇਟ ਇਜ਼, ਲਾਈਕ ਇਹ ਇੱਕ ਬੜੀ ਡਿਫਿਕਲਟ ਜੀ ਜਰਨੀ ਸੀਗੀ, ਘਰੋਂ ਬਾਹਰ ਕਿਸ ਤਰੀਕੇ ਦੇ ਨਾਲ ਜਾਣਾ ਆਉਣਾ, ਹਨਾ। ਫਿਰ ਫਿਲਮ ਮਿਲ ਗਈ ਉੱਥੋਂ, ਗੱਭਰੂ ਦੇਸ਼ ਪੰਜਾਬ ਦੇ ਜੀ। ਔਰ ਕਿਉਂਕਿ ਮੇਰਾ
ਜਿਹੜਾ ਜੱਜ ਕੀਤਾ ਸੀਗਾ ਉਹ ਪ੍ਰੋਗਰਾਮ ਉਹ ਗੁਰਸੇਵਕ ਮਾਨ ਜੀ ਨੇ ਜੱਜ ਕੀਤਾ ਸੀਗਾ। ਐਂਡ ਜਿਹੜੀ ਇਹ ਫਿਲਮ ਸੀਗੀ ਚੰਦ ਪਰਦੇਸੀ ਦੇ ਪ੍ਰੋਡਿਊਸਰ ਸੀਗੇ ਔਰ ਇਹ 'ਚ ਹੀਰੋ ਗੁਰਸੇਵਕ ਮਾਨ ਤੇ ਪਰਮਿੰਦਰ ਡੂਮਸ਼ੇਰੀ ਸੀਗੇ ਔਰ ਦਾਰਾ ਜੀ ਨੇ ਮੇਰੇ ਗ੍ਰੈਂਡਫਾਦਰ ਦਾ ਰੋਲ ਕੀਤਾ ਸੀਗਾ ਇਸ ਫਿਲਮ 'ਚ ਤੇ ਗੁੱਗੂ ਗਿੱਲ ਜੀ ਸੀਗੇ। ਜੀ। ਹੁਣ ਇਹ ਫਿਲਮ ਦੀ ਸ਼ੂਟਿੰਗ 1 ਮਹੀਨਾ ਸੀਗੀ ਚੰਡੀਗੜ੍ਹ। ਘਰੇ ਕੀ ਕਹਿਣਾ ਸੀਗਾ ਕਿ ਆ ਵੀ ਕੋਰਸ ਕਰਨਾ ਆ ਕੋਈ। ਅੱਛਾ। ਓਕੇ। ਐਂਡ ਸਾਡੇ ਸ਼ਹਿਰ ਵਾਲੇ ਘਰ 'ਚ ਨਾ 에ਅਰ ਫੋਰਸ ਦੇ ਕੋਈ ਰੈਂਟ ਤੇ ਰਹਿੰਦੇ ਸੀਗੇ ਤੇ ਉਹ ਆਂਟੀ ਨੂੰ ਮੰਮਾ ਨੇ ਕਿਹਾ ਵੀ ਜਦੋਂ ਨਹੀਂ ਮੰਨਦੀ ਤੇ ਤੁਸੀਂ ਨਾਲ ਚੱਲ ਜਾਓ ਤੇ ਉਹ ਆਏ ਤੇ 1 ਮਹੀਨਾ ਮੈਂ ਸ਼ੂਟਿੰਗ ਕੀਤੀ ਇਸ ਹਿਸਾਬ ਨਾਲ। ਫਿਰ ਹੌਲੀ ਹੌਲੀ ਲਾਈਕ ਦਾਰਾ ਜੀ ਨੇ ਕਿਹਾ ਕਿ ਜੇ ਤੇ ਸੱਚੀ ਮੁੱਚੀ ਫਿਲਮਾਂ 'ਚ ਕੰਮ ਕਰਨਾ ਆ ਹਨਾ ਤੇ ਮੰਮਾ ਨੂੰ ਮਿਲੇ ਸੀਗੇ ਤੇ ਫਿਰ ਤੁਸੀਂ ਇਹਨੂੰ ਬੰਬੇ ਭੇਜੋ ਤੇ ਮੰਮੀ ਕਹਿੰਦੇ ਵੀ ਬੰਬੇ ਤੇ ਕਿਸੇ ਨੇ ਨਹੀਂ ਮੰਨਣਾ। ਫਿਰ ਮੰਮਾ ਨੇ ਜੋ ਵੀ ਆਪ ਸਟੈਂਡ ਲੈ ਕੇ ਥੋੜਾ ਜਿਹਾ ਮੇਰੀ ਹੈਲਪ ਕੀਤੀ ਐ ਮੈਨੂੰ ਬੰਬੇ ਭੇਜਿਆ ਦਾਰਾ ਜੀ ਦੇ ਘਰੇ ਐਂਡ ਦੈਨ ਮੈਂ ਉੱਥੇ ਐਕਟਿੰਗ ਸਕੂਲ ਜੁਆਇਨ ਕੀਤਾ ਕਿਸ਼ੋਰ ਨਮਿਤ ਕਪੂਰ ਐਂਡ ਦੈਨ ਕੀਪ ਔਨ ਲਾਈਕ ਜਰਨੀ ਚੱਲਦੀ ਰਹੀ। ਬਿਲਕੁਲ ਉਹ ਜਰਨੀ ਤੁਹਾਡੀ ਬਹੁਤ ਸੋਹਣੀ ਚੱਲ ਰਹੀ ਹੈ। ਸੋ ਇੱਥੇ ਨਾ ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਕੋਲੋਂ ਸੋਹਣੇ ਮੈਮ ਜਾਣਨਾ ਚਾਹਾਂਗੀ। ਬਾਲੀਵੁੱਡ ਦੇ ਵਿੱਚ ਹਰ ਕੋਈ ਜਾਣਾ ਚਾਹੁੰਦਾ ਹੈ ਪਰ ਜਦੋਂ ਤੁਹਾਨੂੰ ਬਾਲੀਵੁੱਡ ਫਿਲਮ ਮਿਲੀ ਤਾਂ ਉਹਦਾ ਕਿੱਸਾ ਬੜਾ ਅਲੱਗ ਸੀ। ਉਹ ਕਿਵੇਂ ਮਿਲੀ ਸੀ? ਮੈਂ ਚਾਹੁੰਦੀ ਉਹਦੇ ਬਾਰੇ ਥੋੜ੍ਹਾ ਜਿਹਾ ਆਡੀਅנס ਨੂੰ ਜ਼ਰੂਰ ਦੱਸੋ ਕਿ ਕਿਸੇ ਬੜੇ ਆਡੀਸ਼ਨਸ ਦਿੰਦੇ ਆ ਲਾਈਨਾਂ 'ਚ ਲੱਗਦੇ ਆ ਲਿੰਕਸ ਲੱਭਦੇ ਆ ਕਿ ਹਾਂ ਕਿਤੇ ਕੋਈ ਚਾਂਸ ਮਿਲ ਜੇ ਕਿਤੇ ਕੋਈ ਆਡੀਸ਼ਨ ਮਿਲ ਜੇ ਪਰ ਕਹਿੰਦੇ ਨੇ ਕਿ ਜੋ ਜਿਹਦੀ ਕਿਸਮਤ ਦੇ ਵਿੱਚ ਆ ਉਹਨੂੰ ਮਿਲ ਹੀ ਜਾਂਦਾ ਹੈ ਤੇ ਤੁਹਾਨੂੰ ਬੜੇ ਅਲੱਗ ਜਿਹੇ ਤਰੀਕੇ ਨਾਲ ਫਿਲਮ ਮਿਲੀ ਸੀ। ਯਾ ਸਹੀ ਕਹਿ ਰਹੇ ਹੋ ਤੁਸੀਂ ਬਟ ਐਕਚੁਅਲੀ ਨਾ ਬਾਲੀਵੁੱਡ ਦੇ ਵਿੱਚ ਕੰਮ ਮਿਲਣਾ ਬਹੁਤ ਡਿਫਿਕਲਟ ਆ। ਸਾਡਾ ਇੱਕ ਜਿਮ ਸੀਗਾ 48 ਫਿਟਨੈਸ ਆਈ ਬਿਲੀਵ ਉੱਥੇ ਸਾਰੇ ਹੀ ਜਾਂਦੇ ਆ ਜਿਮ ਬਹੁਤ ਵਧੀਆ ਜਿਮ ਆ ਲੋਖਨਵਾਲਾ 'ਚ ਸੀਗਾ ਤੇ ਸੋਨੂ ਭਾਜੀ ਵੀ ਉੱਥੇ ਹੀ ਹੁੰਦੇ ਸੀਗੇ। ਸਾਡਾ ਪੰਜਾਬ ਵਾਲਿਆਂ ਦਾ ਆਪਣਾ ਇੱਕ ਸਰਕਲ ਸੀਗਾ ਆਪਾਂ ਜਿਮ ਜਾਣਾ ਸਾਰਿਆਂ ਨੇ ਗੱਲਾਂ ਬਾਤਾਂ ਮਾਰਨੀਆਂ ਵੀ ਕੀ ਹੋਣ ਡਿਆ ਕੀ ਨਹੀਂ ਬਟ ਮੈਂ ਕਹਿੰਦੀ ਹਾਂ ਕਿ ਪੰਜਾਬ ਦੇ ਜਿੰਨੇ ਵੀ ਲੋਕੀ ਇੱਥੋਂ ਜਾਂਦੇ ਜਿਵੇਂ ਸੋਨੂ ਸੂਦ ਭਾਜੀ ਹੋ ਗਏ ਹੋਰ ਵੀ ਜਿੰਨੇ ਵੀ ਆ ਸਾਰੇ ਬੜੀ ਹੈਲਪਫੁਲ ਆ। ਪੰਜਾਬ ਵਾਲਿਆਂ ਦੀ ਖਾਸ ਕਰਕੇ ਬਹੁਤ ਹੈਲਪ ਕਰਦੇ ਮੈਨੂੰ ਕਹਿਣਾ ਚੱਲ ਤੂੰ ਸਾਊਥ 'ਚ ਫਿਲਮ ਕਰਨੀ ਚੱਲ ਮੈਂ ਤੈਨੂੰ ਰਿਕਮੈਂਡ ਕਰ ਦੇਣਾ ਥੋੜ੍ਹੀ ਬਹੁਤਾ ਐਵੇਂ ਹੁੰਦਾ ਰਹਿੰਦਾ ਸੀਗਾ ਹੈ ਨਾ। ਤੇ ਮੈਂ ਉਹ ਜਿਮ 'ਚ ਇੱਕ ਦਿਨ ਗੱਲਾਂ ਮਾਰਨ ਲਈ ਸੀਗੀ ਜਿਮ ਕਰਕੇ ਉਹ ਕੈਫੇ ਵਾਲੇ ਦੇ ਨਾਲ ਯੂ ਨੋ ਸਾਡੀ ਹੁਣ ਹਿੰਦੀ ਦੇ ਵਿੱਚ ਪੰਜਾਬੀ ਆਉਂਦੀ ਹੈ ਮਿਕਸ ਜੀ ਇੰਟਰਮਿਕਸ ਜੀ ਮੈਂ ਉਹਨੂੰ ਕਹਿਣ ਡਈ ਹਾਂ ਕੁਛ ਤੇ ਮੇਰੇ ਪਿਛਲੇ ਬੰਨੇ ਹਿਮੇਸ਼ ਸ਼ਮਿਆ ਦੇ ਵਾਈਫ ਚੇਅਰ ਦੇ ਉੱਤੇ ਬੈਠੇ ਕੁਛ ਆਈ ਥਿੰਕ ਪ੍ਰੋਟੀਨ ਸ਼ੇਕ ਪੀ ਰਹੇ ਹੋਣੇ ਆ ਤੇ ਉਹਨਾਂ ਨੇ ਨਾ ਮੇਰੀ ਆਵਾਜ਼ ਸੁਣ ਕੇ ਮੇਰੀ ਗੱਲਾਂ ਸੁਣ ਕੇ ਤੇ ਉਹਨਾਂ ਨੇ ਮੈਨੂੰ ਪਿੱਛੇ ਮੁੜ ਕੇ ਆਇਆ ਦੇਖਿਆ ਐਂਡ ਸ਼ੀ ਹੱਸਣ ਲੱਗ ਪਏ ਲਾਈਕ ਦ ਵੇ ਸ਼ੀ ਵਾਜ਼ ਲਾਫਿੰਗ ਐਂਡ ਉਹਨਾਂ ਨੇ ਮੈਨੂੰ ਦੇਖਿਆ ਫਿਰ ਉਹ ਚਲੇ ਗਏ ਹੈ ਨਾ। ਤੇ ਅਗਲੇ ਦਿਨ ਮੈਂ ਲੇਟ ਆਈ ਜਿਮ ਤੇ ਉਹ ਮੈਨੂੰ ਜਿਮ 'ਚ ਲੱਭਦੇ ਫਿਰਨ ਵੀ ਉਹ ਲੜਕੀ ਕਹਾਂ ਹੈ ਤੇ ਜਦੋਂ ਬਾਹਰ ਨਿਕਲ ਰਹੇ ਸੀਗੇ ਮੈਂ ਐਂਟਰ ਕਰ ਰਹੀ ਉਹ ਮੈਨੂੰ ਕਹਿੰਦੇ ਰੁਕੋ ਤੂੰ ਫਿਲਮ ਕਰਨੀ ਹੈ ਤੇ ਮੈਂ ਕਿਹਾ ਵੀ ਹਾਂ ਫਿਲਮ ਤੇ ਹਾਂ ਕਰਨੀ ਫਿਲਮਾਂ ਵਾਸਤੇ ਹੀ ਇੱਥੇ ਆਪਾਂ ਤੇ ਕਹਿੰਦੇ ਵੀ ਨੰਬਰ 2 ਆਪਣਾ ਨੰਬਰ ਲਿਆ ਤੇ ਮੈਨੂੰ ਕਹਿੰਦੇ ਵੀ ਆਡੀਸ਼ਨ ਵਾਸਤੇ ਕਦੋਂ ਆ ਜਾਓਗੇ ਤੁਸੀਂ ਤੇ ਮੈਂ ਕਿਹਾ ਵੀ ਜਦੋਂ ਸੱਦੋਗੇ ਕੱਲ ਆ ਜਾਊਂਗੀ ਹੈ ਨਾ। ਤੇ ਮੈਂ ਫਿਰ ਕਹਿੰਦੇ ਠੀਕ ਆ ਤੇ ਮੈਨੂੰ ਐਵੇਂ ਲੱਗਦਾ ਨਹੀਂ ਸੀਗਾ ਕਿ ਫਿਲਮ ਮੈਨੂੰ ਮਿਲੂਗੀ ਕੀ ਹਿਸਾਬ ਤਾਂ ਬਿਕਾਜ਼ ਆਪਾਂ ਇੰਨਾ ਬੰਬੇ 'ਚ ਏਡੀ ਛੇਤੀ ਕੁਛ ਹੁੰਦਾ ਤੇ ਹੈ ਨਹੀਂ ਉਹੀ ਚੀਜ਼ ਹੈ ਬਿਲਕੁਲ। ਤੇ ਮੈਂ ਨਾ ਬੜੇ ਸਿੰਪਲ ਜਿਹੇ ਤਰੀਕੇ ਦੇ ਨਾਲ ਘਰ ਗਈ ਔਰ ਅਗਲੇ ਦਿਨ ਮੈਂ ਐਵੇਂ ਸੂਟ ਜਿਹਾ ਆਪਣਾ ਸਿੰਪਲ ਜਿਹੜਾ ਪਾ ਕੇ ਚਲੇਗੀ ਵੀ ਇੰਨਾ ਤਿਆਰ ਸ਼ਿਆਰ ਹੋ ਕੇ ਨਹੀਂ ਗਈ ਕਿ ਮੈਨੂੰ ਪਤਾ ਹੀ ਵੀ ਐਵੇਂ ਗੱਲਾਂ ਬਾਤਾਂ ਮਾਰ ਕੇ ਭੇਜ ਦੇਣਾ ਮਿਲਣੀ ਮੁਲਣੀ ਤੇ ਕੀ ਪਤਾ ਮਿਲੇ ਨਾ ਮਿਲੇ ਹੈ ਨਾ। ਮੈਂ ਗਈ ਉੱਥੇ ਐਂ ਜਾ ਕੇ ਬਹਿ ਗਈ ਤੇ ਉਹ ਮੇਰੇ ਨਾਲ ਗੱਲਾਂ ਕਰਦੇ ਰਹੇ ਵੀ ਆਪ ਕਹਾਂ ਸੇ ਹੋ ਕਿਆ ਹੈ ਕਿਆ ਨਹੀਂ ਤੇ ਕੀਤੀਆਂ ਤੇ ਬਾਅਦ 'ਚ ਮੈਂ ਕਿਹਾ ਵੀ ਆਡੀਸ਼ਨ ਤੇ ਉਹਨਾਂ ਨੇ ਕੋਈ ਨਾ ਹਿਡਨ ਕੈਮਰਾ ਕਿਤੇ ਰੱਖਿਆ ਸੀਗਾ ਤੇ ਉਹ ਕਹਿੰਦੇ ਆਡੀਸ਼ਨ ਹੋ ਗਿਆ ਤੁਹਾਡਾ। ਅੱਛਾ ਓਕੇ। ਕਹਿੰਦੇ ਵੀ ਸਾਡੀ ਫਿਲਮ ਦੇ ਵਿੱਚ ਕਰੈਕਟਰ ਹੀ ਇਹੋ ਜਿਹਾ ਆ ਜਿਹੋ ਜਿਹੇ ਤੁਸੀਂ ਹੋ ਨੈਚੁਰਲ ਸੋ ਸ਼ੀ ਸੈਡ ਕਿ ਸਾਨੂੰ ਹੀਰ ਚਾਹੀਦੀ ਸੀਗੀ ਸਾਡੀ ਤੇ ਬੜੀ ਇਨੋਸੈਂਟਲੀ ਜਿਹੜਾ ਬੋਲਣਾ ਇਹ ਹੀ ਪੰਜਾਬੀ ਇਸੇ ਤਰੀਕੇ ਨਾਲ ਸਾਨੂੰ ਤੁਸੀਂ ਚਾਹੀਦੇ ਹੋ ਬਸ ਐਂਡ ਤੁਸੀਂ ਚੇਂਜ ਨਹੀਂ ਹੋਣਾ ਬਿਲਕੁਲ ਵੀ ਲਾਈਕ ਉਹ ਕਾਫੀ ਦੇਰ ਤੋਂ ਆਡੀਸ਼ਨਸ ਕਰ ਰਹੇ ਸੀਗੇ ਸ਼ਾਇਦ ਉਹਨਾਂ ਨੂੰ ਨਹੀਂ ਲੱਭ ਰਹੀ ਸੀਗੀ ਕੁੜੀ ਤੇ ਫਿਰ ਉਹਨਾਂ ਨੇ ਮੇਰੇ ਨਾਲ 3 ਫਿਲਮਾਂ ਦਾ ਕੰਟਰੈਕਟ ਸਾਈਨ ਕਰ ਲਿਆ ਉਸੇ ਦਿਨ ਐਂਡ ਆਈ ਵਾਸ ਸ਼ੌਕਡ ਐਂਡ ਮੈਨੂੰ ਚੈੱਕ ਦੇ ਦਿੱਤਾ ਤੇ ਕਹਿੰਦੇ ਕਿੰਨੇ ਪੈਸੇ ਲੈਣੇ ਮੈਂ ਕਿਹਾ ਜਿੰਨੇ ਦੇਣੇ ਦੇ ਦਿਓ ਵੀ ਉਦੋਂ ਐਕਸਪੈਕਟੇਸ਼ਨ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਇੱਕ ਚਾਂਸ ਮਿਲ ਰਿਹਾ ਉੱਥੇ ਤੁਹਾਡੇ ਪੈਸੇ ਮੈਟਰ ਨਹੀਂ ਕਰਦੇ ਹਨਾ ਵੀ ਠੀਕ ਆ। ਉਹਨਾਂ ਨੇ ਮੈਨੂੰ ਜਿੰਨੇ ਵੀ ਦੇਣੇ ਸੀਗੇ ਉਹਨਾਂ ਨੇ ਲਿਖਿਆ ਕੀਤਾ ਤੇ ਆ ਗਏ ਫਿਰ ਮੇਰੀਆਂ ਵਰਕਸ਼ਾਪਸ ਹੋਈਆਂ ਔਰ ਵਧੀਆ ਮਤਲਬ ਦੇ ਆਰ ਵੈਰੀ ਜੈਨੂਇਨ ਪੀਪਲ। ਹਿਮੇਸ਼ ਸਰ ਉਹਨਾਂ ਦੀ ਵਾਈਫ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਵਾਂਗੂ ਰੱਖਿਆ। ਸ਼ੂਟਿੰਗ ਸਾਡੀ ਲੰਡਨ ਸ਼ੂਟਿੰਗ ਹੋਈ ਸਾਰੀ ਹੈ ਨਾ ਜੀ ਉੱਥੇ ਸਾਰਾ ਜੋ ਵੀ ਆ ਉਸ ਤੋਂ ਬਾਅਦ ਪ੍ਰਮੋਸ਼ਨਸ 'ਚ ਰੱਖਿਆ
ਫਿਰ ਐਕਚੁਅਲੀ ਹਿਮੇਸ਼ ਸਰ ਦੀ ਫਿਲਮ ਤੋਂ ਪਹਿਲਾਂ ਮੈਂ ਇੱਕ ਫਿਲਮ ਸਾਈਨ ਕੀਤੀ ਸੀਗੀ ਜਬੜੀਆ ਜੋਰੀ, ਓਕੇ। ਜਿਹੜੀ ਕੱਲ ਬਾਅਦ ਚ ਪਰਿਨੀਤੀ ਚੋਪੜਾ ਨੂੰ ਮਿਲ ਗਈ ਸੀਗੀ। ਉਹ ਅੱਛਾ, ਫਿਲਮ okay. ਤੁਸੀਂ ਸੋਚੋ ਵੀ ਉਸ ਫਿਲਮ ਦੀ ਮੈਂ ਸਾਈਨ ਕੀਤੀ, ਉਹ 1 ਸਾਲ ਰਿਹਰਸਲ ਚੱਲੀ ਉਸ ਫਿਲਮ ਦੀ ਮੇਰੀ। ਔਰ ਉਹ ਪਰਮਹੰਸ ਕ੍ਰਿਏਸ਼ਨਸ ਦੀ ਫਿਲਮ ਸੀਗੀ। ਉਹਦਾ ਵੀ ਆਡੀਸ਼ਨ ਹਿਮੇਸ਼ ਸਰ ਨੂੰ ਕਿਸੇ ਨੇ ਦਿਖਾਇਆ ਸੀਗਾ, ਤੇ ਉੱਤੋਂ ਸੋਨੀਆ ਦੀ ਨੇ ਮੈਨੂੰ ਇੱਥੋਂ ਜਿਮ ਤੋਂ ਲੈ ਲਿਆ, ਐਂਡ ਉਹ 2 ਚੀਜ਼ਾਂ ਦਾ ਕਨੈਕਸ਼ਨ ਹੋ ਗਿਆ। ਐਂਡ ਉਸੇ ਦੌਰਾਨ ਮੈਂ ਰਿਤਿਕ ਰੋਸ਼ਨ ਦੇ ਨਾਲ ਮਰਾਠੀ ਫਿਲਮ ਕੀਤੀ ਸੀਗੀ ਰੁਧਿਆਨਤਰ, ਔਰ ਰਿਤਿਕ ਵਾਲੀ ਫਿਲਮ ਵੀ ਮੈਨੂੰ ਜਿਮ 'ਚ ਹੀ ਮਿਲੀ ਸੀਗੀ। ਓਕੇ। ਐਂਡ ਉਹ ਐਕਚੁਅਲੀ ਮੇਰਾ ਕੋਈ ਫੋਟੋਗ੍ਰਾਫਰ ਜਿੱਤੋਂ ਮੈਂ ਕਿਤੇ ਫੋਟੋ ਸ਼ੂਟ ਕਰਵਾਇਆ ਹੋਣਾ ਆ, ਉਹ ਫੋਟੋ ਵਿਕਰਮ ਫੜਨਿਸ ਜੀ ਕੋ ਪਹੁੰਚੀ ਤੇ ਉਹਨਾਂ ਨੇ ਦੇਖੀ। ਉਹ ਮੈਨੂੰ ਕਹਿੰਦੇ ਵੀ, ਉਹਨਾਂ ਨੂੰ ਕਹਿੰਦੇ ਵੀ ਇਹ ਲੜਕੀ ਮੇਕਅਪ ਕੇ ਬਿਨਾ ਵੀ ਐਸੀ ਦਿਖਤੀ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਆ ਕੇ ਮੈਨੂੰ ਮਿਲ ਜਾਓ। ਤੇ ਮੈਂ ਜਿਮ 'ਚ ਸੀਗੀ, ਮੈਂ ਉਵੇਂ ਹੀ ਚਲੇ ਗਈ, ਜਿਮ ਵਾਲੇ ਕੱਪੜਿਆਂ 'ਚ ਮਿਲ ਗਈ। ਤੇ ਉਹ ਕਹਿੰਦੇ ਓਕੇ ਫਾਈਨ, ਕੱਲ ਫਿਲਮ ਸਿਟੀ ਆ ਜਾਣਾ। ਤੇ ਉਹ ਵੀ ਉਵੇਂ ਹੀ ਕਰ ਲਈ ਮੈਂ, ਤੇ ਇਹ ਵੀ ਐਵੇਂ ਹੀ ਹੋ ਗਈ, ਮੈਂ ਤੁਹਾਨੂੰ ਦੱਸਾਂ। ਸੋ ਮੈਂ ਇਹ ਕਹਿੰਦੀ ਆ ਵੀ ਜੋ ਮੇਰਾ ਐਕਸਪੀਰੀਅੰਸ ਰਿਹਾ ਹੈ ਲਾਈਫ ਦੇ ਵਿੱਚ ਜੀ, ਮੈਂ ਕਦੀ ਕਿਸੇ ਚੀਜ਼ ਦੇ ਪਿੱਛੇ ਭੱਜੀ ਉਹ ਚੀਜ਼ ਮੈਨੂੰ ਕਦੀ ਨਹੀਂ ਮਿਲੀ। ਜਿਹੜੀ ਚੀਜ਼ ਮੈਂ ਲਾਈਟਲੀ ਲਈ ਹੈ ਨਾ ਲਾਈਫ ਵਿੱਚ, ਲਾਈਕ ਮੈਂ ਜ਼ਰੂਰ ਐਕਟਰੈਸ ਬਣਨਾ ਚਾਹੁੰਦੀ ਹਾਂ, ਬਟ ਮੈਨੂੰ ਇੰਨਾ ਨਹੀਂ ਸੀਗਾ ਕਿ ਹਾਂ ਮੈਂ ਇੰਨੀ ਡੈਸਪਰੇਟ ਨਹੀਂ ਸੀਗੀ ਉਸ ਚੀਜ਼ ਨੂੰ ਲੈ ਕੇ, ਹੈ ਨਾ। ਮੈਂ ਲਿਮਕਾ ਫਰੈਸ਼ ਫੇਸ ਪੰਜਾਬ ਨੂੰ ਵੀ ਲੈ ਕੇ ਇੰਨੀ ਜ਼ਿਆਦਾ ਡੈਸਪਰੇਟ ਨਹੀਂ ਸੀਗੀ। ਮੈਂ ਤੇ ਡਰਦਿਆਂ ਕੀਤਾ ਸੀਗਾ ਕਿ ਹੋ ਜਾਊਗਾ ਹਨਾ, ਵੀ ਇੰਨੀ ਕੋਈ ਘਰਦਿਆਂ ਦੀ ਸਪੋਰਟ ਵੀ ਨਹੀਂ ਸੀਗੀ, ਇੰਨੇ ਸੋਹਣੇ ਕੱਪੜੇ ਵੀ ਨਹੀਂ ਸੀਗੇ, ਹਨਾ, ਵੀ ਸਾਰੀਆਂ ਚੀਜ਼ਾਂ ਹੁੰਦੀਆਂ ਜਿਵੇਂ ਘਰੋਂ ਹੁੰਦਾ ਨਾ ਵੀ ਸਾਰਾ ਕੁਝ ਦਿੰਦੇ ਆ, ਵੀ ਮਾਂ ਪਿਓ ਨੂੰ ਵੀ ਬੜਾ ਸ਼ੌਂਕ ਹੁੰਦਾ ਵੀ ਸਾਡਾ ਬੱਚਾ ਚੱਲਿਆ। ਮੇਰੀ ਮਾਂ ਨੂੰ ਤੇ ਵਿਚਾਰੀ ਨੂੰ ਡਰ ਬਹੁਤ ਲੱਗ ਰਿਹਾ ਸੀਗਾ। ਐਂਡ ਮੇਰੇ ਮੰਮਾ ਤੇ ਐਕਚੁਅਲੀ ਪਿੰਡ ਦੇ ਰਹਿਣ ਵਾਲੇ, ਸ਼ੀ ਇਜ਼ ਅ ਵੈਰੀ ਸਿੰਪਲ ਲੇਡੀ। ਉਹਨਾਂ ਨੂੰ ਇੰਨਾ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਮੈਨੂੰ ਤਿਆਰ ਕਰਨਾ ਆ, ਜਾਂ ਉਹਨਾਂ ਨੇ ਵਿਚਾਰਿਆਂ ਨੇ ਆਪ ਨਹੀਂ ਕਦੀ ਮੇਕਅਪ ਕੀਤਾ, ਤੇ ਉਹਨਾਂ ਨੇ ਮੇਰਾ ਮੇਕਅਪ ਕੀ ਕਰਨਾ ਸੀਗਾ। ਤੇ ਮੈਨੂੰ ਮੇਕਅਪ ਕਰਨਾ ਆਉਂਦਾ ਨਹੀਂ ਸੀਗਾ, ਮੇਰੀਆਂ ਦੀਦੀਆਂ ਨੇ ਕੀਤਾ ਸੀਗਾ। ਉਹੀ ਜੋ ਥੋੜੀ ਬਹੁਤੀ ਲਿਪਸਟਿਕ ਲਾ ਲਈ, ਪਾਊਡਰ ਲਾ ਲਿਆ, ਉਸੇ ਤਰੀਕੇ ਦੇ ਨਾਲ ਮੈਂ ਕਹਿੰਦੀ ਆ ਵੀ ਮੈਂ ਕੰਟੈਸਟ ਜਿੱਤੇ ਆ। ਬਿਲਕੁਲ। ਐਂਡ ਉਸੇ ਤਰੀਕੇ ਦੇ ਨਾਲ ਆ ਬੰਬੇ ਦਾ ਸਫ਼ਰ ਰਹਿ ਗਿਆ। ਬਿਲਕੁਲ, ਤੁਹਾਡੀ ਦੇਖੋ ਜਰਨੀ ਕਿੱਥੋਂ ਦੀ ਕਿੱਥੇ ਚਲੇਗੀ। ਜਿਵੇਂ ਪਹਿਲਾਂ ਵੀ ਕਿਹਾ ਕਿ ਕਈ ਵਾਰ ਬੜੇ ਆਡੀਸ਼ਨਸ ਨੇ, ਲਿੰਕ ਲੱਭਦੇ ਆ, ਬਟ ਤੁਹਾਡੇ ਕੋਲੋਂ ਕਿਸਮਤ ਸੀ ਬੈਠੇ ਬਿਠਾਏ ਇੱਕ ਨਹੀਂ ਦੋ ਨਹੀਂ ਇਕੱਠੇ 3 ਫਿਲਮਾਂ ਤੁਸੀਂ ਇੱਕ ਦਿਨ ਸਾਈਨ ਕੀਤੀਆਂ। ਸੋ ਜਿਵੇਂ ਸੋਨੀਆ ਮੈਮ, ਤੁਸੀਂ ਅਲੱਗ-ਅਲੱਗ ਸਿਨੇਮਾ ਦੇ ਵਿੱਚ ਕੰਮ ਕੀਤਾ, ਅਲੱਗ-ਅਲੱਗ ਇੰਡਸਟਰੀ ਦੇ ਵਿੱਚ ਕੰਮ ਕੀਤਾ। ਪੰਜਾਬੀ ਸਿਨੇਮਾ ਦੇ ਵਿੱਚ ਤੁਸੀਂ ਬੜਾ ਬੇਬਾਕੀ ਨਾਲ ਹਮੇਸ਼ਾ ਬੋਲਦੇ ਹੋ ਕਿ ਇੱਥੇ ਕੁੜੀਆਂ ਨੂੰ ਓਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਜਿੰਨੀ ਮੁੰਡਿਆਂ ਨੂੰ ਮਿਲਦੀ ਆ। ਸੋ ਤੁਹਾਡਾ ਅਲੱਗ-ਅਲੱਗ ਜਗ੍ਹਾ ਤੇ ਐਕਸਪੀਰੀਅੰਸ ਰਿਹਾ, ਸਭ ਤੋਂ ਵਧੀਆ ਕਿੱਥੇ ਐਕਸਪੀਰੀਅੰਸ ਸੀ, ਕਿੱਥੇ ਤੁਹਾਨੂੰ ਲੱਗਦਾ ਕਿ ਹਾਂ ਸਾਰੀ ਇੰਡਸਟਰੀ ਦੇ ਨਾਲੋਂ ਉੱਥੇ ਜ਼ਿਆਦਾ ਇੰਪੋਰਟੈਂਸ ਮਿਲਦੀ ਆ ਕੁੜੀਆਂ ਨੂੰ ਸਾਊਥ ਦੇ ਵਿੱਚ ਬਹੁਤ ਇੰਪੋਰਟੈਂਸ ਮਿਲਦੀ ਆ। ਸਾਊਥ ਵਿੱਚ ਕੁੜੀਆਂ ਜਿਹੜੀਆਂ ਐਕਟ੍ਰੈਸਸ ਹੁੰਦੀਆਂ, ਉਹਨਾਂ ਦੇ ਮੰਦਿਰ ਵੀ ਬਣਦੇ ਆ, ਬਿਕਾਜ਼ ਉਹ ਕਲਾ ਨੂੰ ਪੂਜਦੇ ਨੇ। ਉੱਥੇ ਇਹੋ ਜਿਹਾ ਸਿਨੇਮਾ ਹੈ ਕਿ ਸਵੇਰੇ 5 ਵਜੇ ਉੱਠ ਕੇ ਵੀ ਫਿਲਮਾਂ ਵੇਖਣ ਲਈ ਜਾਂਦੇ ਨੇ। ਉੱਥੇ ਬਹੁਤ ਰਿਸਪੈਕਟ ਆ ਕੁੜੀਆਂ ਦੀ, ਔਰ ਉੱਥੇ ਕੁੜੀਆਂ ਨੂੰ ਜੈਨੂਇਨਲੀ ਪੇ ਵੀ ਕਰਦੇ ਨੇ। ਸਾਊਥ ਦੀਆਂ ਐਕਟ੍ਰੈਸਸ ਬਹੁਤ ਪੈਸੇ ਕਮਾਉਂਦੀਆਂ ਨੇ, ਔਰ ਬਹੁਤ ਸਾਰੇ ਬ੍ਰਾਂਡਸ ਉਹਨਾਂ ਨੂੰ ਮਿਲਦੇ ਨੇ। ਸੋ ਵਧੀਆ ਇੰਡਸਟਰੀ ਹੈ ਸਾਊਥ ਦੀ। ਔਰ ਇੱਥੇ ਅਸੀਂ ਕਈ ਵਾਰੀ ਗੱਲ ਕਰਦੇ ਹਾਂ, ਜੋ ਇੰਡਸਟਰੀ 'ਚ ਬਹੁਤ ਸਾਰੀ ਗਰਲਸ ਕੰਮ ਕਰ ਰਹੀਆਂ ਨੇ, ਕਹਿੰਦੇ ਬਹੁਤ ਵਾਰ ਤਾਂ ਪੰਜਾਬੀ ਇੰਡਸਟਰੀ 'ਚ ਇਹ ਚੀਜ਼ ਹੁੰਦੀ ਆ ਕਿ ਫਿਲਮ ਸਾਈਨ ਕੀਤੀ ਹੁੰਦੀ ਆ, ਪੇਮੈਂਟ ਵੀ ਆ ਜਾਂਦੀ ਆ, ਬਟ ਉਸ ਤੋਂ ਬਾਅਦ ਰਿਪਲੇਸ ਕਰ ਦਿੱਤਾ ਜਾਂਦਾ ਹੈ। ਤੀਜੇ ਬੰਦੇ ਨੂੰ ਪਤਾ ਲੱਗਦਾ ਫਿਲਮ ਦੀ ਸ਼ੂਟਿੰਗ ਸਟਾਰਟ ਹੋ ਗਈ ਕਿਸੇ ਹੋਰ ਐਕਟਰਸ ਦੇ ਨਾਲ, ਜਾਂ ਰਾਤੋਂ ਰਾਤ ਹੀ ਕਈ ਵਾਰੀ ਕਿਸੇ ਨੂੰ ਕੱਢ ਦਿੱਤਾ ਜਾਂਦਾ ਤੇ ਉਹਦੀ ਜਗ੍ਹਾ ਤੇ ਇੱਕ ਨਵਾਂ ਬੰਦਾ ਸਾਈਨ ਕਰ ਲਿਆ ਜਾਂਦਾ। ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਪੰਜਾਬੀ ਸਿਨੇਮਾ 'ਚ? ਮੇਰੇ ਨਾਲ ਤੇ ਐਵੇਂ ਕਿਸੇ ਨੇ ਕੀਤਾ ਨਹੀਂ, ਮੈਂ ਐਵੇਂ ਕਹਾਂ, ਕਿਉਂਕਿ ਮੈਂ ਤੁਹਾਨੂੰ ਕਿਹਾ ਨਾ, ਮੈਂ ਇੰਨਾ ਸੀਰੀਅਸ ਨਹੀਂ ਲਿਆ ਇੰਡਸਟਰੀ ਨੂੰ ਕਦੀ ਵੀ, ਨਾ ਹੀ ਮੈਂ ਆਪਣੇ ਕੰਮ ਨੂੰ, ਮੈਂ ਲੈਣਾ ਚਾਹੀਦਾ ਆ, ਬੇਸ਼ੱਕ ਲੈਣਾ ਚਾਹੀਦਾ ਆ, ਬਟ ਮੈਨੂੰ ਮਿਲ ਗਿਆ ਕੰਮ। ਲਾਈਕ ਮੈਨੂੰ ਫਿਲਮ ਵੀ ਮਿਲ ਗਈ, ਔਰ ਅਮਿਤੋਜ ਸਰ, ਮੈਂ ਕਹਿੰਦੀ ਮੇਰਾ ਇੰਡਸਟਰੀ, ਪੰਜਾਬੀ ਇੰਡਸਟਰੀ 'ਚ ਵੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਆ, ਕਿਉਂਕਿ ਮੇਰੇ ਨਾਲ ਮੈਂ ਜਿਨ੍ਹਾਂ ਦੇ ਨਾਲ ਕੰਮ ਕੀਤਾ ਉਹ ਲੋਕੀ ਬਹੁਤ ਚੰਗੇ ਸੀਗੇ। ਮੇਰਾ ਜਿਹੜਾ ਸਰਕਲ ਸੀਗਾ, ਮੇਰਾ ਅੱਜ ਵੀ ਜਿਨ੍ਹਾਂ ਦੇ ਨਾਲ ਸਰਕਲ, ਅੱਜ ਮੇਰੀ ਲੌਬੀ, ਕਹਿੰਦੇ ਨਾ ਲੌਬੀ ਸਿਸਟਮ ਆ ਪੰਜਾਬੀ ਇੰਡਸਟਰੀ ਦੇ ਵਿੱਚ, ਮੇਰੀ ਲੌਬੀ ਮਾਨ ਸਾਹਿਬ, ਹਰਭਜਨ ਮਾਨ ਸਾਹਿਬ ਦੇ ਨਾਲ ਸੀਗੀ, ਅਮਿਤੋਜ ਮਾਨ, ਬਾਬੂ ਸਿੰਘ ਮਾਨ। ਸੋ ਇੱਕ ਸਾਡਾ ਇਹ ਫਿਲਮਾਂ ਜੋ ਇਹਨਾਂ ਨੇ ਬਣਾਈਆਂ, ਇਹਨਾਂ ਨੇ ਮੈਨੂੰ ਕਾਸਟ ਕੀਤਾ, ਔਰ ਬਾਈ ਜੀ ਨੇ ਜੋ ਇੱਕ ਵੀਡੀਓ ਹੁਸਨ ਦੀ ਕਲੀ ਬਣਾਈ, ਉਹ 'ਚ ਮੈਨੂੰ ਲਾਂਚ ਕੀਤਾ, ਹਨਾ। ਸੋ ਮੇਰਾ ਪਹਿਲੀ ਫਿਲਮ ਵੀ ਮੈਨੂੰ ਇਸੇ ਤਰੀਕੇ ਨਾਲ ਮਿਲ ਗਈ। ਸੋ ਮੇਰੀ ਇਸ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੋਈ। ਬਟ ਹਾਂ, ਹੁਣ ਮੈਂ ਹੁਣ ਮੈਨੂੰ ਇਹਨਾਂ ਦਾ ਪਤਾ ਨਹੀਂ, ਜਿਹੜਾ ਅੱਜ ਦਾ ਲੋਟ ਕੰਮ ਕਰ ਰਿਹਾ ਆ, ਜਾਂ ਲੌਬੀ ਸਿਸਟਮ ਆ, ਜੋ ਵੀ ਗਰੁੱਪਿਜ਼ਮ ਆ, ਇਹਨਾਂ ਬਾਰੇ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਇਹਨਾਂ ਨਾਲ ਕੰਮ ਨਹੀਂ ਕੀਤਾ। ਮੈਂ ਜਿਨ੍ਹਾਂ ਨਾਲ ਕੰਮ ਕੀਤਾ ਆ, ਉਹਨਾਂ ਨੇ ਤੇ ਵੇਖੋ ਬੱਚਿਆਂ ਨੂੰ ਰੱਖਿਆ, ਰਿਸਪੈਕਟਫੁਲੀ ਕੰਮ ਦਿੱਤਾ ਆ, ਪੇਮੈਂਟ ਟਾਈਮ ਤੇ ਦਿੱਤੀ ਆ, ਸਾਰਾ ਕੁਝ। ਔਰ ਕਈਆਂ ਤੋਂ ਤਾਂ ਤੁਸੀਂ ਰਿਸਪੈਕਟਫੁਲੀ ਪੇਮੈਂਟ ਲੈਂਦੇ ਵੀ ਨਹੀਂ,
ਕਿਉਂਕਿ ਉਹਨਾਂ ਨੇ ਤੁਹਾਨੂੰ ਲਾਂਚ ਕੀਤਾ ਹੁੰਦਾ। ਕਿਉਂਕਿ ਜੀ। ਮੇਰੇ ਵਾਸਤੇ ਜ਼ਿੰਦਗੀ 'ਚ ਪੈਸਾ ਅਹਿਮੀਅਤ ਨਹੀਂ ਰਿਹਾ। ਮੇਰੇ ਵਾਸਤੇ ਇਹ ਜਿਹੜੀ ਫੀਲਡ ਆ ਨਾ, ਮੈਂ ਸ਼ੌਂਕ ਦੇ ਤੌਰ ਤੇ ਕੀਤੀ ਸੀਗੀ। ਜੀ। ਮੈਨੂੰ ਸ਼ੌਂਕ ਸੀਗਾ ਐਕਟਿੰਗ ਕਰਨਾ, ਫਿਲਮਾਂ 'ਚ ਆਉਣਾ। ਇੱਕ ਜਿਵੇਂ ਹੁੰਦਾ ਹੈ ਕੁੜੀਆਂ ਨੂੰ ਸ਼ੌਂਕ, ਸੂਟ ਵਧੀਆ ਵਧੀਆ ਸੋਹਣੇ ਸੋਹਣੇ ਪਾਉਣੇ, ਮੇਕਅਪ ਕਰਨਾ, ਹਨਾ। ਜੀ। ਇਹ ਇੱਕ ਸ਼ੌਂਕ ਸੀਗਾ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਮੈਨੂੰ ਲੱਗਦਾ। ਸੋ ਜੇ ਕੋਈ ਕਹਿੰਦਾ, ਜੇ ਕੋਈ ਇੱਥੇ ਪੈਸੇ ਕਮਾਉਣ ਵਾਸਤੇ ਆ ਰਿਹਾ, ਉਹਦੀ ਆਪਣੀ ਥਿੰਕਿੰਗ ਹੈ। ਮੇਰੀ ਪੈਸੇ ਕਮਾਉਣ ਦੀ ਥਿੰਕਿੰਗ ਨਹੀਂ ਸੀਗੀ ਫਿਲਮ ਇੰਡਸਟਰੀ 'ਚ। ਮੈਂ ਤਾਂ ਉਲਟਾ ਲਾਇਆ ਹੀ ਹੋਊਗਾ ਅੱਜ ਤੱਕ। ਮੇਰੇ ਮੰਮਾ ਕਹਿੰਦੇ ਤੂੰ ਲਾਇਆ ਹੀ ਹੈ, ਤੂੰ ਕਮਾਈ ਨਹੀਂ। ਮਤਲਬ ਆਈ ਐਮ ਨਾਟ ਅ ਬਿਜ਼ਨਸ ਮਾਈਂਡਡ ਗਰਲ। ਮੈਂ 13 ਹੀ ਤੋਲਦੀ ਹਾਂ। ਜੀ। ਸੋ ਮੇਰੇ ਕੋਲ ਨਾ ਛੋਟੇ ਛੋਟੇ ਗੇਮਸ ਨੇ ਤੁਹਾਡੇ ਲਈ, ਉਹਦੇ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਸਵਾਲ ਨੇ, ਉੱਤੇ ਵੀ ਗੱਲ ਜ਼ਰੂਰ ਕਰਾਂਗੇ। ਮੈਂ ਕੁਝ ਨਾਮ ਲਵਾਂਗੀ ਉਹਨਾਂ ਆਰਟਿਸਟਾਂ ਦੇ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਹੋਇਆ ਹੈ, ਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਉਹਨਾਂ ਦਾ ਨਾਮ ਸੁਣਦੇ ਹੀ ਸਭ ਤੋਂ ਪਹਿਲਾਂ ਤੁਹਾਡੇ ਮਾਈਂਡ 'ਚ ਕਿਹੜੀ ਚੀਜ਼ ਆਉਂਦੀ ਹੈ। ਲਖਵਿੰਦਰ ਵਡਾਲੀ। ਵੈਰੀ ਸਵੀਟ ਐਂਡ ਜੈਨੂਇਨ ਪਰਸਨ। ਓਕੇ। ਹਰਭਜਨ ਮਾਨ। ਮੋਸਟ ਹੈਂਡਸਮ ਪਰਸਨ। ਕੌਰ ਗਰੇਵਾਲ ਜੀ। very straightforward Okay. and Sufi. Okay. ਗੁਰਜੈਜ਼। ਗੁਰਜੈਜ਼ ਬਚਪਨਾ ਬਹੁਤ ਹੈ ਉਹਦੇ 'ਚ। ਓਕੇ। ਅੱਛਾ ਠੀਕ ਹੈ, ਕੁਝ ਨਾਮ ਲਵਾਂਗੇ, ਤੁਸੀਂ ਹੁਣ ਉਹ ਦੱਸਣਾ ਕਿ ਅਗਰ ਤੁਹਾਨੂੰ ਮੌਕਾ ਮਿਲੇ, ਤੁਸੀਂ ਸਲਾਹ ਦੇਣੀ ਹੋਵੇ ਇਹਨਾਂ ਆਰਟਿਸਟਾਂ ਨੂੰ, ਤੇ ਕੀ ਤੁਸੀਂ ਸਲਾਹ ਦੇਣਾ ਚਾਹੋਗੇ। ਮਨਕੀਰਤ ਔਲਖ। ਮਨਕੀਰਤ ਨੂੰ ਮੈਂ ਇਹ ਸਲਾਹ ਦਊਂਗੀ ਕਿ ਬਿਨਾਂ ਗੱਲ ਦੀਆਂ ਕੰਟਰੋਵਰਸੀਜ਼ 'ਚ ਨਾ ਪਵੇ। ਠੀਕ ਹੈ ਜੀ, ਜ਼ਰੂਰ, ਇੱਕ ਫਰੈਂਡ ਦੇ ਵੱਲੋਂ ਸਲਾਹ ਹੈ। ਜੋਰਡਨ ਸੰਧੂ। ਜਾਰਡਨ ਸੰਧੂ ਨੂੰ ਮੈਂ ਸਲਾਹ ਇੱਕ ਦੇਣਾ ਚਾਹੂੰਗੀ ਕਿ ਬੰਦੇ ਨੂੰ ਬਦਲਣਾ ਨਹੀਂ ਚਾਹੀਦਾ। ਓਕੇ। ਮਹਿਤਾਬ ਨੂੰ ਕੀ ਸਲਾਹ ਦੇਣਾ ਚਾਹੋਗੇ। ਫੋਕਸ ਕਰਨਾ ਚਾਹੀਦਾ ਉਹਨੂੰ ਕੰਮ ਵੱਲ ਜ਼ਿਆਦਾ। ਠੀਕ ਹੈ, ਵਧੀਆ ਚੀਜ਼ ਹੈ। ਇਸ ਤੋਂ ਅੱਗੇ ਆਪਣੀ ਸੈਕਿੰਡ ਗੇਮ ਤੇ ਚੱਲਦੇ ਹਾਂ। ਕੁਝ ਚੀਜ਼ਾਂ ਜੋ ਤੁਸੀਂ ਲਾਸਟ ਟਾਈਮ ਕਦੋਂ ਕੀਤੀਆਂ, ਲਾਸਟ ਟਾਈਮ ਖੁੱਲ ਕੇ ਭੰਗੜਾ ਕਦੋਂ ਪਾਇਆ ਸੀ। ਥੋੜੇ ਦਿਨ ਪਹਿਲਾਂ ਹੀ ਮੈਂ ਰੀਲ ਬਣਾਉਣ ਦੀ ਹਾਂ ਉਦੋਂ। ਓਕੇ। ਲਾਸਟ ਟਾਈਮ ਬਾਰਗੇਨਿੰਗ ਕਦੋਂ ਕੀਤੀ ਸੀ। ਬਾਰਗਨਿੰਗ ਮੈਂ ਕਰਦੀ ਰਹਿੰਦੀ ਹਾਂ। ਜ਼ਿਆਦਾਤਰ ਮੇਰੀ ਬਾਰਗਨਿੰਗ ਕਿੱਥੇ ਹੁੰਦੀ ਆ, ਕਿੱਥੇ ਹਾਂ ਸੱਚ, ਹਾਂ ਕੱਲ ਹੀ ਤੇ ਮੈਂ ਜਿਮ ਗਈ ਸੀਗੀ ਸਵੇਰੇ, ਤੇ ਉਹ ਰਿਕਸ਼ੇ ਵਾਲਾ ਗਲੀਚੇ ਲੈ ਕੇ ਜਾ ਰਿਹਾ ਸੀਗਾ, ਤੇ ਉਹ 'ਚ ਮੈਨੂੰ ਇੱਕ ਗਲੀਚਾ ਸੋਹਣਾ ਲੱਗ ਗਿਆ, ਤੇ ਉਹ ਮਹਿੰਗਾ ਬਹੁਤ ਦੇ ਰਿਹਾ ਸੀਗਾ, ਤੇ ਮੈਂ ਉਹਨਾਂ ਥੋੜੀ ਬਹੁਤੀ ਬਾਰਗਨਿੰਗ ਕੀਤੀ। ਲਾਈਕ ਐਵੇਂ ਮੈਂ ਕਰਦੀ ਰਹਿੰਦੀ ਹਾਂ। ਅੱਛਾ, ਮੁझे ਚੱਲਦਾ ਹੈ। ਓਕੇ। ਲਾਸਟ ਟਾਈਮ ਲੋਕਲ ਬੱਸ ਤੇ ਸਫ਼ਰ ਕਦੋਂ ਕੀਤਾ ਸੀ। ਬੱਸ ਤੇ ਕਾਫੀ ਮੈਨੂੰ ਯਾਦ ਵੀ ਨਹੀਂ ਗਾ ਕਿ ਬਹੁਤ ਟਾਈਮ ਪਹਿਲਾਂ। ਬਹੁਤ ਮਤਲਬ ਸਕੂਲ 'ਚ ਕੀਤਾ ਹੋਊਗਾ। ਓਕੇ। ਜਦੋਂ ਸਕੂਲ ਟ੍ਰਿਪ 'ਚ ਗਏ ਹੋਵਾਂਗੇ। ਠੀਕ ਹੈ ਜੀ। ਲਾਸਟ ਲੜਾਈ ਕਿਹਦੇ ਨਾਲ ਹੋਈ ਆ। ਲੜਾਈ ਮੇਰੀ ਰੋਜ਼ ਹੀ ਹੁੰਦੀ ਹੈ ਕਿਤੇ ਨਾ ਕਿਤੇ। ਲੜਾਈ ਕਿਹਦੇ ਨਾਲ ਹੋਈ ਸੀਗੀ। ਹਾਂ, ਲੜਾਈ ਕਿਹਦੇ ਨਾਲ ਹੋਈ ਸੀ, ਮਤਲਬ ਕਿਹਦੇ ਰਿਲੇਟਡ ਪੁੱਛ ਰਹੇ ਹੋ। ਕੁਛ ਵੀ, ਚਾਹੇ ਫਨੀ ਅੰਦਾਜ਼ ਦੇ ਵਿੱਚ, ਫਰੈਂਡ ਸਰਕਲ ਦੇ ਵਿੱਚ, ਕਿਸੇ ਚੀਜ਼ ਨੂੰ ਲੈ ਕੇ। ਕਈ ਵਾਰ ਸਾਡੇ ਕਿਸੇ ਨਾਲ ਥਿੰਕਿੰਗ ਨਹੀਂ ਮੈਚ ਹੁੰਦੀ, ਜਾਂ ਕੋਈ ਚੀਜ਼ ਖਰੀਦਣੀ ਹੁੰਦੀ, ਉਸ ਚੀਜ਼ ਨੂੰ ਲੈ ਕੇ ਵੀ ਹੋ ਜਾਂਦੀ ਆ, ਕਿਸੇ ਪੁਆਇੰਟ ਨੂੰ ਲੈ ਕੇ ਵੀ ਹੋ ਜਾਂਦੀ ਆ। ਜਿੰਮੀ ਕਲੇਰ ਦੇ ਨਾਲ। ਓਕੇ। ਕਿਸ ਚੀਜ਼ ਨੂੰ ਲੈ ਕੇ। ਕੁਝ ਗੱਲਾਂ ਆ, ਉਹ ਮੈਨੂੰ ਕਹਿੰਦਾ ਨਾ ਕਰ, ਤੇ ਮੈਂ ਆਪਣੇ ਅਕੋਰਡਿੰਗਲੀ ਚੱਲਦੀ ਹਾਂ, ਕਿਉਂਕਿ ਮੈਂ ਕਿਸੇ ਗਰੁੱਪਿਜ਼ਮ 'ਚ ਨਹੀਂ। ਚਲੋ, ਵਧੀਆ ਚੀਜ਼ ਹੈ। ਓਕੇ। ਲਾਸਟ, ਵਾਟਸ ਔਨ ਯੋਰ ਫੋਨ। ਤੁਹਾਨੂੰ ਮੈਂ ਕੁਝ ਚੀਜ਼ਾਂ ਪੁੱਛਾਂਗੀ, ਤੁਸੀਂ ਦੱਸਣਾ ਕਿ ਤੁਹਾਡੇ ਫੋਨ ਦੇ ਵਿੱਚ ਕੀ ਕੀ ਆ। ਸੋ ਦੇਖਦੇ ਹਾਂ ਕਿ ਕੀ ਖਾਸ ਅੱਜ ਨਿਕਲ ਰਿਹਾ ਹੈ ਸੋਨੇ ਵਾਲੇ ਫੋਨ ਤੇ। ਚਲੋ, ਕੋਸ਼ਿਸ਼ ਕਰਦੇ ਹਾਂ। ਅੱਛਾ, ਸਭ ਤੋਂ ਪਹਿਲਾਂ ਵਾਲਪੇਪਰ ਦਿਖਾ ਦਿਓ ਸਾਡੇ ਆਡੀਅנס ਨੂੰ। ਕਿਹੜਾ ਵਾਲਪੇਪਰ ਤੁਸੀਂ ਲਗਾਇਆ ਹੋਇਆ। ਲਓ ਜੀ। ਅੱਛਾ, ਲਾਸਟ ਕਾਲ ਕਿਹਨਾਂ ਨੂੰ ਡਾਇਲ ਕੀਤੀ ਹੋਈ ਆ। ਤੁਸੀਂ ਮੈਨੂੰ ਦਿਖਾ ਦਿਓ, ਨੰਬਰ ਨਾ ਦਿਖ ਜੇ। ਲਾਸਟ ਐਕਚੁਅਲੀ ਨਾ ਮਮ ਦੀ ਮਿਸਡ ਕਾਲ ਆ, ਤੇ ਮੇਰੀ ਮਾਸੀ ਦੀ ਬੇਟੀ ਨੂੰ ਡੇਂਗੂ ਹੋਇਆ, ਉਹਦਾ ਹੀ ਫੋਨ ਆਇਆ ਸੀਗਾ ਕਿ ਆਮ ਫਾਈਨ। ਠੀਕ ਹੈ। ਲਾਸਟ ਟੈਕਸਟ ਕਿਹਨਾਂ ਨੂੰ ਕੀਤਾ ਹੈ। ਓਕੇ। ਹਾਂ, ਲਾਸਟ ਟੈਕਸਟ ਮੈਂ ਕੀਤਾ ਹੋਇਆ ਆ ਰੇਸ਼ਮ ਨੂੰ। ਮੇਰਾ ਬਹੁਤ ਚੰਗਾ ਦੋਸਤ ਹੈ। ਸਾਡੇ ਪਿੰਡ ਦੇ ਲਾਗੇ ਉਹਦਾ ਪਿੰਡ ਹੈ ਅਦਲੀਵਾਲ। ਉਹ ਇਸ ਟਾਈਮ ਤੇ ਦੁਬਈ ਹੈ, ਤੇ ਉਹਨੂੰ ਮੈਂ ਕਿਹਾ ਵੀ ਉੱਥੋਂ ਮਾਈਕਲ ਕੋਰਸ ਤੋਂ ਮੇਰਾ ਜੁੱਤਾ ਲੈ ਆਈ ਆ ਜੇ ਮਿਲ ਗਿਆ ਤੇ।
ਉਹ ਟੈਕਸਟ ਕੀਤਾ ਹੋਇਆ ਉਹਨੂੰ। ਓਕੇ, ਲਾਸਟ ਫੋਟੋ ਕਿਹੜੀ ਕਲਿੱਕ ਕੀਤੀ ਫੋਨ ਦੇ ਵਿੱਚ ਤੇ ਤੁਸੀਂ ਦਿਖਾ ਸਕਦੇ ਹੋ? ਐਕਚੁਅਲੀ ਨਾ ਹਾਂ ਆ ਜੁੱਤੀਆਂ ਦੀ ਕੀਤੀ ਹੈ, ਜਿਹੜੀ ਮੈਂ ਜੁੱਤੀਆਂ ਪਸੰਦ ਕਰ ਰਹੀ ਸੀਗੀ ਐਕਚੁਅਲੀ। ਹਾਂ ਠੀਕ ਹੈ। ਲਾਸਟ ਇੰਸਟਾ ਪੋਸਟ ਤੁਸੀਂ ਪਾਈ ਹੈ? ਲਾਸਟ ਇੰਸਟਾ ਪੋਸਟ ਲਖਵਿੰਦਰ ਜੀ ਦੇ ਨਾਲ ਹੀ ਕੀਤੀ ਸੀਗੀ। ਉਹ ਸਾਡਾ ਗਾਣਾ ਆਇਆ ਨਾ ਚਾਂਦ, ਤੇ ਅਸੀਂ ਅੰਮ੍ਰਿਤਸਰ ਇਕੱਠੇ ਸੀਗੇ, ਤੇ ਉਹੀ ਆਹੀ ਪਾਈ ਅਸੀਂ ਰੀਲ ਬਣਾਈ ਸੀਗੀ ਮੈਂ ਤੇ ਲਖਵਿੰਦਰ ਜੀ ਨੇ। ਹਾਂ ਉਹੀ ਤੇ ਕਿਹੜਾ Song ਤੁਸੀਂ ਲਾਸਟ ਸੁਣਿਆ ਮੋਬਾਈਲ ਦੇ ਵਿੱਚ ਇਸ ਟਾਈਮ? एक्चुअली चांद बैठा हुआ है मेरे सामने। लखविंदर जी मैंने कहते गाया ना कर तू। अच्छा क्यों? बिकॉज ही थिंक कि आई कांट सिंग। ਓਕੇ, ਸੋ ਜਿਵੇਂ ਅਸੀਂ ਮੈਮ ਤੁਹਾਡੀ ਨਾ ਜਰਨੀ ਦੀ ਗੱਲ ਕੀਤੀ, ਕਿਵੇਂ ਤੁਸੀਂ ਸਟਾਰਟਿੰਗ ਕੀਤੀ, ਫਿਰ ਉਸ ਤੋਂ ਬਾਅਦ ਹੈ ਨਾ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਕੰਮ ਕੀਤਾ, ਆਪਣਾ ਨਾਮ ਬਣਾਇਆ, ਅੱਜ ਹਰ ਪਾਸੇ ਤੁਹਾਨੂੰ ਹਰ ਕੋਈ ਜਾਣਦਾ ਹੈ। ਪਰ ਇੱਥੇ ਨਾ ਮੈਂ ਫਾਰਮ ਆਫ ਪ੍ਰੋਟੈਸਟ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ। ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਵਿੱਚ ਸਭ ਤੋਂ ਵੱਡਾ ਚੇਂਜ ਆਇਆ ਫਾਰਮ ਆਫ ਪ੍ਰੋਟੈਸਟ ਨੂੰ ਲੈ ਕੇ। ਇੱਕ ਲੜਕੀ ਜਿਹੜੀ ਅਦਾਕਾਰੀ ਦੇ ਵਿੱਚ ਕੰਮ ਕਰ ਰਹੀ ਆ, ਅਦਾਕਾਰੀ ਦੇ ਵਿੱਚ ਇੰਨਾ ਨਾਮ ਫੇਮ ਸਭ ਕੁਝ ਆ ਉਹਦੇ ਕੋਲ, ਮੁੰਬਈ ਦੀ ਇੰਨੀ ਅੱਛੀ ਲਾਈਫ ਜੀ ਰਹੀ ਆ, ਪਰ ਉਹ ਸਭ ਕੁਝ ਛੱਡ ਕੇ ਉਹ ਧਰਨੇ ਦੇ ਉੱਪਰ ਜਾ ਕੇ ਲੋਕਾਂ ਦੇ ਵਿੱਚ ਬੈਠ ਜਾਂਦੀ ਆ। ਕੀ ਕਾਰਨ ਸੀ ਉਸ ਚੀਜ਼ ਦਾ? ਪਾਪਾ ਐਕਚੁਅਲੀ ਮੇਰੇ ਫਾਦਰ ਫਾਰਮਰ ਲੀਡਰ ਸੀਗੇ, ਨਾਲ ਕੀਤੀ ਕਿਸਾਨ ਯੂਨੀਅਨ ਉਹਨਾਂ ਦੀ ਜਥੇਬੰਦੀ ਸੀਗੀ, ਔਰ ਮੈਨੂੰ ਇਹ ਸਾਰੀਆਂ ਗੱਲਾਂ ਦਾ ਨਹੀਂ ਪਤਾ ਸੀਗਾ ਫ੍ਰੈਂਕਲੀ ਸਪੀਕਿੰਗ। ਨਾ ਮੈਨੂੰ ਪਤਾ ਸੀ ਜਥੇਬੰਦੀ ਕੀ ਹੁੰਦੀ ਆ, ਬਿਕਾਜ਼ ਮੈਂ ਬੰਬੇ ਰਹੀ। ਪਹਿਲੋਂ ਮੈਂ ਇੱਥੇ ਰਹੀ ਸਕੂਲ, ਉਸ ਤੋਂ ਬਾਅਦ ਮੇਰਾ ਜਿਵੇਂ ਮੈਂ ਦੱਸਿਆ ਮੇਰੀ ਜਰਨੀ ਬੰਬੇ ਲੈ ਗਈ ਮੈਨੂੰ। ਹੈ ਮੈਂ 13 ਸਾਲ ਬੰਬੇ ਜਾ ਕੇ ਉੱਥੇ ਰਹੀ। ਮੈਂ ਇੱਥੇ ਤੇ ਆਈ ਲਾਕਡਾਊਨ 'ਚ ਪਿੰਡ ਸੀਗੇ ਅਸੀਂ, ਔਰ ਸਾਰੇ ਆਪੋ ਆਪਣੇ ਘਰੇ ਆ ਗਏ ਸੀਗੇ। ਉਦੋਂ ਹੀ ਧਰਨਾ ਸਟਾਰਟ ਹੋਇਆ ਸੀਗਾ। ਉਦੋਂ ਸਾਰੇ ਜਾਣੇ ਕਾਫੀ ਫਾਰਮਰ ਸੜਕਾਂ ਦੇ ਉੱਤੇ ਬੈਠੇ ਹੁੰਦੇ ਸੀਗੇ, ਐਂਡ ਮੇਰੇ ਫਾਦਰ ਦੇ ਕੁਝ ਫਰੈਂਡਸ ਬੈਠੇ ਹੁੰਦੇ ਸੀਗੇ ਉੱਥੇ ਧਰਨੇ ਦੇ ਉੱਤੇ, ਹੈ ਨਾ। ਤੇ ਮੈਂ ਇੱਕ ਵਾਰੀ, ਮੈਂ ਪਹਿਲਾਂ ਵੀ ਦੱਸਿਆ, ਮੈਂ ਗੱਡੀ 'ਚ ਜਾ ਰਹੀ ਸੀਗੀ, ਤੇ ਉਹ ਮੈਨੂੰ ਉਹਨਾਂ ਨੂੰ ਦੇਖ ਕੇ ਮੈਂ ਥੱਲੇ ਉਤਰੀ, ਐਂਡ ਮੈਂ ਸਤਿ ਸ਼੍ਰੀ ਅਕਾਲ ਬੁਲਾਈ, ਐਂਡ ਦੈਨ ਉਹਨਾਂ ਨੇ ਮੈਨੂੰ ਦੱਸਿਆ ਵੀ ਕੁਝ ਫਾਰਮਰ ਬਿਲਸ ਆਏ ਨੇ, ਔਰ ਤੈਨੂੰ ਵੀ ਬੋਲਣਾ ਚਾਹੀਦਾ ਆ, ਤੇਰੇ ਪਾਪਾ ਕਰਦੇ ਰਹੇ ਲੋਕਾਂ ਵਾਸਤੇ, ਤੈਨੂੰ ਕਰਨਾ ਚਾਹੀਦਾ। ਦੈਨ ਆਈ ਥੋਟ ਕਿ ਮੈਨੂੰ ਉਦੋਂ, ਜਿੱਦਣ ਮੈਂ ਪਹਿਲੇ ਦਿਨ ਉਤਰੀ, ਉਦੋਂ ਮੈਨੂੰ ਨਹੀਂ ਪਤਾ ਸੀਗਾ ਕਿ ਫਾਰਮਰ ਬਿਲਸ ਕੀ ਨੇ, ਹੈ ਨਾ। ਮੈਂ ਉਤਰੀ ਤੇ ਮੈਂ ਅੰਕਲ ਨੂੰ ਕਿਹਾ ਵੀ ਕੀ ਆ, ਉਹ ਕਹਿੰਦੇ ਵੀ ਕਾਲੇ ਬਿੱਲ ਨਹੀਂ ਚੰਗੇ ਨੇ, ਤੂੰ ਕੁਛ ਬੋਲ ਦੇ ਇੱਥੇ, ਹੈ ਨਾ। ਤੇ ਮੈਂ ਉਦੋਂ, ਮੈਨੂੰ ਬੋਲਣਾ ਵੀ ਨਹੀਂ ਆਉਂਦਾ ਸੀਗਾ ਸੱਚੀ ਦੱਸਾਂ, ਨਾ ਸਪੀਚ ਦੇਣੀ ਆਉਂਦੀ ਸੀਗੀ, ਨਾ ਬੋਲਣਾ ਆਉਂਦਾ ਸੀਗਾ। ਮੈਂ ਸਿਰਫ ਸਟੇਜ ਤੇ ਮੈਂ ਕਹਿ ਤਾ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਲਾਈਕ ਇਹ ਬਿੱਲ ਨਹੀਂ ਵਧੀਆ, ਹੈ ਨਾ, ਵੀ ਸਾਨੂੰ ਨਹੀਂ ਸਪੋਰਟ ਕਰਨੇ ਚਾਹੀਦੇ। ਬਟ ਮੈਨੂੰ ਫਿਰ ਲੱਗਾ ਵੀ ਮੈਨੂੰ ਇਹ ਪੜ੍ਹਨੇ ਚਾਹੀਦੇ ਨੇ ਘਰ ਜਾ ਕੇ, ਹੈ ਨਾ। ਮੈਂ ਪੜ੍ਹੇ, ਉਹਨਾਂ ਬਾਰੇ ਸਾਰਾ ਕੁਝ ਪੜ੍ਹਿਆ। ਦੈਨ ਅਮਿਤੋਜ ਬਾਈ ਦੇ ਨਾਲ ਮੈਂ ਡਿਸਕਸ ਕੀਤਾ। ਮੈਂ ਉਹਨਾਂ ਨਾਲ ਮੈਂ ਹਰ ਇੱਕ ਗੱਲ ਡਿਸਕਸ ਕਰਦੀ ਹਾਂ, ਬਿਕਾਜ਼ ਉਹ ਬਹੁਤ ਪੜ੍ਹਦੇ ਨੇ। ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਸਾਰੀਆਂ ਚੀਜ਼ਾਂ, ਬੇਟਾ ਆ ਐਵੇਂ ਆ, ਹੈ ਨਾ। ਦੈਨ ਹੌਲੀ ਹੌਲੀ ਕਰਕੇ ਸਾਰੇ ਹੋਰ ਵੀ ਆਰਟਿਸਟ ਇਨਵੋਲਵ ਹੋਣੇ ਸ਼ੁਰੂ ਹੋ ਗਏ। ਫਿਰ ਸਾਡੇ ਸਾਰੇ ਆਰਟਿਸਟਾਂ ਦੀ ਇੱਕ ਮੀਟਿੰਗ ਹੁੰਦੀ ਸੀਗੀ ਕਿ ਅਸੀਂ ਇਹਦੇ 'ਚ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ, ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ, ਲੋਕਾਂ ਨੂੰ ਪਿੰਡਾਂ। ਸੋ ਜਿੱਥੇ ਜਿੱਥੇ ਮੈਨੂੰ ਭੇਜਦੇ ਸੀਗੇ ਮੈਂ ਉੱਥੇ ਚਲ ਜਾਂਦੀ ਸੀਗੀ। ਸੋ ਐਵਰੀਵਨ ਇਜ਼ ਲਾਈਕ ਇਨਵੋਲਵਡ ਦੈਟ ਟਾਈਮ। ਆਪਣੇ ਆਪ ਵਿੱਚ ਤੁਹਾਨੂੰ ਸਭ ਤੋਂ ਵੱਡਾ ਚੇਂਜ, ਜਿਵੇਂ ਕਿ ਤੁਸੀਂ ਦੱਸਿਆ ਹੈ ਨਾ, ਕਿ ਬੇਬਾਕੀ ਆਈ ਤੁਹਾਡੇ 'ਚ ਬੋਲਣ ਦੀ? ਚੇਂਜ ਮੈਨੂੰ ਲੱਗਾ ਜਦੋਂ ਮੈਂ ਧਰਨੇ 'ਚ ਰਹਿਣਾ ਸ਼ੁਰੂ ਕੀਤਾ। ਧਰਨੇ ਦੇ ਵਿੱਚ ਪਹਿਲਾਂ ਤਾਂ ਮੈਂ ਜਾਂਦੀ ਸੀਗੀ, ਆ ਜਾਂਦੀ ਸੀਗੀ। ਜਦੋਂ ਮੈਂ ਟਿਕਰੀ ਬਾਰਡਰ ਰਹਿਣਾ ਸ਼ੁਰੂ ਕੀਤਾ, ਜਦੋਂ ਮੈਂ ਟੈਂਟਸ ਬਣਾਏ ਉੱਥੇ ਬੱਸ ਸਟੈਂਡ ਦੇ ਅੰਦਰ, ਉੱਥੇ ਰਹਿਣਾ ਸ਼ੁਰੂ ਕੀਤਾ, ਉੱਥੇ ਮੈਂ ਲੋਕਾਂ ਨਾਲ ਕਮਿਊਨੀਕੇਟ ਕਰਨਾ ਸ਼ੁਰੂ ਕੀਤਾ। ਸਵੇਰੇ ਉੱਠਦੀ ਸੀਗੀ, ਬਾਪੂ ਜੀ ਹੁਣੀ ਮਿਲਦੇ ਸੀਗੇ, ਕੋਈ ਆਉਣਾ, ਕੋਈ ਚਲ ਜਾਣਾ। ਫੇਸ ਸੋ ਮੈਨੀ ਥਿੰਗਸ, ਲਾਈਕ ਉੱਥੇ ਵਾਸ਼ਰੂਮ ਨਹੀਂ ਲੱਭਦਾ ਸੀਗਾ। ਬਿਲਕੁਲ ਪ੍ਰੋਬਲਮ ਸੀ। ਬਹੁਤ ਸਾਰੇ ਲੋਕੀ ਜਿਹੜੇ ਸੀਗੇ ਉੱਥੇ ਜਾ ਕੇ ਹੋਟਲਾਂ 'ਚ ਰਹਿੰਦੇ ਸੀਗੇ, ਬਟ ਮੈਂ ਹੋਟਲ 'ਚ ਨਹੀਂ ਰਹੀ। ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਮੇਰੇ ਨਾਲ ਟਿਕਰੀ ਬਾਰਡਰ ਤੇ ਰਹੇ ਹੋਣਗੇ ਉਹਨਾਂ ਨੂੰ ਪਤਾ ਹੀ ਹੈ, ਮੇਰਾ ਟੈਂਟ ਸੀਗਾ, ਮੈਂ ਉੱਥੇ ਰਹਿੰਦੀ ਸੀਗੀ। ਮੈਂ ਮਾਈ ਭਾਗੋ ਚੈਰਿਟੀ ਸਟਾਰਟ ਕੀਤੀ ਸੀਗੀ, ਔਰ ਉਹ ਰਜਿਸਟਰ ਮੈਂ ਬਾਅਦ 'ਚ ਕਰਵਾਈ ਹੈ ਧਰਨਾ ਖਤਮ ਹੋਣ ਤੋਂ ਬਾਅਦ। ਪਰ ਉਦੋਂ ਸਿਰਫ ਇਹ ਸੀਗਾ ਵੀ ਜਿੰਨੀ ਵੀ ਹੈਲਪ ਹੋ ਸਕਦੀ ਹੈ ਲੋਕਾਂ ਦੀ ਕਰਨੀ ਚਾਹੀਦੀ ਆ। ਉਹਦੇ ਵਿੱਚ ਹਰਿਆਣੇ ਤੋਂ ਅਭੈ ਸਿੰਘ ਚੌਟਾਲਾ ਜੀ ਨੇ ਕਾਫੀ ਸਾਥ ਦਿੱਤਾ, ਬਿਕਾਜ਼ ਮੇਰਾ ਬ੍ਰਦਰ ਦੇ ਕਾਫੀ ਕਲੋਜ਼ ਸੀਗੇ ਉਹ ਬਿੰਦੂ ਅਨੂ ਦਾਰਾ ਸਿੰਘ ਜੀ ਦੇ, ਤੇ ਉਹਨਾਂ ਨੇ ਐਸੋਸੀਏਟ ਕਰਵਾਇਆ ਸੀਗਾ ਕਿ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਤਰਪਾਲਾਂ ਦੀ, ਕੂਲਰਸ ਦੀ, ਜਾਂ ਕਿਸੇ ਚੀਜ਼ ਦੀ, ਹੈ ਨਾ। ਹੋਰ ਵੀ ਬਹੁਤ ਸਾਰੇ ਆਸਟ੍ਰੇਲੀਆ ਤੋਂ ਕੁਛ ਮੇਰੇ ਭਰਾ ਸੀਗੇ ਜਿਹੜੇ ਕਿ
ਸਾਨੂੰ ਕੂਲਰ ਭੇਜ ਦਿੰਦੇ ਸੀਗੇ ਤੇ ਅਸੀਂ ਵੰਡ ਦਿੰਦੇ ਸੀਗੇ ਤੇ ਵੀਡੀਓ ਬਣਾ ਕੇ ਭੇਜਦੇ ਸੀਗੇ। ਸੋ ਮੈਨੀ ਪੀਪਲ ਲਾਈਕ ਦਾਰਾ ਜੀ ਦੇ ਬੇਟੇ ਨੇ ਵੀ ਕਾਫੀ ਹੈਲਪ ਕੀਤੀ। ਸੋ ਅਸੀਂ ਉੱਥੇ ਪਾਣੀ ਵਾਟਰ ਪਿਊਰੀਫਾਇਰ ਲਵਾਇਆ ਸੀਗਾ। ਸੋ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਉੱਥੇ ਰਹਿ ਕੇ ਲੋਕਾਂ ਦੇ ਵਿੱਚ ਵਿਚਰ ਕੇ ਗਰਾਊਂਡ ਰਿਐਲਿਟੀ ਦੇ ਉੱਤੇ ਦੇਖਿਆ ਔਰ ਐਸੋਸੀਏਟ ਕੀਤਾ ਸਾਰਿਆਂ ਦੇ ਨਾਲ। ਫਿਰ ਮੈਨੂੰ ਸਪੀਚ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਸੀਗੀ। ਫਿਰ ਮੈਨੂੰ ਇਹ ਫਿਰ ਗੱਲਾਂ ਦਿਲੋਂ ਆਉਂਦੀਆਂ ਸੀਗੀਆਂ ਕਿ ਇਹ ਲੋਕੀ ਹਜੇ ਵੀ ਸਫਰ ਕਰ ਰਹੇ ਨੇ, ਇਹ ਹਿਊਮਨ ਰਾਈਟਸ ਆ। ਰਾਤ ਨੂੰ ਸਾਡੀ ਬੱਤੀ ਕੱਟ ਦਿੰਦੇ ਸੀਗੇ, ਕਿਵੇਂ ਸਾਰੇ ਅਸੀਂ ਮਿਲ ਕੇ ਬੱਤੀ ਦੀ ਤਾਰ ਲਾਉਣੀ, ਗਰਮੀ 'ਚ ਬਹਿਣਾ, ਇੰਨਾ ਮੱਛਰ ਹੋਣਾ, ਸੋ ਮੈਨੀ ਥਿੰਗਸ। ਬਿਲਕੁਲ, ਜਿਵੇਂ ਹੁਣ ਤੁਸੀਂ ਦੱਸੋ ਸੀ ਫਾਰਮ ਪ੍ਰੋਟੈਸਟ ਬੜਾ ਯੋਗਦਾਨ ਪਾਇਆ, ਪਹਿਲੇ ਦਿਨ ਤੋਂ ਉੱਥੇ ਖੜੇ, ਫਿਰ ਐਂਡ ਤੱਕ ਵੀ ਉੱਥੇ ਸਭ ਦੇ ਨਾਲ ਖੜੇ ਰਹੇ। ਹਮੇਸ਼ਾ ਜਦੋਂ ਅਸੀਂ ਮੈਂ ਇੰਟਰਵਿਊਜ਼ ਦੇਖਦੇ ਹਾਂ, ਤੁਸੀਂ ਕਹਿੰਦੇ ਕਿ ਉਸ ਟਾਈਮ 'ਤੇ ਤਾਂ ਹਮੇਸ਼ਾ ਚੀਜ਼ ਆਉਂਦੀ ਸੀ ਪੰਜਾਬ ਦੀ ਧੀ, ਪੰਜਾਬ ਦੀ ਧੀ, ਅਤੇ ਅੱਜ ਦੇਖੀਏ ਤਾਂ ਲੋਕ ਜਿਹੜੇ ਨੇ ਕਮੈਂਟ ਕਰਦੇ ਹੋਏ ਸੋਚਦੇ ਵੀ ਨਹੀਂ ਆ ਕਿ ਸਾਹਮਣੇ ਵਾਲੇ ਨੂੰ ਚੀਜ਼ ਕਿੰਨੀ ਹਰਟ ਕਰ ਜਾਂਦੀ ਹੈ ਜਦੋਂ ਬੰਦਾ ਰੀਡ ਕਰਦਾ ਆ। ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਵੇਖੋ ਜਦੋਂ ਮੈਂ ਕਿਸੇ ਦੀ ਪੋਸਟ ਦੇ ਉੱਤੇ ਕਮੈਂਟ ਕਰੂੰਗੀ ਤੇ ਮੈਂ ਆਪਣਾ ਆਪ ਵਿਖਾਊਂਗੀ। ਸੋ ਜਿਹੜਾ ਵੀ ਕੋਈ ਕਮੈਂਟ ਕਰਦਾ ਉਹ ਆਪਣਾ ਆਪ ਵਿਖਾਉਂਦਾ ਆ, ਹਨ। ਸੋ ਆਈ ਡੋਂਟ ਕੇਅਰ, ਬਿਕੋਜ਼ ਮੈਂ ਨਾ ਕਦੀ ਕਿਸੇ ਦਾ ਖਾਧਾ ਆ, ਨਾ ਕਿਸੇ ਦਾ ਦੇਣਾ ਆ, ਨਾ ਕਿਸੇ ਦਾ ਕੁਛ। ਮੈਂ ਤੇ ਅੱਜ ਤੱਕ ਹਮੇਸ਼ਾ ਹੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ, ਭਾਵੇਂ ਉਹ ਫਾਰਮਰ ਪ੍ਰੋਟੈਸਟ ਹੋਵੇ। ਮੈਨੂੰ ਕੀ ਲੋੜ ਸੀਗੀ, ਮੈਂ ਵੀ ਬਾਕੀ ਆਰਟਿਸਟਾਂ ਨੂੰ ਆਪਣੇ ਕੰਮ ਵੱਲ ਕੌਨਸੈਂਟਰੇਟ ਕਰਦੀ, ਬੋਂਬੇ ਰਹਿੰਦੀ, ਆਪਣੇ ਜਿਮ ਵੱਲ। ਅੱਜ ਮੇਰਾ ਵੇਟ ਇੰਨਾ ਪੁੱਟ ਆਨ ਹੋ ਗਿਆ, ਬਟ ਸਟਿਲ ਥੈਂਕਲੈਸ ਦਿਸ ਥਿੰਗਸ। ਸਾਨੂੰ ਚਲਾਕੀਆਂ ਨਹੀਂ ਆਉਂਦੀਆਂ, ਸਾਨੂੰ ਡਿਪਲੋਮੈਟ ਨਹੀਂ ਆਉਣਾ ਹੁੰਦਾ। ਹੁਣ ਵੇਖੋ ਆ ਪਿੱਛੇ SYL ਦੇ ਮੁੱਦੇ ਦੀ ਮੇਰੀ ਗੱਲ ਕਿੰਨੀ ਇਹਨਾਂ ਨੇ ਵਾਇਰਲ ਕਰਤੀ, ਜਿਹਦੇ ਵਿੱਚ ਮੇਰੇ ਪੂਰੀ ਇੰਟਰਵਿਊ ਕਿਸੇ ਨੇ ਨਹੀਂ ਦੇਖੀ ਹੋਣੀ ਵੀ ਮੈਂ ਉਹਦੇ ਵਿੱਚ ਕਿਹਾ ਕੀ ਆ, ਬਿਲਕੁਲ, ਹਨਾ। ਪੂਰਾ ਕੋਈ ਕੁਛ ਨਹੀਂ ਦੇਖਦਾ, ਉੱਤੋਂ ਬਸ ਇੱਕ ਹੈਡਿੰਗ ਜੀ ਪਾ ਦਿੰਦੇ ਨੇ ਤੇ ਉਹ ਬੂਮ ਕਰ ਦਿੰਦੇ ਨੇ। So I don't think so कि what sort of people they are, what IT cell, what politics is a very bad game, ਇੱਥੇ ਫਿਰ ਜੀ ਅੱਕ ਜਾਂਦਾ, ਫਿਰ ਜੀ ਨਹੀਂ ਕਰਦਾ ਕਿਸੇ ਵਾਸਤੇ ਖਲੋਣ ਨੂੰ ਜਾਂ ਕਰਨ ਨੂੰ, ਕਿਉਂਕਿ ਮੇਰੇ ਮਾਮਾ ਪਹਿਲਾਂ ਹੀ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਇੱਥੇ ਮਤਲਬ ਤੂੰ ਆਪਣੇ ਕੰਮ ਵੱਲ ਕੌਨਸੈਂਟਰੇਟ ਕਰ। ਹਜੇ ਵੀ ਮੈਨੂੰ ਕਹਿੰਦੇ ਆ ਉਹ ਕਿ ਤੂੰ ਹਟਦੀ ਨਹੀਂ, ਤੂੰ ਹਜੇ ਵੀ ਬੋਲਦੀ ਹੈ, ਤੈਨੂੰ ਕੀ ਲੋੜ ਆ। ਬਟ ਫਿਰ ਵੀ ਮੈਂ ਬੋਲਦੀ ਹਾਂ। ਮੇਰੇ ਕਈ ਫਰੈਂਡਸ ਇਸ ਕਰਕੇ, ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਮੇਰਾ ਫਰੈਂਡ ਲੜਿਆ, ਉਹ ਇਸੇ ਕਰਕੇ ਲੜਿਆ। ਮੈਨੂੰ ਕਹਿੰਦਾ ਵੀ ਤੈਨੂੰ ਕੀ ਲੋੜ ਆ, ਮੈਨੂੰ ਇਹ ਦੱਸ, ਤੂੰ ਆਪਣੀ ਜਿਮ ਵੱਲ ਨਹੀਂ ਕੌਨਸੈਂਟਰੇਟ ਕਰ ਰਹੀ, ਤੂੰ ਆਪਣੀ ਡਾਈਟ ਛੱਡੀ ਬੈਠੀ ਆ, ਤੂੰ ਮੇਰੇ ਨਾਲ ਲੜਦੇ ਨੇ ਉਹ ਵਿਚਾਰੇ ਮੇਰੇ ਕੰਸਰਨ ਕਰਕੇ ਲੜਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਮੇਰੇ ਕਲੋਜ਼ ਫਰੈਂਡਸ ਆ ਉਹਨਾਂ ਨੂੰ ਪਤਾ ਮੇਰਾ ਕਰੀਅਰ ਕੀ ਸੀਗਾ, ਉਹਨਾਂ ਨੂੰ ਪਤਾ ਮੇਰੀਆਂ ਫਿਲਮਾਂ ਕੀ ਸੀਗੀਆਂ, ਉਹਨਾਂ ਨੂੰ ਪਤਾ ਮੇਰਾ ਲਾਈਫ ਸਟਾਈਲ ਕੀ ਆ। ਇਹਦੇ ਨਾਲ ਕਰੀਅਰ ਤੇ ਅਸਰ ਪਿਆ ਇਸ ਚੀਜ਼ ਨਾਲ, ਕਿਉਂਕਿ ਜਿਵੇਂ ਹੁਣ ਤੁਸੀਂ ਬੇਬਾਕੀ ਦੇ ਨਾਲ ਬੋਲਦੇ ਹੋ ਹਰ ਮੁੱਦੇ ਦੇ ਉੱਪਰ, ਹਰ ਚੀਜ਼ ਦੇ ਉੱਪਰ, ਕਿਤੇ ਨਾ ਕਿਤੇ ਜਿਵੇਂ ਆਪਾਂ ਇੰਡਸਟਰੀ 'ਚ ਵੀ ਦੇਖਦੇ ਹਾਂ, ਕਹਿੰਦੇ ਤਾਂ ਬਹੁਤ ਆ ਕਿ ਅਸੀਂ ਸਪੋਰਟ ਵਿੱਚ ਖੜੇ ਹਾਂ, ਇੱਕ ਦੂਜੇ ਦੇ ਨਾਲ ਖੜੇ ਹਾਂ, ਪਰ ਜਦੋਂ ਕਿਸੇ ਦੀ ਕੋਈ ਕੰਟਰੋਵਰਸੀ ਹੁੰਦੀ ਜਾਂ ਕਿਸੇ ਦਾ ਕੋਈ ਮੁੱਦਾ ਛਿੜਦਾ, ਉਦੋਂ ਸਾਰੇ ਫਿਰ ਪਿੱਛੇ ਵੀ ਹੋ ਜਾਂਦੇ ਆ। ਬਿਕਾਜ਼ ਨੋਬਡੀ ਵਾਂਟ ਟੂ ਗੈਟ ਇਨਟੂ ਇਟ। ਕਿਸੇ ਨੂੰ ਕੋਈ ਨਹੀਂ ਪਈ ਕਿਸੇ ਦੀ। ਮੈਂ ਪਹਿਲਾਂ ਹੀ ਕਿਹਾ ਸੀ ਕਿਸੇ ਨੂੰ ਕਿਸੇ ਨਾਲ ਕੁਛ ਨਹੀਂ ਲੈਣਾ ਦੇਣਾ ਹੈਗਾ। ਬਹੁਤ ਘੱਟ ਲੋਕੀ ਹੁੰਦੇ ਨੇ ਜਿਹੜੇ ਸਾਹਮਣੇ ਆ ਕੇ ਕਿਸੇ ਨੂੰ ਸਪੋਰਟ ਕਰਦੇ ਨੇ। ਪਹਿਲੀ ਗੱਲ ਆ ਕਿ ਲਾਈਕ ਮੈਨੂੰ ਸਾਰੇ ਇਹ ਕਹਿੰਦੇ ਤੈਨੂੰ ਕੀ ਲੋੜ ਆ, ਲਾਈਕ ਆਮ ਓਨਲੀ ਚਾਈਲਡ, ਮੇਰਾ ਕੋਈ ਬ੍ਰਦਰ ਸਿਸਟਰ ਨਹੀਂ ਹੈਗਾ, ਮੇਰੇ ਮੰਮਾ ਨੇ ਮੇਰੇ ਘਰੇ, ਹਨਾ। ਰੱਬ ਦਾ ਦਿੱਤਾ ਹੋਇਆ, ਮੈਂ ਕਹਿੰਦੀ ਸ਼ੁਕਰ ਆ, ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਵਾਹਿਗੁਰੂ ਨੇ ਮਿਹਰ ਕੀਤੀ ਹੈ ਇੰਨੀ, ਹਨਾ। ਮੇਰੇ ਕੋਲ ਕੰਮ ਦੀ ਕੋਈ ਕਮੀ ਨਹੀਂ ਸੀਗੀ। ਰੱਬ ਨੇ ਥੋੜੀ ਬਹੁਤੀ ਸ਼ਕਲ ਵੀ ਠੀਕ ਦਿੱਤੀ ਹੈ ਜਿਹਦੇ ਕਰਕੇ ਮੈਨੂੰ ਕੰਮ ਵੀ ਮਿਲ ਜਾਂਦਾ ਸੀਗਾ। ਸੋ ਆਈ ਡੋਂਟ ਨੋ, ਇਟਸ ਲਾਈਕ ਮੈਨੂੰ ਕਈ ਵਾਰੀ ਗਲਤ ਹੁੰਦੇ ਆ ਬੰਦਾ ਬਰਦਾਸ਼ਤ ਨਹੀਂ ਕਰਦਾ ਤੇ ਬੋਲ ਦਿੰਦਾ। ਮੇਰੇ ਸਗੋਂ ਮਾਸਟਰ ਜੀ ਮੈਨੂੰ ਕਹਿੰਦੇ ਘਰੇ, ਮੇਰੇ ਮਾਸਟਰ ਜੀ ਮੇਜਰ ਜਨਰਲ ਸ਼ਬੀਕ ਸਿੰਘ ਦੇ ਸਗੇ ਬ੍ਰਦਰ ਨੇ। ਸੋ ਉਹ ਮੈਨੂੰ ਘਰ ਡਿਸਕਸ ਕਰ ਰਹੇ ਸੀਗੇ, ਕਹਿੰਦੇ ਤੇਰੇ ਦਿਲ 'ਚ ਕੁਛ ਨਹੀਂ ਹੁੰਦਾ, ਲਾਈਕ ਤੂੰ ਜਿੰਨਾ ਤੂੰ ਲੋਕਾਂ ਵਾਸਤੇ ਕੀਤਾ ਹੋਊਗਾ, ਧਰਨੇ ਤੇ ਰਹੀ ਆ, ਘਰ ਛੱਡ ਕੇ, ਹਨਾ, ਵੀ ਉੱਥੇ ਰਹਿਣਾ ਨਹੀਂ ਤੇ ਲੋਕੀ ਆ ਜਾਂਦੇ ਆ ਚਲ ਜਾਂਦੇ ਆ। ਤੂੰ ਲਖੀਮਪੁਰ ਖੀਰੀ ਕਿੱਥੇ ਇੰਨੀ ਦੂਰ ਜਾ ਕੇ ਗਈ ਆ, ਉੱਥੇ ਤੈਨੂੰ ਪੁਲਿਸ ਨੇ ਕੱਢਿਆ, ਕੀ ਹੋ ਜਾਂਦਾ, ਸਾਡੇ ਪੱਲੇ ਕੀ ਰਹਿੰਦਾ, ਸਾਡੇ ਵਾਸਤੇ ਤੇ ਤੂੰ ਹੀ ਆ ਨਾ। ਹੁਣ ਮੰਮਾ ਕੋ ਤੇ ਹੋਰ ਕੋਈ ਹੈ ਨਹੀਂ। ਉਹ ਮੈਨੂੰ ਕਈ ਵਾਰੀ ਡਾਂਟਦੇ ਆ ਇਸ ਗੱਲ ਨੂੰ ਲੈ ਕੇ ਵੀ ਕੀ ਲੋੜ ਪਈ ਆਪਾਂ ਨੂੰ, ਆਪਾਂ ਘੱਟ ਦੁੱਖ ਦੇਖੀਏ ਸਾਡੀ ਫੈਮਿਲੀ ਦੇ ਵਿੱਚ। ਲਾਈਕ ਪਾਪਾ ਚਲੇ ਗਏ, ਉਹ ਸਾਡੀ ਫੈਮਿਲੀ ਵਿੱਚੋਂ ਮਾਤਾ ਜੀ ਦੇ ਵੱਡੇ ਬ੍ਰਦਰ ਚਲੇ ਗਏ, ਆਪਾਂ ਕੰਮ ਵੱਲ ਤੂੰ ਧਿਆਨ ਦਿਆ ਕਰ, ਤੂੰ ਐਵੇਂ ਨਾ ਬੋਲਿਆ ਕਰ। ਸਾਨੂੰ ਨਹੀਂ ਚੰਗਾ ਲੱਗਦਾ ਕਿ ਲੋਕੀ ਐਵੇਂ ਬੋਲਦੇ ਨੇ, ਕਿਉਂਕਿ ਸਾਨੂੰ ਪਤਾ ਤੇਰੇ ਦਿਲ 'ਚ ਕੀ ਹੈ ਤੇ ਕੀ ਨਹੀਂ ਆ, ਹਨਾ।
ਤੇ ਉਹ ਵੀ ਵਿਚਾਰੇ ਮੈਨੂੰ ਇਹ ਇੱਕ ਪਿਓ ਦੇ ਤੌਰ ਤੇ ਸਮਝਾਉਂਦੇ ਰਹਿੰਦੇ ਆ ਵੀ ਤੂੰ ਬਚਪਨੇ ਦੇ ਵਿੱਚ ਬੋਲ ਦਿੰਦੀ ਆ ਕੋਈ ਵੀ ਚੀਜ਼ ਤੇਰੇ ਦਿਲ 'ਚ ਨਹੀਂ ਹੁੰਦੀ। ਲਾਈਕ ਜਿਵੇਂ SYL ਦੀ ਗੱਲ ਮੈਂ ਕਿਹਾ ਵੀ ਹਰਿਆਣੇ ਕੋਲ ਪੂਰੀ ਗੱਲ ਸੁਣੀ ਨਹੀਂ, ਮੈਂ ਕਿਹਾ ਹਰਿਆਣੇ ਕੋਲ ਆਲਰੇਡੀ ਪਾਣੀ ਹੈਗਾ ਯਮੁਨਾ ਦਾ, ਹਨਾ, ਉਹਦੇ ਕੋਲ ਸ਼ਾਰਦਾ ਯਮੁਨਾ ਦਾ ਪਾਣੀ ਆ। ਹਰਿਆਣੇ ਦੀ ਤੇ ਫਸਲਾਂ ਡੁੱਬੀਆਂ ਪਈਆਂ ਸੀਗੀਆਂ, ਪਿੱਛੇ ਮੈਨੂੰ ਸੱਦਿਆ ਸੀਗਾ ਕਿਉਂਕਿ ਕਿਸਾਨਾਂ ਦੀ ਮੀਟਿੰਗ 'ਚ ਮੈਨੂੰ ਸੱਦਦੇ ਨੇ ਉੱਥੇ, ਵਿਚਾਰੇ ਉਹ ਉਹਦਾ ਮੁਆਵਜ਼ਾ ਲੈਣ ਵਾਸਤੇ ਗੱਲ ਕਰ ਰਹੇ ਸੀਗੇ। ਤੇ ਹਰਿਆਣੇ ਨੂੰ ਤੇ ਪਾਣੀ ਦੀ ਕਮੀ ਹੈਗੀ ਹੀ ਨਹੀਂ। ਪੰਜਾਬ ਪਾਣੀ ਤਦ ਦਊਗਾ ਜੇ ਹਰਿਆਣੇ ਨੂੰ ਕਮੀ ਹੋਵੇ। ਇਨਫੈਕਟ ਪੰਜਾਬ ਨੂੰ ਜੇ ਕਮੀ ਹੋਵੇ ਤੇ ਹਰਿਆਣਾ ਵੀ ਦੇ ਸਕਦਾ ਆ। ਮੈਂ ਤੇ ਇੱਕ ਭਾਈਚਾਰਕ ਸਾਂਝ ਦੀ ਗੱਲ ਕੀਤੀ ਸੀਗੀ, ਹਨਾ, ਜਿਸ ਵੇ ਦੇ ਨਾਲ, ਹਨਾ, ਮੈਂ ਤੇ ਕੋਈ ਪੋਲੀਟੀਕਲ ਪਰਸਨ ਹਾਂ ਨਹੀਂ। ਜੇ ਮੈਂ ਪੋਲੀਟੀਕਲ ਪਰਸਨ ਹੋਵਾਂ ਤੇ ਜੇ ਮੈਂ ਵੋਟਾਂ ਲੈਣੀਆਂ ਹੋਣ ਤੇ ਮੈਂ ਕਹਾਂ ਨਹੀਂ ਜੀ ਇੱਟ ਨਹੀਂ ਲੱਗਣ ਦੇਣੀ, ਅਸੀਂ ਨਹੀਂ ਪਾਣੀ ਦਿੰਦੇ। ਮੇਰੀ ਗੱਲ ਸੁਣੋ, ਇਹ ਜਿੰਨੇ ਵੀ ਸਿਆਸਤਕਾਰ ਨੇ ਇਹ ਸਾਰੇ ਨਾ SYL ਦੇ ਉੱਤੇ ਪੋਲੀਟਿਕਸ ਖੇਡਦੇ ਨੇ ਬੇਸਿਕਲੀ ਜੀ, ਜਦ ਕਿ ਉਹਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਇਸ ਟਾਈਮ ਤੇ ਹਰਿਆਣੇ ਵਾਲਿਆਂ ਨੂੰ। ਔਰ ਪੰਜਾਬ ਦੇ ਕੋਲ ਅੱਗੇ ਹੀ ਪਾਣੀ ਘੱਟ ਹੈ, ਆਪਣਾ ਪਾਣੀ ਥੱਲੇ ਜਾ ਰਿਹਾ ਆ। ਮੈਂ ਇੱਕ ਭਾਈਚਾਰਕ ਸਾਂਝ ਦੀ ਗੱਲ ਕੀਤੀ ਸੀ, ਜੇ ਹਰਿਆਣੇ ਨੂੰ ਪਾਣੀ ਦੀ ਲੋੜ ਪਵੇ ਪੰਜਾਬ ਖੜਾ, ਜੇ ਪੰਜਾਬ ਨੂੰ ਲੋੜ ਪਵੇ ਤੇ ਹਰਿਆਣਾ ਖੜਾ ਹੈ। ਅਸੀਂ ਜ਼ਮੀਨੀ ਪੱਧਰ ਦੇ ਉੱਤੇ ਲੋਕੀ ਇੰਨੇ ਸਮਝਦਾਰ ਹੋ ਚੁੱਕੇ ਕਿ ਉਹਨਾਂ ਨੂੰ ਪਤਾ ਹੈ ਆਪਣੀਆਂ ਗੱਲਾਂ ਦਾ, ਆਪਣੀ ਭਾਈਚਾਰਕ ਸਾਂਝ ਦਾ, ਕਿਉਂਕਿ ਆਪਾਂ 13 ਮਹੀਨੇ ਤੋਂ I think 1.5 ਸਾਲ ਤੱਕ ਹੀ ਆਪਾਂ ਇਕੱਠੇ ਬਿਤਾਇਆ ਆ ਫਾਰਮ ਆਫ ਪ੍ਰੋਟੈਸਟ ਦੇ ਵਿੱਚ, ਹਨਾ। ਹੋਰ ਮੈਨੂੰ ਇਹ ਗੱਲਾਂ ਤੋਂ ਕਹਿ ਦਿੰਦੇ ਇਹਦਾ ਕੋਈ ਸਟੈਂਡ ਨਹੀਂ ਗਾ। ਵੇਖੋ ਬਈ, ਮੈਨੂੰ ਹੁਣ ਜਿਹੜਾ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣਾ, ਜੇ ਗਲਤ ਆ ਮੈਂ ਤੇ ਫਿਰ ਮੈਂ ਗਲਤ ਆ। ਜੇ ਮੈਨੂੰ ਕੋਈ ਬੰਦਾ ਸਹੀ ਲੱਗੂਗਾ ਤੇ ਮੈਂ ਉਹਨੂੰ ਸਹੀ ਕਹੂੰਗੀ ਨਾ, ਮੈਂ ਕਿਸੇ ਪਾਰਟੀ 'ਚ ਨਹੀਂ ਹੈਗੀ। ਜੇ ਅੱਜ ਮੈਨੂੰ ਭਗਵੰਤ ਮਾਨ ਸਹੀ ਲੱਗੂ ਤੇ ਮੈਂ ਭਗਵੰਤ ਮਾਨ ਜੀ ਨੂੰ ਸਹੀ ਕਹੂੰਗੀ, ਜੇ ਕੱਲ ਨੂੰ ਮੈਨੂੰ ਗਲਤ ਲੱਗਣਗੇ ਤੇ ਮੈਂ ਕੱਲ ਨੂੰ ਗਲਤ ਕਹੂੰਗੀ। ਆਪਣੇ ਘਰੇ ਵੀ ਤੇ ਐਵੇਂ ਹੀ ਹੁੰਦਾ ਆ ਵੀ ਮੇਰੇ ਮੰਮਾ ਨੇ ਅੱਜ ਕੋਈ ਗੱਲ ਸਹੀ ਕਹੀ ਤੇ ਮੈਂ ਕਹੂੰਗੀ ਮੰਮਾ ਤੁਸੀਂ ਸਹੀ ਹੋ, ਜੇ ਗਲਤ ਆ ਤੇ ਫਿਰ ਮੈਂ ਕਹੂੰਗੀ ਮੰਮਾ ਤੁਸੀਂ ਇੱਥੇ ਗਲਤ ਹੋ ਜੀ, ਹਨਾ। ਇਹ ਆਪਾਂ ਇਹਦੇ ਵਿੱਚ ਪਾਰਟੀਬਾਜ਼ੀ ਦੀ ਕੋਈ ਗੱਲ ਨਹੀਂ ਆ ਜਾਂਦੀ। ਇਹਦੇ ਵਿੱਚ ਗੱਲ ਆਉਂਦੀ ਹੈ ਵੀ ਤੁਸੀਂ ਇੱਕ ਆਲ ਓਵਰ ਪ੍ਰੈਕਟੀਕਲੀ ਤੁਸੀਂ ਗੱਲ ਕਹਿ ਰਹੇ ਹੋ। ਜੇ ਮਾਨ ਸਾਹਿਬ ਨੂੰ ਮੈਂ ਸਪੋਰਟ ਕੀਤਾ, ਮਾਨ ਸਾਹਿਬ ਦੀ ਇੱਕ ਗੱਲ ਮੈਨੂੰ ਨਹੀਂ ਚੰਗੀ ਲੱਗੀ ਭਗਤ ਸਿੰਘ ਵਾਲੀ, ਤੇ ਮੈਂ ਮਾਨ ਸਾਹਿਬ ਨੂੰ ਕਹਿ ਦਿੱਤਾ ਤੇ ਇੱਕ ਫੈਮਿਲੀ ਤੌਰ ਦੇ ਉੱਤੇ ਕਿਹਾ, ਉਹਨਾਂ ਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਹੈਗਾ। ਉਹਨਾਂ ਦੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ, ਰਾਈਟ। ਸੋ ਆਪਣੀ ਸੋਚ ਰੱਖਣਾ ਸੋਸ਼ਲ ਫਰੰਟ ਦੇ ਉੱਤੇ ਕੋਈ ਮਾੜੀ ਗੱਲ ਨਹੀਂ ਹੁੰਦੀ। ਮੈਨੂੰ ਲੱਗਦਾ ਆਪਣੇ ਦਿਲ ਦੀਆਂ ਗੱਲਾਂ ਰੱਖਣੀਆਂ ਚਾਹੀਦੀਆਂ, ਨਾ ਕਿ ਦਿਮਾਗ ਨਾਲ ਚੱਲਣਾ ਚਾਹੀਦਾ। ਦਿਮਾਗ ਨਾਲ ਤੇ ਦੁਨੀਆ ਚੱਲਦੀ ਹੈ, ਦਿਮਾਗ ਨਾਲ ਤੇ ਪੋਲੀਟੀਸ਼ੀਅਨਸ ਵੀ ਚੱਲਦੇ ਨੇ। ਤੁਹਾਨੂੰ ਐਟਲੀਸਟ ਕੋਈ ਨਾ ਕੋਈ ਬੰਦਾ ਤੇ ਇਹੋ ਜਿਹਾ ਮਿਲੇ ਜਿਹੜਾ ਦਿਲ ਨਾਲ ਚੱਲਦਾ ਪਿਆ ਹੈ, ਕਮ ਸੇ ਕਮ ਲੋਕਾਂ ਦੇ ਪ੍ਰਤੀ ਫੀਲਿੰਗ ਰੱਖ ਕੇ ਚੱਲਦਾ ਪਿਆ। ਹੁਣ ਮੈਨੂੰ ਕਹਿੰਦੇ ਭਗਵੰਤ ਮਾਨ ਦੀ ਚਮਚਾਗਿਰੀ ਕਰੇ, ਮੈਨੂੰ ਭਗਵੰਤ ਮਾਨ ਦੀ ਚਮਚਾਗਿਰੀ ਕਰਕੇ ਕੀ ਮਿਲ ਜਾਣਾ, ਮੈਨੂੰ ਇਹ ਦੱਸੋ। ਮੈਨੂੰ ਜੇ ਪੋਲੀਟਿਕਸ 'ਚ ਇੰਟਰਸਟ ਹੁੰਦਾ ਤੇ ਮੈਂ MLA ਦੀ ਇਲੈਕਸ਼ਨ ਨਾ ਲੜ ਲੈਂਦੀ, ਮੇਰੇ ਕੋਲ ਤੇ ਟਿਕਟ ਸੀਗੀ। ਮੈਂ ਯਾਰ ਇਹ ਫਾਲਤੂ ਦੀਆਂ ਗੱਲਾਂ ਨੇ ਜਿਹੜੀਆਂ, ਹੁਣ ਕੱਲ ਨੂੰ ਜੇ ਭਗਵੰਤ ਮਾਨ ਬਾਈ ਕੋਈ ਗਲਤ ਡਿਸੀਜਨ ਲੈਣਗੇ ਉੱਤੇ ਮੈਂ ਸਭ ਤੋਂ ਪਹਿਲਾਂ ਖਲੋਤੀ ਹੋਊਂਗੀ ਕਿ ਇਹ ਗਲਤ ਹੈ, ਹਨਾ। ਹੁਣ ਜੇ ਸਿੱਧੂ ਵਾਲੇ ਕੇਸ 'ਚ ਮੈਨੂੰ ਪਤਾ ਹੈ ਵੀ ਸਿੱਧੂ ਵਾਲੇ ਕੇਸ ਦੇ ਵਿੱਚ ਜਿਹੜਾ ਇਨਸਾਫ ਹੈ ਉਹ ਸੁਪਰੀਮ ਕੋਰਟ ਹਾਈ ਕੋਰਟ ਤੋਂ ਮਿਲਣਾ, ਮੈਂ ਕਿਵੇਂ ਕਹੀ ਜਾਵਾਂ ਕਿ ਇੱਥੋਂ ਮਿਲਣਾ ਹੈ। ਪਰ ਕਿਵੇਂ ਦੇਖ ਰਹੇ ਹੋ ਤੁਸੀਂ, ਜਿਵੇਂ ਨਾ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਆ, ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਦੀ ਡੈਥ ਤੋਂ ਬਾਅਦ ਵੀ ਤੁਸੀਂ ਜਿਹੜਾ ਆ ਅੱਗੇ ਆ ਕੇ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ ਹੈ, ਉਹਨਾਂ ਨੂੰ ਸਪੋਰਟ ਕਰ ਰਹੇ ਹੋ, ਫੈਮਿਲੀ ਦੇ ਨਾਲ ਖੜ ਰਹੇ ਹੋ, ਹੋਰ ਵੀ ਬਹੁਤ ਸਾਰੇ ਕਲਾਕਾਰ ਆ ਰਹੇ ਆ। ਪਰ ਉੱਥੇ ਬਾਰ-ਬਾਰ ਇਹ ਚੀਜ਼ ਆ ਰਹੀ ਕਿ ਬਹੁਤ ਸਾਰੇ ਕਲਾਕਾਰਾਂ ਨੂੰ ਆਉਣ ਦੀ ਜ਼ਰੂਰਤ ਸੀ, ਖੜਨ ਦੀ ਜ਼ਰੂਰਤ ਸੀ, ਜੋ ਕਿ ਇਸ ਟਾਈਮ 'ਤੇ ਸਪੋਰਟ ਨਹੀਂ ਦਿਖਾ ਰਹੇ। ਤੁਹਾਨੂੰ ਸੋਹਣੇ ਕੀ ਲੱਗਦਾ ਕਿ ਕਿਵੇਂ ਜਿਹੜੀ ਆ ਇੰਡਸਟਰੀ ਦੇਖੋ, ਮੇਰੀ ਗੱਲ ਸੁਣੋ, ਸਪੋਰਟ ਦੀ ਇਹਦੇ ਵਿੱਚ ਇੱਕੋ ਗੱਲ ਆਉਂਦੀ ਆ ਜੋ ਮੈਂ ਬੇਸਿਕਲੀ ਬਾਰ-ਬਾਰ ਕਹਿ ਚੁੱਕੀ ਹਾਂ ਕਿ ਸਿੱਧੂ ਦਾ ਇਨਸਾਫ ਦੀ ਜਿਹੜੀ ਗੱਲ ਹੁੰਦੀ ਪਈ ਆ। ਵੇਖੋ, ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ, ਮੈਂ ਕੋਈ ਲਾਇਰ ਨਹੀਂ ਆ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਆ, ਹਨਾ। ਐਜ਼ ਅ ਹਿਊਮਨ ਗਰਾਊਂਡ ਦੇ ਉੱਤੇ ਮੈਂ ਇੱਕੋ ਗੱਲ ਕਹੂੰਗੀ ਕਿ ਮੈਨੂੰ ਜੋ ਲੱਗਦਾ ਹੈ ਉਹ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮੈਟਰ ਚੱਲਦਾ ਪਿਆ ਆ, ਜਿਹੜੇ ਉਹ ਗੈਂਗਸਟਰ ਫੜੇ ਨੇ ਅੰਦਰ, ਜਿਹੜੇ ਇੱਕ ਇਨਕਾਊਂਟਰ ਵੀ ਕਰ ਦਿੱਤੇ, ਉਹਨਾਂ ਦੇ ਸਾਰੇ ਕੇਸ ਜਿਹੜੇ ਆ ਉਹ ਸੁਪਰੀਮ ਕੋਰਟ ਹਾਈ ਕੋਰਟ 'ਚ ਹੀ ਚੱਲਦੇ ਪਏ ਆ, ਔਰ ਉਹਨਾਂ ਨੇ ਸਭ ਕੁਝ ਇਹਦਾ ਫੈਸਲਾ ਕਰਨਾ ਆ। ਤੇ ਤਿਹਾੜ ਜੇਲ੍ਹ ਜਿਹੜੀ ਆਉਂਦੀ ਆ ਉਹ ਅਮਿਤ ਸ਼ਾਹ ਜੀ ਦੇ ਥੱਲੇ ਆਉਂਦੀ ਆ। ਸੋ ਸੈਂਟਰ ਦੇ ਨਾਲ ਇਹਦਾ ਲਿੰਕ ਤੇ ਹੈਗਾ ਹੀ ਆ ਨਾ, ਸੈਂਟਰ ਤੇ ਸੁਪਰੀਮ ਕੋਰਟ ਹਾਈ ਕੋਰਟ ਵੱਲੋਂ ਹੀ ਫੈਸਲਾ ਹੋਣਾ ਆ ਇਹਦਾ। ਬਾਕੀ ਪੰਜਾਬ ਗਵਰਨਮੈਂਟ ਭਾਵੇਂ ਉਹ ਕਾਂਗਰਸ ਹੋਵੇ ਤੇ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਤੇ ਭਾਵੇਂ ਜਿਹੜੀ ਮਰਜ਼ੀ ਗਵਰਨਮੈਂਟ ਹੋਵੇ, ਉਹਦੇ ਹੱਥ ਵਿੱਚ ਨਹੀਂ ਹੈਗਾ ਇਸ ਟਾਈਮ ਦੇ ਉੱਤੇ। ਉਹਦੇ ਹੱਥ 'ਚ ਇਹੀ ਆ ਵੀ ਜਿਹੜੇ ਗੈਂਗਸਟਰ ਬਾਹਰ ਘੁੰਮਣ ਡੇ ਆ
ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਇਨਕਾਊਂਟਰ ਕਰੋ ਜਾਂ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਓ। ਜੀ ਰੀਸੈਂਟਲੀ ਗੱਲ ਕਰੀਏ ਤਾਂ ਅਫਸਾਨਾ ਖਾਨ ਦੇ ਨਾਲ NIA ਦੇ ਵੱਲੋਂ ਜਿਹੜੀ ਆ ਪੁੱਛਗਿੱਛ ਕੀਤੀ ਗਈ ਆ, ਉਹ ਲਾਈਵ ਆਉਂਦੇ ਨੇ, ਲਾਈਵ ਆ ਕੇ ਉਹਨਾਂ ਨੇ ਦੱਸਿਆ ਕਿ ਸਿਰਫ ਉਹਨਾਂ ਦੇ ਨਾਲ ਹਨਾ ਜੋ ਗੱਲਬਾਤ ਹੋਈ ਆ, ਕਿਉਂਕਿ ਬੜੀਆਂ ਚੀਜ਼ਾਂ ਉਹਨਾਂ ਨੇ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕੁਛ ਹੀ ਘੰਟਿਆਂ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਬਣ ਗਈਆਂ। ਨਾਲ ਦੇ ਨਾਲ ਅਫਸਾਨਾ ਖਾਨ ਦੇ ਵੱਲੋਂ ਵੀ ਚੀਜ਼ ਕਹੀ ਜਾਂਦੀ ਕਿ ਹੁਣ ਕੁਝ ਜਿਹੜੇ ਬਹੁਤ ਸਾਰੇ ਦਿਨ ਸਿੰਗਰਸ ਨੇ ਜਿਹੜੇ ਕਿ 4-4 ਮਹੀਨਿਆਂ ਬਾਅਦ ਉੱਠ ਕੇ ਅੱਗੇ ਆ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਕਹਿ ਰਹੇ ਨੇ, ਟ੍ਰਿਬਿਊਟ ਦੇ ਰਹੇ ਨੇ ਸੌਂਗਸ ਦੇ। ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਕਿ ਤੁਹਾਡੀ ਵੀ ਅਫਸਾਨਾ ਖਾਨ ਦੇ ਨਾਲ ਗੱਲਬਾਤ ਹੋਈ ਸਿੱਧੂ ਮੂਸੇਵਾਲੇ ਦੀ ਡੈਥ ਤੋਂ ਬਾਅਦ ਆਪਸ ਦੇ ਦੇਖੋ ਵਿੱਚ? ਅਫਸਾਨਾ ਬਹੁਤ ਕਲੋਜ਼ ਸੀਗੀ ਸਿੱਧੂ ਦੇ, ਨੋ ਡਾਊਟ। ਮੈਂ ਕਹੂੰਗੀ ਵਨ ਆਫ ਸਾਡੇ ਨਾਲੋਂ ਵੀ ਜ਼ਿਆਦਾ ਕਲੋਜ਼ ਅਫਸਾਨਾ ਸੀਗੀ, ਹਨਾ ਵੀ ਉਹਦਾ ਭੈਣ ਭਰਾ ਦਾ ਰਿਸ਼ਤਾ ਸੀਗਾ। ਅਸੀਂ ਤੇ ਚਲੋ ਮੈਨੂੰ ਤੇ ਸਿੱਧੂ ਬਸ ਲਾਸਟ ਇੱਕੋ ਵਾਰੀ ਮਿਲਿਆ ਸੀਗਾ ਉੱਥੇ, ਇੱਕ ਵਾਰੀ ਅਸੀਂ ਲਾਸਟ ਉਹਦੀ ਡੈਥ ਤੋਂ ਪਹਿਲਾਂ ਤੇ ਦਿੱਲੀ ਮਿਲੇ ਹਾਂ ਅਸੀਂ, ਬਸ ਅਸੀਂ ਡਿਨਰ ਕੀਤਾ ਸੀਗਾ ਉਹ, ਔਰ ਜਾਂ ਫਿਰ ਇਲੈਕਸ਼ਨਸ ਦੇ ਟਾਈਮ ਦੇ ਉੱਤੇ ਜਦੋਂ ਮੈਂ ਉਹਦੀ ਪੋਸਟ ਪਾਈ ਸੀਗੀ ਉਦੋਂ ਗੱਲਬਾਤ ਹੋਈ ਸੀਗੀ ਬਸ, ਜਾਂ ਸਨੈਪਚੈਟ ਤੇ ਥੋੜੀ ਬਹੁਤੀ ਗੱਲਬਾਤ ਹੁੰਦੀ ਰਹਿੰਦੀ ਸੀਗੀ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਸਿੱਧੂ ਦੇ ਘਰ ਜਾਂਦੀ ਸੀਗੀ ਜਾਂ ਮੇਰੀ ਇੰਨੀ ਜ਼ਿਆਦਾ ਕਲੋਜ਼ਨੈਸ ਸੀਗੀ। ਹਾਂ ਮੇਰਾ ਦੋਸਤ ਸੀਗਾ ਉਹ, ਔਰ ਅਫਸਾਨਾ ਦੀ ਬਹੁਤ ਜ਼ਿਆਦਾ ਕਲੋਜ਼ਨੈਸ ਸੀਗੀ, ਔਰ ਸਹੀ ਕਹਿ ਰਹੀ ਆ ਉਹ, ਬਿਕਾਜ਼ ਜਦੋਂ ਖੜਨਾ ਚਾਹੀਦਾ ਸੀਗਾ ਉਦੋਂ ਖੜਨਾ ਚਾਹੀਦਾ ਸੀਗਾ, ਉਦੋਂ ਅਫਸਾਨਾ ਖੜੀ ਸੀਗੀ ਉਹ। ਐਂਡ ਬਾਕੀ ਮੈਨੂੰ ਅਫਸਾਨਾ ਨੇ NIA ਦਾ ਨੋਟਿਸ ਕਿਉਂ ਆਇਆ, ਕੀ ਕੀਤਾ ਕੀ ਨਹੀਂ, ਇਹ ਸਾਰੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ। ਵੈਸੇ ਗੱਲ ਹੋਈ ਜਦੋਂ ਉਹਨਾਂ ਦੀ ਡੈਥ ਹੋਈ ਸਿੱਧੂ ਮੂਸੇਵਾਲੇ ਦੀ, ਉਸ ਤੋਂ ਬਾਅਦ ਤੁਹਾਡੀ ਆਪਸ ਦੇ ਵਿੱਚ ਅਫਸਾਨਾ ਨਹੀਂ ਉਹ ਚੰਗੀ ਕੁੜੀ ਆ ਵਿਚਾਰੀ, ਬਹੁਤ ਮਿਹਨਤੀ ਆ, ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ, ਮੈਂ ਉਹਦੇ ਵਿਆਹ ਤੇ ਵੀ ਗਈ ਸੀਗੀ ਔਰ ਨਾਈਸ ਆ ਉਹ। ਉਹਨੇ ਵਿਚਾਰੀ ਨੇ ਜਿੰਨਾ ਹੋ ਸਕਿਆ ਉਹਨੂੰ ਲੋਕੀ ਗਾਲਾਂ ਕੱਢਣਾ ਸ਼ੁਰੂ ਹੋ ਗਏ ਵਿੱਚ। ਵੇਖੋ ਉਹਦਾ ਨਵਾਂ ਵਿਆਹ ਹੋਇਆ ਆ, ਉਹਨਾਂ ਹੁਣ ਆਪਣੇ ਜਿਹਦੇ ਬੰਦੇ ਨੇ ਨਵਾਂ ਵਿਆਹ ਹੋਇਆ ਉਹਨੇ ਹੁਣ ਕਰਵਾ ਚੌਥ ਉਹਨਾਂ ਦੀ ਰਸਮ ਹੈ ਅਗਲਿਆਂ ਦੀ, ਉਹਨੇ ਤੇ ਮਨਾਉਣੀ ਹੈ, ਉਹਨੂੰ ਤੁਸੀਂ ਗਾਲਾਂ ਕੱਢਣ ਦੇ ਹੋ ਤਾਂ ਇੱਥੇ ਨਾ ਇੱਕ ਡਿਸਰਿਸਪੈਕਟਿੰਗ ਵੇ ਮੈਂ ਬਹੁਤ ਵੇਖਿਆ ਆਪਣੇ ਇੱਥੇ ਪੰਜਾਬ ਜਾਂ ਤੇ ਉਹ IT ਸੈੱਲ ਨੇ ਕੀ ਹਿਸਾਬ ਕਿਤਾਬ ਹੈ। ਮੈਂ ਵੇਖਦੀ ਵੀ ਲੋਕਾਂ ਦੇ ਵਿੱਚ ਸ਼ਰਮ ਹਿਆ ਮੁੱਕ ਹੀ ਗਈ ਹੈ, ਮਤਲਬ ਤੁਸੀਂ ਕਿਸੇ ਨੂੰ ਵੀ ਕੁੜੀ ਵੀ ਨਹੀਂ ਵੇਖਦੇ, ਤੁਸੀਂ ਕੁਛ ਨਹੀਂ ਵੇਖਦੇ, ਤੁਸੀਂ ਫੋਟੋਆਂ ਸੰਤਾਂ ਦੀਆਂ ਲਾਈਆਂ ਹੁੰਦੀਆਂ, ਗਾਲਾਂ ਤੁਸੀਂ ਕੱਢਦੇ, ਕਿੰਨੀ ਗਲਤ ਗੱਲ ਹੈ। ਮਤਲਬ ਇਹ ਤੇ ਮੈਨੂੰ ਕਈ ਵਾਰੀ ਲੱਗਦਾ ਵੀ ਏਜੰਸੀਆਂ ਦਾ ਕੰਮ ਆ ਜਾਂ ਫਿਰ ਗੰਦੇ IT ਸੈੱਲ ਆ, BJP ਦੇ ਹੋ ਸਕਦੇ, ਕਿਹਦੇ ਹੋ ਸਕਦੇ, ਬਿਕਾਜ਼ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਆਮ ਲੋਕੀ ਆ, ਮੇਰੇ ਫਰੈਂਡ ਸਰਕਲ 'ਚ ਵੀ ਮੈਂ ਗੱਲ ਕਰਦੀ ਹਾਂ, ਕੋਈ ਸਾਡੇ ਫਰੈਂਡ ਸਰਕਲ ਦੇ ਵਿੱਚ ਇੰਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਥੱਲੇ ਕਮੈਂਟ ਕਰਾਂਗੇ ਔਰ ਗਾਲਾਂ ਕੱਢਾਂਗੇ ਕਿਸੇ ਨੂੰ, ਬਿਕਾਜ਼ ਮੈਂ ਕਿਸੇ ਨੂੰ ਗਾਲ ਨਹੀਂ ਕੱਢ ਸਕਦੀ। ਮੈਂ ਜ਼ਰੂਰ ਇੰਟਰਵਿਊ 'ਚ ਜ਼ਰੂਰ ਕਹਿ ਦੂੰਗੀ it's good or it's not good, but I will not abuse somebody like this, you know। and ਉਤੋਂ ਮੈਨੂੰ ਤੇ ਲੱਗਦਾ ਇਹ IT ਸੈੱਲ ਨੇ, ਬਟ ਮੈਨੂੰ ਇਹ ਮੇਰੀ ਰਿਕੁਐਸਟ ਆ, ਧੀਆਂ ਭੈਣਾਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੀਆਂ ਨੇ, ਸੋ ਆਪਾਂ ਨੂੰ ਸਾਡੇ ਗੁਰੂ ਸਾਹਿਬ ਵੀ ਇਹੀ ਸਿਖਾਉਂਦੇ ਨੇ, ਸਾਡੇ ਘਰ ਦੇ ਵੀ ਇਹੀ ਸਿਖਾਉਂਦੇ ਨੇ, ਤੁਹਾਡੇ ਘਰ ਦੇ ਵੀ ਵੇਖਦੇ ਹੋਣਗੇ ਕਮੈਂਟ ਵੀ ਸਾਡੇ ਬੱਚਿਆਂ ਨੇ ਕੀ ਕੀਤੇ ਨੇ, ਤਾਂ ਆਈ ਬਿਲੀਵ ਸੋ ਕਿ ਸਾਨੂੰ ਆਪਣੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਆ, ਇੱਜ਼ਤ ਕਰਨੀ ਚਾਹੀਦੀ ਆ ਸਾਰਿਆਂ ਦੀ। ਜੀ ਮੈਂ ਇੱਕ ਵਾਰ ਇੱਥੇ ਜ਼ਰੂਰ ਜਾਣਨਾ ਚਾਹਾਂਗੀ, ਤੁਸੀਂ ਸਿੱਧੂ ਮੂਸੇਵਾਲੇ ਨਾਲ ਕੰਮ ਕੀਤਾ, ਤੁਹਾਡਾ ਸਬਬ ਕਿਵੇਂ ਬਣਿਆ ਸੀ? ਜਦੋਂ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਤਾਂ ਤੁਹਾਡੀ ਕੀ ਗੱਲ ਹੋਈ ਸੀ ਉਹਨਾਂ ਦੇ ਨਾਲ? ਮੇਰੀ ਉਹਦੇ ਨਾਲ ਗੱਲ ਲਾਈਕ ਆਪਾਂ ਸ਼ੂਟ ਕਰ ਰਹੇ ਸੀਗੇ ਟੋਚਨ ਗਾਣਾ, ਔਰ ਸਿੱਧੀ ਮੁਲਾਕਾਤ ਤੁਹਾਡੀ ਸੈੱਟ ਤੇ ਹੋਈ ਸੀ? ਸੈੱਟ ਤੇ ਮੁਲਾਕਾਤ ਹੋਈ ਸੀਗੀ ਐਂਡ ਹੀ ਵਾਸ ਵੈਰੀ ਸਵੀਟ, ਕਿਊਟ, ਵੈਰੀ ਸ਼ਾਈ। ਉਹਨੇ ਮੈਨੂੰ ਟਰੈਕਟਰ ਦੇ ਉੱਤੇ ਝੂਟੇ ਦਿੱਤੇ ਸੀਗੇ, ਜਿਹੜੇ ਟਰੈਕਟਰ ਦੇ ਉੱਤੇ ਸਾਡਾ ਸੀਨ ਸੀਗਾ ਨਾ, ਤੇ ਉਹ ਟਰੈਕਟਰ ਖੇਤ ਦੇ ਵਿੱਚ ਜਾ ਕੇ ਉਹਨੇ ਆਫ ਰੋਡਿੰਗ ਕੀਤੀ ਸੀਗੀ, ਉਹਦੇ ਵੱਡੇ ਟਾਇਰ ਸੀਗੇ ਟਰੈਕਟਰ ਦੇ, ਐਂਡ ਉਹ ਗੱਡੀ ਕੱਢਣ ਦਾ ਸੀਨ, ਉਹ ਤੋਂ ਪਹਿਲਾਂ ਟਰੈਕਟਰ ਉੱਥੇ ਲੈ ਕੇ ਜਾਣਾ ਸੀਗਾ ਤੇ ਮੈਂ ਉਹਦੇ ਨਾਲ ਟਰੈਕਟਰ ਤੇ ਬਹਿ ਕੇ ਗਈ ਸੀਗੀ ਉੱਥੇ ਮਤਲਬ ਖੇਤਾਂ 'ਚ, ਤੇ ਫਿਰ ਉਹਨੇ ਮੈਨੂੰ ਟਰੈਕਟਰ ਝੂਟੇ ਦਿੱਤੇ। ਮੈਂ ਉਹਨੂੰ ਕਿਹਾ ਤੂੰ ਮੈਨੂੰ ਦੇਖ ਦੇਗਾ ਜਾਂ ਟਰੈਕਟਰ ਪਲਟ ਜੂਗਾ, ਯੂ ਨੋ, ਤੇ ਕਹਿੰਦਾ ਨਹੀਂ ਮੈਂ ਤੇ ਚਲਾ ਲੈਣਾ। ਉਹਨੂੰ ਟਰੈਕਟਰਾਂ ਦਾ ਬਹੁਤ ਸ਼ੌਂਕ ਸੀਗਾ। ਔਰ ਜਿਹੜੀ ਹਵੇਲੀ 'ਚ ਅਸੀਂ ਸ਼ੂਟ ਕੀਤਾ ਸੀਗਾ ਉੱਥੇ ਟੋਚਨ 'ਚ, ਉਹ ਹਵੇਲੀ ਉਹਨੂੰ ਬੜੀ ਪਸੰਦ ਆਈ ਸੀਗੀ, ਉਹਨੂੰ ਸੀਗਾ ਵੀ ਮੈਂ ਇਹੋ ਜਿਹੀ ਹਵੇਲੀ ਬਣਾਉਣੀ ਆ। ਓਕੇ, ਹਾਂ ਬਹੁਤ ਸੋਹਣੀ ਹਵੇਲੀ ਸੀਗੀ ਉਹ, ਔਰ ਉੱਥੇ ਹੀ ਉਹ ਵੱਡੇ ਟਾਇਰਾਂ ਵਾਲਾ ਟਰੈਕਟਰ ਲੱਗਾ ਸੀਗਾ। ਉਹਨੂੰ ਘੋੜੀਆਂ ਦਾ ਵੀ ਸ਼ੌਂਕ ਸੀਗਾ। ਸੋ ਹੀ ਵਾਜ਼ ਅ ਕੁਆਇਟ ਨਾਈਸ ਪਰਸਨ, ਡੀਸੈਂਟ ਪਰਸਨ। ਉਸ ਤੋਂ ਬਾਅਦ ਉਹਨੇ ਮੇਰੀ ਹੈਲਪ ਕੀਤੀ ਸੀਗੀ। ਮੈਨੂੰ ਨਾ ਗਾਉਣ ਦਾ ਸ਼ੌਂਕ ਸੀਗਾ, ਜਿਹੜਾ ਮੈਨੂੰ ਲਖਵਿੰਦਰ ਭਾਈ ਕਹਿੰਦੇ ਤੂੰ ਗਾਉਣਾ ਨਹੀਂ, ਔਰ ਐਕਚੁਅਲੀ ਮੈਨੂੰ ਗਾਉਣਾ ਨਹੀਂ ਆਉਂਦਾ, ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਸਿੱਧੂ ਮੈਨੂੰ ਗਾਣਾ ਆ, ਤੇ ਉਹਨੇ ਮੈਨੂੰ ਬਿਗ ਵਰਡ ਦੇ ਕੋਲ ਭੇਜਿਆ ਸੀਗਾ, ਕੈਨੇਡਾ ਸੀਗੀ ਮੈਂ, ਤੇ ਉਹਨੇ ਮੈਨੂੰ ਬਿਗ ਵਰਡ ਤੋਂ ਮੈਨੂੰ ਗਾਣਾ ਕਰਵਾ ਕੇ ਦਿੱਤਾ ਸੀਗਾ ਕਿ ਇਹਨੇ ਸ਼ੌਂਕ ਪੂਰਾ ਕਰਨਾ ਹੈ, ਇਹਨੂੰ ਕਰਵਾ ਦੇ। ਮਤਲਬ ਹੀ ਵਾਜ਼ ਵੈਰੀ ਹੈਲਪਫੁਲ ਪਰਸਨ, ਉਹਨੇ ਮੇਰੀ ਹੈਲਪ ਕੀਤੀ ਸੀਗੀ ਉਦੋਂ। ਐਂਡ ਫਿਰ ਜਦੋਂ ਮੈਨੂੰ ਉਹਦਾ ਬਰਥਡੇ ਸੀਗਾ, ਕੈਨੇਡਾ ਮਿਲਿਆ, ਅਸੀਂ ਕੇਕ ਕੱਟਿਆ, ਸੈਲੀਬ੍ਰੇਟ ਕੀਤਾ, ਔਰ ਬਸ ਲਾਈਕ ਵੀ ਆਰ ਗੁੱਡ ਫਰੈਂਡਸ। ਹੀ ਵਾਜ਼ ਅ ਵੈਰੀ ਨਾਈਸ ਪਰਸਨ। ਜੀ
ਇੰਡਸਟਰੀ ਦੀ ਗੱਲ ਕਰਦੇ ਹਮੇਸ਼ਾ ਕਹਿੰਦੇ ਇੰਡਸਟਰੀ ਫੈਮਿਲੀ ਇੱਥੇ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਆ। ਰੀਸੈਂਟਲੀ ਗੱਲ ਕਰੀ ਤਾਂ ਪੰਜਾਬੀ ਸਿੰਗਰ ਨਿੰਜਾ ਦਾ ਉਹਨਾਂ ਸੌਂਗ ਲੀਕ ਹੁੰਦਾ ਹੈ, ਪੋਸਟ ਪਾਉਂਦੇ ਨੇ, ਜਿਸ ਤੋਂ ਬਾਅਦ ਇੱਕ ਹੋਰ ਨਵਾਂ ਵਿਵਾਦ ਇੰਡਸਟਰੀ 'ਚ ਦੇਖਣ ਨੂੰ ਮਿਲ ਰਿਹਾ ਹੈ। ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਹਾਂ ਇੱਕ ਤੋਂ ਬਾਅਦ ਇੱਕ ਕੰਟਰੋਵਰਸੀਜ਼ ਜਿਹੜੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ? ਆਈ ਡੋਨਟ ਨੋ, ਹੁਣ ਐਕਚੁਅਲੀ ਲੀਕ ਨਹੀਂ ਕਰਨਾ ਚਾਹੀਦਾ। ਕਿਸੇ ਦੀ ਮਿਹਨਤ ਹੁੰਦੀ ਆ, ਕਿਸੇ ਨੇ ਮਿਹਨਤ ਕੀਤੀ ਆ, ਗਾਣਾ ਗਾਇਆ ਆ, ਔਰ ਕਿਸੇ ਦਾ ਗਾਣਾ ਨਹੀਂ ਲੀਕ ਕਰਨਾ ਚਾਹੀਦਾ। ਬਟ ਆਈ ਡੋਨਟ ਨੋ ਲੋਕੀ ਕਰ ਦਿੰਦੇ ਨੇ, ਇੱਥੇ ਬਹੁਤ ਤਰ੍ਹਾਂ ਦੇ ਲੋਕੀ ਰਹਿੰਦੇ ਨੇ, ਵਾਟ ਟੂ ਸੇ। ਜੀ, ਸੋ ਜਦੋਂ ਤੁਸੀਂ ਇਕੱਲੇ ਬੈਠਦੇ ਹੋ ਤਾਂ ਸੋਨੇ ਉਸ ਟਾਈਮ ਤੇ ਦਿਮਾਗ ਵਿੱਚ ਕੀ ਚੀਜ਼ਾਂ ਚੱਲਦੀਆਂ ਨੇ? ਸਾਰਾ ਕੁਝ ਤੁਸੀਂ ਪਿੱਛੇ ਦੇਖਦੇ ਹੋ, ਜਿਵੇਂ ਹੈ ਨਾ ਤੁਸੀਂ ਧਰਨੇ ਤੇ ਰਹੇ ਹੋ, ਜਦੋਂ ਆਪਾਂ ਲੋਕਾਂ ਦੇ ਕਮੈਂਟਸ ਦੇਖਦੇ ਹਾਂ, ਜਦੋਂ ਤੁਸੀਂ ਕਹਿੰਦੇ ਕਿਤੇ ਨਾ ਕਿਤੇ ਕੰਮ ਤੇ ਵੀ ਅਸਰ ਪੈਂਦਾ ਹੈ, ਜਦੋਂ ਤੁਸੀਂ ਬੇਬਾਕੀ ਦੇ ਨਾਲ ਬੋਲਦੇ ਹੋ, ਤਾਂ ਓਵਰਆਲ ਉਸ ਟਾਈਮ ਤੇ ਕੀ ਚੱਲਦਾ ਦਿਮਾਗ ਦੇ ਵਿੱਚ? ਕਿਸੇ ਚੀਜ਼ ਦਾ ਰਿਗਰੈਟ ਹੁੰਦਾ ਜਾਂ ਕੋਈ ਸ਼ਿਕਾਇਤ ਹੁੰਦੀ ਕਿਸੇ ਚੀਜ਼ ਨੂੰ ਕਿ ਕਾਸ਼ ਮੈਂ ਚੀਜ਼ ਫਿਰ ਕਰਦੀ ਹੀ ਨਾ, ਮੈਂ ਇੱਥੋਂ ਤੱਕ ਹੀ ਰਹਿੰਦੀ? ਨਹੀਂ, ਮੈਨੂੰ ਕਿਸੇ ਗੱਲ ਦਾ ਕੋਈ ਰਿਗਰੈਟ ਨਹੀਂ ਹੈਗਾ। ਬਟ ਹਾਂ, ਮੇਰੇ ਜਿਹੜੇ ਮੇਰੇ ਨਾਲ ਬਹੁਤ ਪਿਆਰ ਕਰਦੇ ਨੇ, ਜਿਵੇਂ ਅਮਿਤੂਜ ਸਰ, ਉਹ ਮੈਨੂੰ ਜ਼ਰੂਰ ਕਹਿਣਗੇ, ਬੇਟਾ ਆਹ ਕੀ ਸਟੇਟਮੈਂਟ ਦੇ ਦਿੱਤੀ ਤੂੰ, ਮੈਨੂੰ ਪਤਾ ਤੇਰੇ ਦਿਲ 'ਚ ਕੁਛ ਨਹੀਂ ਹੈਗਾ, ਤੂੰ ਇਹ ਨਹੀਂ ਕਹਿਣਾ ਚਾਹੁੰਦੀ ਸੀਗੀ, ਤੂੰ ਮੈਨੂੰ ਇਹੀ ਕਹੇਂਗੀ। ਬਟ ਮੈਨੂੰ ਵੀ ਪਤਾ, ਐਕਚੁਅਲੀ ਜਿਹੜੇ ਮੇਰੇ ਕਲੋਜ਼ ਨੇ ਨਾ ਕਾਫੀ, ਉਹਨਾਂ ਨੂੰ ਪਤਾ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦੀ, ਮੈਂ ਕੀ ਕਹਿਣਾ ਚਾਹੁੰਦੀ। ਮੈਂ ਨਾ ਕਈ ਗੱਲਾਂ ਨਾ ਮੈਂ ਬਿਆਨ ਨਹੀਂ ਕਰ ਪਾਉਂਦੀ ਪੂਰੇ ਤਰੀਕੇ ਦੇ ਨਾਲ, ਅੱਧੀਆਂ ਗੱਲਾਂ ਮੇਰੇ ਅੰਦਰ ਹੀ ਰਹਿ ਜਾਂਦੀਆਂ, ਅੱਧੀਆਂ ਬਾਹਰ। ਤੇ ਮੈਨੂੰ ਕਹਿੰਦੇ ਤੈਨੂੰ ਕੀ ਲੋੜ ਪਈ ਹੈ ਹਰ ਇੱਕ ਗੱਲ ਦੇ ਉੱਤੇ ਟਿੱਪਣੀ ਦੇਣ ਦੀ, ਤੂੰ ਕਹਿ ਮੈਂ ਨਹੀਂ ਗੱਲ ਕਰਨਾ ਚਾਹੁੰਦੀ, ਤੈਨੂੰ ਨਹੀਂ ਨੌਲੇਜ ਹੈਗੀ ਇਸ ਚੀਜ਼ ਦੇ ਉੱਤੇ। ਮੈਂ ਕਿਹਾ ਸਰ ਸਾਰੇ ਧਰਨੇ ਵੇਲੇ ਤੇ ਇਹੀ ਕਹਿੰਦੇ ਸੀਗੇ। ਕਹਿੰਦੇ ਹੋਣਗੇ, ਤੈਨੂੰ ਕੀ ਲੈਣਾ ਦੇਣਾ ਇਹ ਸਾਰੀਆਂ ਗੱਲਾਂ ਦੇ ਨਾਲ, ਤੈਨੂੰ ਨਹੀਂ ਬੇਟਾ ਇਸ ਗੱਲ ਦੀ ਨੌਲੇਜ, ਤੂੰ ਨਹੀਂ ਬੋਲਣਾ ਉਹਦੇ ਉੱਤੇ। ਐਂਡ ਹੀ ਇਜ਼ ਰਾਈਟ, ਹੀ ਇਜ਼ ਐਬਸੋਲਿਊਟਲੀ ਰਾਈਟ। ਬਿਕਾਜ਼ ਜਿਹੜੀ ਚੀਜ਼ ਦਾ ਮੈਨੂੰ ਨਹੀਂ, ਦੇਖੋ ਮੈਂ ਪੋਲੀਟੀਕਲ ਬਿਲਕੁਲ ਨਹੀਂ ਹਾਂ, ਮੈਨੂੰ ਪੋਲੀਟਿਕਸ ਨਹੀਂ ਆਉਂਦੀ, ਮੈਂ ਜ਼ੀਰੋ ਹਾਂ, ਹੈ ਨਾ। ਫਿਰ ਉਹ ਮੈਨੂੰ ਕਿਤੇ ਨਾ ਕਿਤੇ ਸਮਝਾਉਂਦੇ ਆ ਵੀ ਤੈਨੂੰ ਨਹੀਂ ਆ ਗੱਲਾਂ, ਤੈਨੂੰ ਉਲਝਾ ਲੈਂਦੇ ਨੇ ਲੋਕੀ, ਤੂੰ ਨਹੀਂ ਬੋਲਣਾ ਚਾਹੁੰਦੀ। ਮੈਂ ਕਿਹਾ ਸਰ ਮੈਂ ਇੰਟਰਵਿਊ 'ਚ ਪੂਰਾ ਬੋਲਿਆ ਸੀਗਾ। ਕਹਿੰਦੇ ਉਹ ਕਿਸੇ ਨੇ ਵੇਖਣੀ ਨਹੀਂ, ਉਹ ਤੇ ਕਿਸੇ ਨੇ ਵੇਖਣੀ ਨਹੀਂ ਤੂੰ ਕੀ ਕਿਹਾ ਕੀ ਨਹੀਂ ਕਿਹਾ, ਜਿਨ੍ਹਾਂ ਨੇ ਹਾਈਲਾਈਟ ਕਰਨਾ ਸੀ ਉਹਨਾਂ ਨੇ ਕਰਤਾ, ਆਪਾਂ ਨੂੰ ਕੀ ਲੋੜ ਪਈ ਆ। ਮੈਂ ਕਿਹਾ ਹਾਂ ਸਹੀ ਕਹਿੰਦੇ ਨੇ। ਐਕਚੁਅਲੀ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ, ਜਿਹੜੇ ਮੈਨੂੰ ਚੰਗੇ ਤਰੀਕੇ ਨਾਲ ਜਾਣਦੇ ਨੇ, ਮੇਰੇ ਨੇਚਰ ਨੂੰ ਜਾਣਦੇ ਨੇ, ਉਹਨਾਂ ਨੂੰ ਫਿਰ ਦੁੱਖ ਲੱਗਦਾ ਹੈ। ਉਹ ਕਹਿੰਦੇ ਤੂੰ ਮਤਲਬ ਸਾਨੂੰ ਨਹੀਂ ਚੰਗਾ ਲੱਗਦਾ ਜਦੋਂ ਕੋਈ ਤੈਨੂੰ ਅਬਿਊਜ਼ ਕਰਦਾ ਆ ਜਾਂ ਤੈਨੂੰ ਬੋਲਦਾ ਹੈ, ਬਿਕਾਜ਼ ਤੂੰ ਜਦੋਂ ਇਹ ਜਿਹੀ ਹੈਗੀ ਨਹੀਂ ਤੇ ਕਿਉਂ ਬੋਲਦੇ ਆ। ਫਿਰ ਇਸ ਕਰਕੇ ਕਈ ਵਾਰੀ ਮੇਰੇ ਫਰੈਂਡਸ ਨਾਲ ਵੀ ਇਸ ਗੱਲ ਦੇ ਉੱਤੇ ਲੜਾਈ ਹੋ ਜਾਂਦੀ ਆ। ਜੀ, ਰੀਸੈਂਟਲੀ ਤੁਸੀਂ ਆਪਣੀ ਪੂਰੀ ਜਿਹੜੀ ਬੋਡੀ ਔਰ ਡੋਨੇਟ ਕੀਤੀ ਇਤਿਜਾਈ ਦੇ ਵਿੱਚ, ਉਹਦੇ ਬਾਰੇ ਦੱਸੋ ਕਿਵੇਂ ਸੋਚਿਆ ਉਹ ਫੈਸਲਾ ਲਿਆਂਦਾ, ਕਿਉਂਕਿ ਇੱਕ ਬਹੁਤ ਵੱਡਾ ਹੈ ਡਿਸੀਜ਼ਨ ਉਹ ਲੈਣਾ। ਮੈਨੂੰ ਲੱਗਦਾ ਹੈ ਕਿ ਵੇਖੋ ਆਪਣਾ ਸਰੀਰ ਮਰਨ ਤੋਂ ਬਾਅਦ ਮਿੱਟੀ ਹੋ ਜਾਣਾ ਆ, ਤੇ ਮਿੱਟੀ ਸਰੀਰ ਦਾ ਕੀ ਕਰਨਾ ਆ, ਜੇ ਕਿਸੇ ਦੇ ਕੰਮ ਆ ਜਾਏ ਤੇ ਚੰਗੀ ਗੱਲ ਨਹੀਂ ਆ। ਮੈਨੂੰ ਲੱਗਦਾ ਸਾਰਿਆਂ ਨੂੰ ਆਪਣੀ ਅੱਖਾਂ ਡੋਨੇਟ ਕਰਨੀਆਂ ਚਾਹੀਦੀਆਂ ਕਿ ਲਾਈਕ ਡੈਥ ਤੋਂ ਬਾਅਦ ਤੁਹਾਡੀਆਂ ਅੱਖਾਂ ਕਿਸ ਕੰਮ ਆ, ਉਹ ਅਗਨੀ ਨੂੰ ਭੇਟ ਹੋਣੀਆਂ ਆ। ਇਸ ਤੋਂ ਬੈਟਰ ਆ ਕਿ ਉਹ ਤੁਹਾਡੀ ਅੱਖਾਂ ਦੇ ਥਰੂ ਕੋਈ ਦੁਨੀਆ ਵੇਖ ਸਕੂਗਾ, ਤੁਹਾਡੀਆਂ ਕਿਡਨੀਆਂ ਕਿਸੇ ਦੇ ਕੰਮ ਆ ਜਾਣ, ਹਾਰਟ ਕਿਸੇ ਦੇ ਕੰਮ ਆ ਜਾਏ, ਕੋਈ ਵੀ ਬੋਡੀ ਪਾਰਟ ਕਿਸੇ ਦੇ ਕੰਮ ਆ ਜਾਏ, ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਕੋਈ ਕਾਰਜ ਨਹੀਂ ਹੋ ਸਕਦਾ। ਮੈਂ ਸੁਣਨ ਚਾਹ ਤੁਹਾਨੂੰ ਬਿਗ ਬੌਸ ਦਾ ਆਫਰ ਆਇਆ ਸੀ, ਹਰ ਕੋਈ ਉੱਥੇ ਪਹੁੰਚਣਾ ਚਾਹੁੰਦਾ, ਸੋ ਕੀ ਕਾਰਨ ਸੀ ਕਿ ਉੱਥੇ ਨਾ ਜਾਣ ਦਾ? ਵੇਖੋ ਮੈਂ ਆਪਣੀਆਂ ਫਿਲਮਾਂ ਛੱਡਤੀਆਂ, ਤੁਸੀਂ ਇਹ ਸੋਚੋ ਮੇਰੇ ਕੋਲ ਕੰਟਰੈਕਟ ਪਏ ਸੀ ਮੇਰੇ ਸਰ ਦੇ। ਜੇ ਮੈਂ ਬਿਗ ਬੌਸ ਦਾ ਮੈਨੂੰ ਇੰਨਾ ਕਰੇਜ਼ ਹੁੰਦਾ ਤੇ ਮੈਂ ਫਿਲਮਾਂ ਕਦ ਤੋਂ ਛੱਡਦੀ, ਮੈਂ ਬੰਬੇ ਤੋਂ ਆਉਂਦੀ ਕਿਉਂ ਪੰਜਾਬ ਦੇ ਵਿੱਚ। ਮੈਨੂੰ ਨਹੀਂ ਇੰਨਾ ਕਰੇਜ਼ ਹੈਗਾ ਲਾਈਕ ਬਿਗ ਬੌਸ 'ਚ ਜਾਣ ਦਾ। ਆਈ ਨੋ, ਮਤਲਬ ਮੈਨੂੰ ਉੱਥੋਂ ਕਾਲ ਵੀ ਆਈ, ਉਹਨਾਂ ਨੇ ਕਾਲ ਵੀ ਕੀਤੀ, ਬਟ ਮੈਂ ਕਿ ਨਹੀਂ ਸੌਰੀ, ਮੈਂ ਨਹੀਂ ਜਾਣਾ ਚਾਹੁੰਦੀ ਐਕਚੁਅਲੀ। ਜੀ, ਬਹੁਤ ਵਾਰ ਅਸੀਂ ਦੇਖਦੇ ਹੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੇ ਬਹੁਤ ਜਲਦੀ ਇਮੋਸ਼ਨਲ ਹੋ ਜਾਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀ ਜਲਦੀ ਹਰਟ ਕਰ ਜਾਂਦੀਆਂ ਨੇ, ਚਾਹੇ ਤੁਹਾਡੇ ਫਾਦਰ ਦੀ ਗੱਲ ਕਰੀਏ, ਫੈਮਿਲੀ ਦੀ ਗੱਲ ਕਰੀਏ, ਉਹਨਾਂ ਚੀਜ਼ਾਂ ਨੂੰ ਲੈ ਕੇ। ਤੁਸੀਂ ਰੀਸੈਂਟਲੀ ਇੱਕ ਇੰਟਰਵਿਊ 'ਚ ਕਿਹਾ ਕਿ ਤੁਸੀਂ ਵਿਆਹ ਨਹੀਂ ਕਰਵਾਉਣਾ ਚਾਹੁੰਦੇ, ਕੀ ਕਾਰਨ ਆ ਉਸ ਚੀਜ਼ ਦਾ? ਐਕਚੁਅਲੀ ਨਹੀਂ, ਬੇਸਿਕਲੀ ਮੇਰੇ ਮੰਮਾ ਕਹਿੰਦੇ ਰਹਿੰਦੇ ਆ, ਮੇਰੀ ਫੈਮਿਲੀ ਕਹਿੰਦੀ ਰਹਿੰਦੀ ਆ ਸਾਰੇ ਵਿਆਹ ਕਰਾ ਲਾ ਵਿਆਹ ਕਰਾ ਲਾ ਵਿਆਹ ਕਰਾ ਲਾ। ਸੋ ਬੇਸਿਕਲੀ ਮੈਨੂੰ ਇਹ ਲੱਗਦਾ ਹੈ ਕਿ ਇਟਸ ਵੈਰੀ ਡਿਫਿਕਲਟ ਟੂ ਫਾਈਂਡ ਅ ਪਰਸਨ ਜਿਹੜਾ ਤੁਹਾਡੇ ਨਾਲ ਇੰਟਰੈਕਟ, ਮਤਲਬ ਮੇਰੇ ਵਰਗਾ ਜਿਹਾ ਹੋਵੇ, ਯੂ ਨੋ ਇਟਸ ਡਿਫਿਕਲਟ ਅੰਡਰਸਟੈਂਡਿੰਗ, ਐਂਡ ਜਿਹੜਾ ਮੈਨੂੰ ਸਮਝੇ। ਔਰ ਕਿਉਂਕਿ ਉਹ ਕਾਲਜ ਵਾਲੀ ਲਾਈਫ ਨਿਕਲ ਗਈ, ਹੁਣ ਕਿਸੇ ਨਾਲ ਅਫੇਅਰ ਕਰਨਾ ਆ ਜਾਂ ਡੇਟ ਕਰਨਾ, ਬਿਕਾਜ਼ ਇੰਨਾ ਟਾਈਮ ਨਹੀਂ ਹੁੰਦਾ ਵੀ ਤੁਸੀਂ ਕਿਸੇ ਨੂੰ, ਆਈ ਵਿਲ ਨਾਟ। ਇਟਸ ਬੈਟਰ ਕਿ ਮੈਂ ਮੰਮਾ ਮੇਰੇ ਲਈ ਰਿਸ਼ਤਾ ਲੈ ਕੇ ਆਉਂਦੇ, ਮੈਂ ਉਹ ਵਿਚਾਰੇ ਰੋਜ਼ ਹੀ ਉਹਨਾਂ ਨੂੰ ਹੁੰਦਾ ਰਹਿੰਦਾ ਆ
ਕਿਉਂਕਿ ਕਦੀ- ਪੇਰੈਂਟਸ ਨੂੰ ਸਭ ਤੋਂ ਵੱਧ ਫਿਕਰ ਹੁੰਦੀ ਹੈ। ਹਾਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੁੰਦੀ ਆ ਵੀ ਲਾਈਕ, ਕਿਉਂਕਿ ਮੇਰਾ ਕੋਈ ਬ੍ਰਦਰ ਸਿਸਟਰ ਨਹੀਂ, ਬੇਸਿਕਲੀ ਉਹਨਾਂ ਨੂੰ ਜ਼ਿਆਦਾ ਆ ਵੀ ਮੈਨੂੰ ਕੁਛ ਹੋ ਗਿਆ ਤੂੰ ਇਕੱਲੀ ਰਹੇਂਗੀ, ਇਹ ਹੈ ਉਹ ਹੈ, ਕੋਈ ਹੋਣਾ ਚਾਹੀਦਾ ਆ। ਸੋ ਮੈਨੂੰ ਬਸ ਇਹ ਲੱਗਦਾ ਆ ਕਿ ਉਹ ਬੰਦਾ ਮੇਰੀ ਜ਼ਿੰਦਗੀ 'ਚ ਚਾਹੀਦਾ ਮੈਨੂੰ, ਜਿਹੜਾ ਮੈਨੂੰ ਅੰਡਰਸਟੈਂਡ ਕਰੇ। ਲਾਈਕ ਮੈਨੂੰ ਉਹ ਲੱਭਿਆ ਨਹੀਂ ਹਜੇ ਤੱਕ। ਜੀ ਕੁਆਲਿਟੀਜ਼ ਤੁਸੀਂ ਦੱਸੋ ਕਿ ਤਾਂ ਕੋਈ ਕਿਤੇ ਬੈਠਾ ਲਾਈਕ ਬੇਸਿਕਲੀ ਪਤਾ ਕੀ ਆ, ਮੈਨੂੰ ਚੇਂਜ ਹੋਣ ਵਾਸਤੇ ਨਾ ਕਵੇ ਕੋਈ, ਮੈਨੂੰ ਇਹ ਨਾ ਕਵੇ ਕੋਈ ਕਿ ਤੂੰ ਨਹੀਂ ਸੱਚ ਬੋਲੇਂਗੀ, ਤੂੰ ਜੋ ਜਿਵੇਂ ਹੁਣ ਕਈ ਗੱਲਾਂ ਹੁੰਦੀਆਂ ਨੇ ਵੀ ਲਾਈਕ ਮੈਂ ਬੋਲ ਦਿੰਦੀ ਆ, ਤੇ ਜਿਵੇਂ ਹੁਣ ਮੈਨੂੰ ਮੰਮਾ ਹੀ ਰੋਕਦੇ ਰਹਿੰਦੇ, ਤੈਨੂੰ ਕੀ ਲੈਣਾ ਦੇਣਾ, ਤੂੰ ਨਾ ਬੋਲ, ਇਹ ਨਾ ਕਰ, ਉਹ ਨਾ ਕਰ, ਹਨਾ। ਮੈਨੂੰ ਕੋਈ ਰੋਕਣ ਵਾਲਾ ਇਸ ਚੀਜ਼ ਤੇ ਮੈਨੂੰ ਅੰਡਰਸਟੈਂਡ, ਮੈਨੂੰ ਸਮਝਣ ਵਾਲਾ ਹੋਣਾ ਚਾਹੀਦਾ ਕਿ ਮੈਂ ਅੰਡਰਸਟੈਂਡ ਕਰੇ, ਹਨਾ, ਔਰ ਮੈਨੂੰ ਕਵੇ ਕਿ ਹਾਂ ਠੀਕ ਆ ਮੈਂ ਤੇਰੇ ਨਾਲ ਆ, ਤੂੰ ਚੰਗਾ ਕਰਨਾ ਚਾਹੁੰਦੀ ਆ ਤੇ ਆਪਾਂ ਚੰਗਾ ਕਰਾਂਗੇ, ਲਾਈਕ ਯੂ نو ਜੀ, ਤੇ ਤੂੰ ਬੋਲਣਾ ਚਾਹੁੰਦੀ ਆ ਤੇ ਮੈਂ ਤੇਰੀ ਆਵਾਜ਼ ਬਣੂੰਗਾ, ਰਾਈਟ। ਬਿਲਕੁਲ ਮੈਨੂੰ ਇਨਕਰੇਜ ਕਰੇ, ਹਨਾ। ਜੇ ਮੈਂ 2 ਸ਼ਬਦ ਬੋਲੇ ਤੇ ਉਹ 3 ਸ਼ਬਦ ਬੋਲੇ, ਲਾਈਕ ਮੇਰੀ ਜਿੱਥੇ ਮੈਂ ਐਕਸਪਲੇਨ ਨਹੀਂ ਕਰ ਪਾ ਰਹੀ ਸ਼ਬਦ, ਉਹਨੂੰ ਐਕਸਪਲੇਨ ਕਰਕੇ ਦੱਸੇ ਵੀ ਹਾਂ ਇਹ ਕਹਿਣਾ ਚਾਹੁੰਦੀ ਆ, ਯੂ نو ਮੈਨੂੰ ਸਮਝੇ, ਮੇਰੀ ਰੂਹ ਨੂੰ ਸਮਝੇ। ਉਹ ਜਿਹਾ ਇਨਸਾਨ ਹੋਣਾ ਚਾਹੀਦਾ ਆ, ਯੂ نو ਮਤਲਬ ਜਿਹੜਾ ਸੋਨੀਆ ਮਾਨ ਨਹੀਂ, ਜਿਹੜਾ ਆਤਮਾ ਨੂੰ ਸਮਝੇ, ਯੂ نو। ਸੋ ਉਹ ਇਨਸਾਨ ਲੱਭਣਾ ਮੁਸ਼ਕਿਲ ਤੇ ਹੈ, ਬਟ ਜੇ ਲੱਭ ਗਿਆ ਤੇ ਵਾਹਿਗੁਰੂ ਨੇ ਲੱਭਤਾ, ਉਹ ਵੱਖਰੀ ਗੱਲ ਹੈ। ਅਦਰਵਾਈਜ਼ ਤੇ ਠੀਕ ਹੈ, ਐਵੇਂ ਹੀ ਆਪਾਂ ਠੀਕ ਹੈ ਜੀ। ਸੋ ਜਾਂਦਿਆਂ ਦੇ ਸੋਨੇ ਮਾਨ ਨੇ ਕੁਝ ਚਾਹੁੰਦੇ ਕਿ ਤੁਸੀਂ ਆਡੀਅנס ਨੂੰ ਜ਼ਰੂਰ ਦੱਸ ਦਿਓ ਤੁਹਾਡੇ ਅਪਕਮਿੰਗ ਕੀ ਪ੍ਰੋਜੈਕਟਸ ਨੇ। ਐਮਚਲ ਪ੍ਰੋਡਕਸ਼ਨ ਦੇ ਨਾਲ ਤੁਹਾਡਾ ਬਹੁਤ ਜਲਦ Song ਆਉਣ ਵਾਲਾ ਹੈ, ਜਿਹਦੇ ਕੁਝ ਅਸੀਂ ਤਸਵੀਰਾਂ ਵੀ ਦੇਖੀਆਂ, ਬਹੁਤ ਸੋਹਣੀਆਂ ਨੇ। ਇੱਕ ਵਾਰੀ ਜਾਣ ਥੋੜਾ ਜਿਹਾ ਦੱਸ ਦਿਓ। ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਇੱਕ ਮੇਰਾ ਗਾਣਾ ਹੁਣੇ ਰਿਲੀਜ਼ ਹੋਇਆ ਸੀਗਾ ਚਾਂਦ, ਲਖਵਿੰਦਰ ਜੀ ਦੇ ਨਾਲ, ਬਹੁਤ ਵਧੀਆ ਗਾਣਾ ਸ਼ੂਟ ਕੀਤਾ ਸੀ ਬੀਕਾਨੇਰ ਦੇ ਵਿੱਚ। ਐਂਡ ਇੱਕ ਹੋਰ ਗਾਣਾ ਆ ਰਿਹਾ ਹੈ ਕਨਵਰ ਗਰੇਵਾਲ ਜੀ ਦੇ ਨਾਲ, ਐਮਚਿਲ ਪ੍ਰੋਡਕਸ਼ਨ ਤੋਂ, ਔਰ ਪੂਰਨਿਮਾ ਜੀ ਨੇ ਬਹੁਤ ਮਿਹਨਤ ਕੀਤੀ ਉਹਦੇ 'ਚ, ਪਰਮ ਜੀ ਨੇ ਵੀ ਬਹੁਤ ਮਿਹਨਤ ਕੀਤੀ, ਪਰਮ ਜੀ ਨੇ ਡਾਇਰੈਕਟ ਕੀਤਾ ਆ, ਐਂਡ ਬਾਬੂ ਸਿੰਘ ਮਾਨ ਜੀ ਨੇ ਲਿਖਿਆ ਆ, ਐਂਡ ਮੈਂ ਤੇ ਚਲੋ ਨਿਮਾਣਾ ਜਿਹਾ ਛੋਟਾ ਜਿਹਾ ਰੋਲ ਅਦਾ ਕੀਤਾ ਉਹਦੇ ਵਿੱਚ, ਬਟ ਮਿਹਨਤ ਕੀਤੀ ਸੀ ਸਾਰਿਆਂ ਨੇ, ਔਰ ਹੋਪ ਤੁਹਾਨੂੰ ਪਸੰਦ ਆਊਗਾ। ਇਟਸ ਅ ਸੂਫੀ Song, ਔਰ ਉਸ ਤੋਂ ਇਲਾਵਾ ਲਖਵਿੰਦਰ ਜੀ ਦੇ ਨਾਲ ਮੈਂ ਹੋਰ ਸੌਂਗਸ ਕਰ ਰਹੀ ਹਾਂ, ਔਰ ਕੁਝ ਅਸੀਂ ਪ੍ਰੋਜੈਕਟਸ ਵੀ ਲੈ ਕੇ ਆਵਾਂਗੇ ਇਕੱਠੇ ਆਉਣ ਵਾਲੇ ਟਾਈਮ ਦੇ ਵਿੱਚ, ਅਸੀਂ ਕੰਮ ਕਰਾਂਗੇ ਕੁਝ ਸਕ੍ਰਿਪਟਸ ਦੇ ਉੱਤੇ ਵੀ, ਵੀ ਆਰ ਵਰਕਿੰਗ ਟੁਗੇਦਰ। ਸੋ ਬਾਕੀ ਹੁਣ ਮੈਂ ਥੋੜਾ ਕਨਸੈਂਟਰੇਟ ਕੀਤਾ ਆਪਣੀ ਹੈਲਥ ਵੱਲ, ਫਿਟਨੈਸ ਨੂੰ ਲੈ ਕੇ, ਬਿਕਾਜ਼ ਹੈਲਥ ਇਜ਼ ਵੈਰੀ ਇੰਪੋਰਟੈਂਟ। ਐਂਡ ਇੱਕ ਟਾਈਮ ਹੁੰਦਾ ਸੀਗਾ ਆਈ ਯੂਜ਼ਡ ਟੂ ਪੋਸਟ ਫਿਟਨੈਸ ਦੀਆਂ ਸਾਰੀਆਂ ਵੀਡੀਓਜ਼ ਐਂਡ ਆਲਵੇਜ਼ ਸੇ ਹੈਲਥ ਇਜ਼ ਵੈਲਥ, and nowadays ਚਾਵਾਂ ਪੀ ਕੇ I become fat, so ਹੁਣ ਮੈਂ ਕੰਟਰੋਲ ਕੀਤਾ ਹੈ ਕਿ ਮੈਂ ਪਤਲੀ ਹੋ ਕੇ ਫਿਰ ਤੋਂ ਆਪਣੇ ਏਮ ਤੇ ਆਉਣਾ ਹੈ ਔਰ ਕੰਮ ਕਰਨਾ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਸੋਨੇ ਮਾਨ ਤੁਹਾਡਾ ਗੱਲਬਾਤ ਕਰਨ ਦੇ ਲਈ ਸਾਡੇ ਨਾਲ, ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਆਈ ਹੋਪ ਕਿ ਤੁਸੀਂ ਜਿਵੇਂ ਹੁਣ ਕੰਮ ਕਰ ਰਹੇ ਹੋ ਹੁਣ ਤੱਕ ਹਰ ਚੀਜ਼ ਦੇ ਉੱਪਰ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹਮੇਸ਼ਾ ਬੇਬਾਕੀ ਦੇ ਨਾਲ ਆਪਣੇ ਹਰ ਵਿਚਾਰ ਨੂੰ ਆਡੀਅנס ਤੱਕ ਜ਼ਰੂਰ ਰੱਖਦੇ ਰਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਮੇਰੇ ਨਾਲ ਸੋਨੀਆ ਮਾਨ, ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਗੀਤਾਂ, ਬਹੁਤ ਸਾਰੇ ਫਿਲਮਾਂ ਤੇ ਬਹੁਤ ਸਾਰੇ ਧਰਨਿਆਂ ਦੇ ਵਿੱਚ ਆਮ ਦੇਖਦੇ ਹਾਂ, ਜੋ ਕਿ ਹਮੇਸ਼ਾ ਹੀ ਆਪਣੇ ਵਿਚਾਰਾਂ ਨੂੰ ਬੜੀ ਹੀ ਬੇਬਾਕੀ ਦੇ ਨਾਲ ਸਭ ਦੇ ਸਾਹਮਣੇ ਰੱਖਦੇ ਨੇ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਸਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਹੋਏਗੀ। ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂ ਲੇਟੈਸਟ ਅਪਡੇਟ ਨੂੰ ਚੈਨਲ ਲਈ ਦੇਖਦੇ ਰਹੋ ਪ੍ਰੋ ਪੰਜਾਬ TV।